श्री हर राय नमो कर श्री हर कृष्ण तेग बहादुर परम गुर परम श्री गुरु गोविंद सिंह धर्म तरा तर पुन पुन बंदों बार बार जिसमें है अमृत ज्ञान है मानक श्री गुरु ग्रंथ साहिब दद बंदो एक ओंकार सतगुरु वाहिगुरु जी की फतेह है विघ्न वाहिगुरु जी की फतेह है। सतनाम श्री वाहिगुरु साहिब जी। मिर्दुल हरित जे करण नवीना देख जरावह दानी दीना जब बासुर जुग जाम बेउता मार तंड की चंड देवता। वाहिगुरु जी का खालसा वाहिगुरु जी की फतेह। जुगो जुग अटल चवर छत्र तख्त ਦੇ ਮਾਲਕ ਸਤਿਗੁਰੂ ਦੀਨਾ ਬੰਧੂ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਨਿਤਾਣਿਆਂ ਨੂੰ ਤਾਣ ਦੇਣ ਵਾਲੇ ਨਿਓਟਿਆਂ ਨੂੰ ਓਟ ਦੇਣ ਵਾਲੇ ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਉੱਚੀ ਤੇ ਸੁੱਚੀ ਗੋਦੀ ਵਿੱਚ ਸੰਧਿਆ ਦੇ ਦੀਵਾਨ ਆਰੰਭ ਹੋ ਚੁੱਕੇ ਹਨ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਪ੍ਰੇਣ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਪਾਵਨ ਮਿੱਠੀ ਕਥਾ ਗੁਰੂ ਪਿਆਰ ਵਾਲੇ ਸੁਣ ਸਕਦੇ ਹਨ। ਜਿਨ੍ਹਾਂ ਦੇ ਉੱਤੇ ਸਤਿਗੁਰੂ ਮਹਾਰਾਜ ਦਇਆਲ ਹੋਣ। ਅੱਜ ਅੰਮ੍ਰਿਤ ਵੇਲੇ ਮਹਾਰਾਜ ਦੇ ਬਚਨ ਆਏ ਸੂਹੀ ਮਹੱਲਾ ਪੰਜਵਾ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਮੇਰੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮਿੱਤਰਾ ਤੇਰੀ ਉਮਰ ਦੀ ਨਦੀ ਬੜੀ ਤੇਜ਼ੀ ਨਾਲ ਤੁਰੀ ਜਾਂਦੀ ਹੈ ਤੇ ਪਰ ਤੈਨੂੰ ਪਤਾ ਕੋ ਨਹੀਂ ਲੱਗਦਾ। ਮਿਥਿਆ ਮੋਹ ਬੰਧੇ ਨਿਤ ਪਾਰਚ ਤੇ ਤੂੰ ਉਹਨਾਂ ਚੀਜ਼ਾਂ ਦੀਆਂ ਪੰਡਾਂ ਬੰਨਣ ਦਿਆਂ ਜਿਨ੍ਹਾਂ ਤੇਰੇ ਨਾਲ ਨਹੀਂ ਜਾਣਾ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਧਵੇ ਭਜ ਦਿਨ ਨਿਤ ਰਹਿਣੀ। ਕਹਿੰਦੇ ਭਾਈ ਦਿਨੇ ਰਾਤ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਭੱਜਿਆ ਹੀ ਫਿਰਿਆ ਕਰ। ਭਜਨ ਦੇ ਅਰਥ ਵੀ ਕਈ ਨੇ। ਭਜ ਮਨ ਮੇਰੇ ਹਰ ਗੋਪਾਲ। ਭਜ ਨੂੰ ਭਾਵ ਮਹਾਰਾਜ ਨੂੰ ਪਿਆਰ ਕਰਨਾ, ਗੁਰੂ ਸਾਹਿਬ ਨੂੰ ਚੇਤੇ ਰੱਖਣਾ। ਐਸਾ ਨਾ ਹੋਵੇ ਵੀ ਜਿੱਦਾਂ ਦੀ ਸੰਗਤ ਮਿਲੇ ਉਦਾਂ ਦਾ ਹੀ ਹੋ ਜੇ। ਐਸੀ ਅਵਸਥਾ ਨਹੀਂ ਹੋਣੀ ਚਾਹੀਦੀ। ਜੋ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਗਰੀਬ ਨਵਾਜ ਜੀ ਕਿਰਪਾ ਦੇ ਮਾਲਕ ਨੇ। ਮਾਰੇ ਕਹਿੰਦੇ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ। ਕਹਿੰਦੇ ਜਨਮ ਪਦਾਰਥ ਬੜਾ ਮਹਿੰਗਾ ਮਿਲਿਆ, ਇਹਨੂੰ ਸੰਗਤ ਵਿੱਚ ਲਿਆ ਕੇ ਬਿਠਾਇਆ ਕਰ ਜੇ ਜਿੱਤਣਾ ਚਾਹਣਾ ਤੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਵਰਤ ਰਹੀ ਹੈ। ਆਪ ਸੰਗਤਾਂ
ਸਿਆਣੇ ਹੋ, ਵਡਭਾਗੇ ਹੋ, ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਭਾਈ ਜੋ ਮੈਂ ਇਕੱਠਾ ਕੀਤਾ ਉਹ ਮੇਰਾ ਨਹੀਂ ਹੈ। ਮਿਥਿਆ ਮੋਹ ਬੰਧੇ ਨਿਤ ਪਾਰ ਚ, ਮੈਂ ਤਾਂ ਐਵੇਂ ਹੀ ਪੰਡਾਂ ਦੀਆਂ ਬੰਨਣ ਲੱਗ ਪਿਆ, ਪਰ ਅਸਲ ਵਿੱਚ ਮੇਰਾ ਤਾਂ ਇਹੀ ਹੈ ਕਿ ਮੈਂ ਆਪਣੇ ਪਿਆਰੇ ਨੂੰ ਜਾ ਕੇ ਮਿਲਾਂ, ਆਪਣੇ ਅਸਲੀ ਮਨੋਰਥ ਨੂੰ ਮਿਲਾਂ, ਆਪਣੇ ਵਾਸਤੇ ਕੁਝ ਮੰਗਾ। ਜਿੱਦਾਂ ਮੈਂ ਅੰਮ੍ਰਿਤ ਵੇਲੇ ਵੀ ਬਚਨ ਕੀਤਾ ਕਿ ਬਾਬਾ ਈਸ਼ਰ ਸਿੰਘ ਜੀ ਬੈਠੇ ਸੀ, ਇੱਕ ਮਾਈ ਦੀ ਉਮਰ 82 ਕੁ ਸਾਲ ਤੇ ਖੂੰਡੀ ਲਈ, ਤੇ ਉਹ ਆਈ ਮਹਾਂਪੁਰਖਾਂ ਦੇ ਕੋਲ, ਤੇ ਮਹਾਰਾਜ ਕਹਿੰਦੇ ਮਾਤਾ ਤੂੰ ਨਾ ਆਇਆ ਕਰ, ਤੇਰਾ ਸਰੀਰ ਬਿਰਧ ਹੋ ਗਿਆ ਤੇ ਤੂੰ ਕਿੰਨੀ ਤੰਗੀ ਲੈ ਕੇ ਆਉਣੀ, ਲੱਕ ਦੇ ਵਿੱਚ ਕੁੱਬ ਪੈ ਗਿਆ। ਤੇ ਕਹਿੰਦੇ ਅੱਜ ਤੇਰੀ ਸੇਵਾ ਤੋਂ ਖੁਸ਼ ਹਾਂ, ਦੱਸ ਕੀ ਦਈਏ। ਤੇ ਉਹ ਮੇਰੇ ਵਰਗੀ ਵਿਚਾਰੀ ਭਾਗਾਂ ਦੀ ਮਾੜੀ ਕਹਿੰਦੀ ਫਿਰ ਮਹਾਂਪੁਰਖੋ ਇੱਕ ਬਚਨ ਛੱਡ ਦਿਓ। ਕਹਿੰਦੇ ਕੀ? ਕਹਿੰਦੀ ਵੀ ਮੇਰਾ ਪੋਤਰਾ ਵਿਆਹਿਆ ਤੇ ਮੇਰੀ ਉਮਰ ਇੱਥੇ ਕ, ਤੇ ਮੇਰਾ ਬੜਾ ਦਿਲ ਕਰਦਾ ਵੀ ਕਿਤੇ ਮੈਂ ਤੁਰ ਨਾ ਜਾਵਾਂ, ਪੜਪੋਤਾ ਵੇਖ ਜਾ। ਮਹਾਂਪੁਰਖ ਹੱਸ ਪਏ, ਕਹਿੰਦੇ ਜਾ ਮਾਂ ਕਮਲੀਏ, ਉਸੀ ਮੰਗ ਰੱਖੀ ਜਿਹੜੀ ਤੇਰੀ 18 ਸਾਲਾਂ 'ਚ ਸੀ, ਜਿੱਦਣ ਵਿਆਹੀ ਸੀ ਉਦਣ ਬੇਟਾ, ਫਿਰ ਪੋਤਰਾ ਮੰਗਿਆ ਤੇ ਹੁਣ ਪੜਪੋਤਾ ਵੀ। ਕਹਿੰਦੇ ਅੱਜ ਮੌਕਾ ਸੀ ਕੋਈ ਆਪਣੇ ਲਈ ਮੰਗਦੀ, ਤੂੰ ਸਾਰਾ ਕੁਝ ਦੂਜਿਆਂ ਲਈ ਮੰਗੀ ਜਾਨੀ, ਤੇ ਆਪਾਂ ਵੀ ਇਦਾਂ ਹੀ ਹੈ, ਆਪਾਂ ਵੀ ਆਪਣੇ ਵਾਲੀ ਮੰਗੀ ਜਾਂਦੇ ਆ, ਉਹਨਾਂ ਨੇ ਗਾਂ ਮੰਗੀ ਜਾਣਾ, ਆਪਣੇ ਲਈ ਤਾਂ ਕੋਈ ਮੰਗਦਾ ਹੀ ਨਹੀਂ। ਤੇ ਮਹਾਂਪੁਰਖਾਂ ਦਾ ਬਚਨ ਛੁੱਟ ਗਿਆ। ਕਹਿੰਦੇ ਲੈ ਉਧਰੋਂ ਪੜਪੋਤਾ ਤੇਰੇ ਮੱਥੇ ਲੱਗੂਗਾ ਤੇ ਅਗਲੇ ਦਿਨ ਤੂੰ ਸਾਰਿਆਂ ਦੇ ਮੱਥੇ ਲੱਗਣੋਂ ਹਟ ਜਾਏਗੀ, ਭਾਵ ਤੂੰ ਕਾਲ ਚਲਾਣੇ ਕਰ ਜਾਣੇ। ਉਹ ਬਚਨ ਸੱਚ ਹੋਏ, ਜਗਤ ਮੈਂ ਝੂਠੀ ਦੇਖੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਬਾਬਾ ਰਵਿਦਾਸ ਜੀ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ, ਔਰ ਤਾਂ ਸਾਰਿਆਂ ਦੇ ਨਾਲ ਤੋੜ ਲਈ, ਤੇਰੇ ਨਾਲ ਜੋੜੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਪ੍ਰੀਤ ਜੋੜੀ ਹੈ। ਰੱਖੜੀ ਵੀ ਚੱਲ ਰਹੀ ਹੈ ਤੇ ਮੈਂ ਹੱਸ ਰਿਹਾ ਸੀ ਆਉਂਦੇ, ਮੈਂ ਵੇਖੀਆਂ ਵੱਜੀਆਂ 3-4, ਜਿਹੜੇ ਤਾਂ ਹੁਣ ਸੁਣਦੀ ਉਹਨਾਂ ਨਹੀਂ ਬਣਨੀਆਂ, ਜਿਹੜੇ ਦੂਰੋਂ ਸਖਤ ਆਈ। ਚਲੋ ਮੈਂ ਦਿਲ ਨਹੀਂ ਕਿਸੇ ਦਾ। ਇੱਕ ਨੂੰ ਪੁੱਛਿਆ, ਮੈਂ ਕਿਹਾ ਵੀ ਇਹ ਕਾਤੋਂ ਬੰਨਣ ਦਾ? ਕਹਿੰਦੇ ਜੀ ਸਾਡਾ ਪਿਆਰ ਹੈ, ਜਿੱਥੇ ਵੀਰਾਂ ਨਾਲ ਪਿਆਰ ਹੈ ਉੱਥੇ ਗੁਰੂ ਘਰ ਨਾਲ ਵੀ ਪਿਆਰ ਹੈ, ਤਾਂ ਕਰਕੇ ਗੁਰਦੁਆਰੇ ਬੰਨੀ ਆ। ਸੋ ਭਾਵਨਾ ਚਲੋ ਉਸ ਪਾਸੇ ਕੀ ਜਾਵਣਾ ਹੈ। ਤੁਮਾਰੇ ਕਿਰਪਾ ਕਰੇ, ਪਿਆਰ ਬਣਾਓ ਜਿੱਦਾਂ ਵੀ ਬਣਦਾ, ਕਿਤੇ ਐਸਾ ਨਾ ਹੋਵੇ ਜਿੱਦਾਂ ਕਹਿੰਦੇ ਵੀ ਸਮਾਜ ਕੋਲ ਮਹਿੰਗਾਈ ਦਾ। ਤੇ ਮੇਰੇ ਵਰਗੇ ਦੀ ਭੈਣ ਆਈ ਵਿਚਾਰੀ ਅੰਮ੍ਰਿਤਸਰੋਂ, ਤੇ ਰੱਖੜੀ ਬੱਧੀ ਤੇ ਉਹਨੇ ਪਿਆਰ ਦਿੱਤਾ 100 ਰੁਪਈਆ, ਤੇ ਜਦੋਂ ਬਾਹਰ ਨਿਕਲੀ ਬੰਨ ਕੇ ਤੇ ਘਰ ਵਾਲਾ ਕਹਿੰਦਾ ਕਿਵੇਂ ਆ? ਬੜਾ ਰੌਲਾ ਪਾਇਆ ਸੀ, 15 ਦਿਨ ਹੋ ਗਏ ਰੱਖੜੀ ਬੰਨਣੀ ਹੈ। ਕਹਿੰਦੀ ਮੈਨੂੰ ਕੀ ਪਤਾ ਸੀ, ਮੈਂ ਸਿਆਪਾ ਹੀ ਕਰਦੀ ਰਹੀ, ਸਿਆਪਾ ਹੀ ਕਰਦੀ ਰਹੀ ਇਹਨਾਂ ਦਾ ਹੈ। ਉਹ ਕਹਿੰਦਾ ਹੋਇਆ ਕਿ ਕਹਿੰਦੀ 450 ਦੀ ਬਰਫੀ ਆਈ ਹੈ, 150 ਦੀ ਰੱਖੜੀ, ਕਿੰਨੇ ਬਣ ਗਏ? ਮੈਂ ਤਾਂ ਕਹਿੰਦਾ ਵੀ ਜੀ ਆਈਆਂ ਫਿਰ ਚੱਜ ਤਰ੍ਹਾਂ ਪਿਆਰ ਦਿਓ, ਨਕਲੀ ਨਾ ਹੋ ਜੇ। 450 ਦੀ ਬਰਫੀ, 200 ਦੀ ਰੱਖੜੀ, ਕਿੰਨੇ ਹੋ ਗਏ? 650, 600 ਹੋ ਗਿਆ। ਤੇ ਜਿਹੜਾ ਗੱਡੀ 'ਚ 1500 ਦਾ ਪੈਟਰੋਲ ਅੰਮ੍ਰਿਤਸਰੋਂ ਆਉਂਦਾ ਕਿੰਨਾ ਹੋ ਗਿਆ? 3000 ਨੂੰ। ਉਹ 3000 ਲਾ ਕੇ ਵਿਚਾਰੀ ਰੱਖੜੀ ਬੰਨ੍ਹਣ ਆਈ ਤੇ 100 ਰੁਪਈਆ ਕੱਢ ਕੇ ਕਹਿੰਦਾ ਭੈਣੇ ਜਿਉਂਦੀ ਰਹਿ। ਉਹ ਤਾਂ ਕੋਈ ਜਿਹੜੀ ਤਾਂ ਵਧੀਆ ਪ੍ਰੇਮ, ਉਹ ਤਾਂ ਕਹੂਗੀ ਵੀਰੋ ਜੁਗ ਜੁਗ। ਤੇ ਜਿਹੜਾ ਵਿਚਾਰਾ ਹੁਣ ਘਰੋਂ ਵੀ ਮਜਬੂਰੀ, ਪਹਿਲਾਂ ਘਰ ਦੇ ਨੂੰ ਮਨਾਇਆ, 100 ਤਰ ਲਿਆ ਨਾ, ਇਦਾਂ ਹੀ ਆ ਘਰੋਂ ਘਰੀ। ਫਿਰ ਵਿਚਾਰੀ ਲੈ ਕੇ ਆਈ, ਕਹਿੰਦਾ ਲੈ ਬੰਨ ਲਾ ਰੱਖੜੀ ਇਹਦੇ, ਆਪ ਨੰਗ ਬਾਪ ਨੰਗ। ਕਹਾਵਤ ਹੈ ਨਾ ਪੰਜਾਬੀ ਦੀ, ਇਹ ਕਥਾ ਨਹੀਂ ਹੈ। ਕਹਿੰਦਾ ਆਪ ਨੰਗ ਬਾਪ ਨੰਗ, ਤੀਜੇ ਨੰਗ, ਚੌਥੇ ਨੰਗ ਉਹ ਲੱਭੇ ਜਿੰਨਾ ਧੀ ਦਿੱਤੀ ਆਣ ਕੇ। ਸਾਰੇ ਨੰਗਾਂ ਦੇ ਇਕੱਠੇ ਹੋ ਗਏ। ਤੇ ਇਸ ਕਰਕੇ ਥੋੜਾ ਜਿਹਾ ਯਤਨ ਕਰਿਓ, ਜੇ ਕੋਈ ਵਿਚਾਰੀਆਂ ਆਸ ਨਾ ਆਈਆਂ ਤੇ ਦਿਓ ਜ਼ਰੂਰ। ਕੋਈ ਨਹੀਂ ਹੁੰਦਾ ਹਸਪਤਾਲਾਂ 'ਚ ਥੋੜੇ ਦਿਨੇ ਕਿਤੇ। ਜਿੱਦਾਂ ਮੇਰੇ ਕੋਈ ਪਿਆਰ ਵਾਲਾ, ਮੈਂ ਜ਼ਿਕਰ ਨਹੀਂ ਕਰਦਾ, ਉਹ ਕਹਿੰਦਾ ਵੀ ਸੱਟ ਲੱਗੀ ਤੇ ਬੰਦੇ ਨੂੰ 2-2.5 ਲੱਖ ਮਿੰਟ 'ਚ ਦੇਣਾ ਪੈਂਦਾ, ਤੇ ਗੁਰਦੁਆਰੇ ਜਾਣਾ ਹੁੰਦਾ ਤੇ ਆਖੀ ਤਾਂ ਟੁੱਟਾ ਰੁਪਈਆ ਲੱਭ ਹੀ ਜਾਵੇ। ਤੇ ਆਪਣੇ ਮੂੰਹੋਂ ਕਿਹਾ, ਕਿਸੇ ਨੇ ਮੈਂ ਜ਼ਿਕਰ ਨਹੀਂ ਕਰਨਾ, ਆਪ। ਮੈਂ ਕਿਹਾ ਵਾਹ, ਅੱਜ ਮੇਰੀ ਕੀਤੀ ਕਥਾ ਦਾ ਮੁੱਲ ਮੁੜ ਗਿਆ ਹੈ ਨਾ। ਕਿ ਇੱਦਾਂ ਮੈਂ ਕਹਾਂ, ਕਈ ਗੁੱਸਾ ਕਰਦੇ ਹੁੰਦੇ, ਲੈ ਇੱਕੋ ਹੀ ਗੱਲ ਕਰਦੇ, ਪਰ ਜਦੋਂ ਵਾਕਿਆ ਬੰਦੇ ਨੂੰ ਠੋਕਰ ਵੱਜਦੀ, ਉਹ ਆਪਣੇ ਮੂੰਹੋਂ ਬੋਲਿਆ, ਕਹਿੰਦਾ ਸੱਚ ਹੈ।
ਟੁੱਟੇ ਰੁਪਈਏ ਤੜਾਉਂਦੇ ਹੁੰਦੇ ਸੀ 2 ਘੰਟੇ ਕੁਰਸੀ ਤੇ, ਬਾਬੇ ਟੁੱਟੇ ਦਿਓ ਮੱਥਾ ਟੇਕਣਾ, ਅਗਲਿਆਂ ਨੇ ਇੱਕੇ ਵੇਰੇ 80,000 ਲੈ ਲਿਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਬੇਅੰਤ ਬਖਸ਼ਿਸ਼ਾਂ ਸੰਗਤੇ, ਦੱਦਾ ਦਾਤਾ ਏਕ ਹੈ, ਦੇਣ ਦੇ ਟੋਟ ਨਾ ਆਵਈ ਹੈ। ਠੀਕ ਆ, ਰੱਖੜੀ ਦਾ ਸੰਬੰਧ ਨਹੀਂ ਸਿੱਖ ਧਰਮ ਨਾਲ, ਕਿਉਂਕਿ ਇਹ ਰਾਖੀ ਬੰਧਨ ਤੋਂ ਸ਼ੁਰੂ ਹੋਇਆ, ਹਿੰਦੂਆਂ ਦਾ ਤਿਉਹਾਰ ਹੈ, ਆਪਣੇ ਨਾਲ ਇਹਦਾ ਕੋਈ ਮਤਲਬ ਨਹੀਂ ਹੈ। ਠੀਕ ਹੈ, ਚਲੋ ਕੋਈ ਪ੍ਰੇਮ ਨਾਲ ਆਉਂਦਾ ਹੈ, ਉਹਦਾ ਮਾਨ ਨਹੀਂ ਤੋੜਨਾ। ਧੀਆਂ ਭੈਣਾਂ ਵਿਚਾਰੀਆਂ ਆਸਨਾਂ ਦੇ, ਉਹਨਾਂ ਕਿਹੜਾ ਆਪਣੇ ਦਿੱਤਿਆਂ ਦੇ ਗੁਜ਼ਾਰਾ ਕਰਨਾ, ਕਰਮ ਆਪੋ ਆਪਣੇ। ਪਰ ਮੈਂ ਤਾਂ ਥੋੜਾ ਜ਼ਿਕਰ ਕੀਤਾ ਵੀ ਜੇ ਵਿਚਾਰੀ ਕੋਈ ਆਈ ਉਹਦਾ ਮੁੱਲ ਮੋੜ ਦਿਓ, ਇਹ ਨਾ ਹੋਵੇ ਘਰ ਦੇ ਝਿੜਕਾਂ ਮਾਰਨ ਜਾ ਕੇ ਘਰ ਵਾਲਾ ਸਾਰੀ ਗੱਡੀ 'ਚ ਲੜੇ, ਲੈ ਹੁਣ 100 ਰੁਪਈਏ ਨੂੰ ਕੀ ਕਰਨਾ, ਸਿਰ ਤੋਂ ਵਾਰ ਕੇ ਰੱਖ ਲਾ। ਤੋ ਇਸ ਕਰਕੇ ਕਈ ਵਾਰੀ ਪ੍ਰੈਸ਼ਰ ਵੀ ਹੁੰਦਾ ਭਰਜਾਈਆਂ ਦਾ ਵੀ ਭਾਈ ਇੰਨੇ ਹੀ ਦੇਣੇ, ਬੰਦਾ ਵੀ ਕੀ ਕਰੇ, ਆਖੋ ਸਤਿਨਾਮ ਸ੍ਰੀ। ਤੋ ਮਾਰੇ ਕਿਰਪਾ ਕਰੇ। ਗੁਰੂ ਨਾਨਕ ਨੇ ਬੜਾ ਪਿਆਰ ਕੀਤਾ ਧੀ ਨੂੰ। ਮਾਰੇ ਕਹਿੰਦੇ ਭੰਡ ਜੰਮੀ ਐ ਭੰਡ ਨਿੰਮੀ ਐ, ਭੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ। ਪਰ ਇਹ ਤਿਉਹਾਰ ਆਪਾਂ ਨੂੰ ਤਾਂ ਨਹੀਂ ਵਧੀਆ ਲੱਗਦਾ, ਐਵੇਂ ਨਾ ਕਿਉਂ, ਮੈਂ ਵੀ ਬਣਾਈਆਂ ਪਰ ਉਹਨਾਂ ਦਾ ਮਾਣ ਰੱਖਣ ਲਈ। ਪਰ ਕਾਰਨ ਹੁੰਦਾ ਹੈ ਵੀ ਇਹ ਤਿਉਹਾਰ ਬੰਦੇ ਦਾ ਦਿਲ ਤੋੜਦਾ, ਕਿਉਂਕਿ ਜਿਨ੍ਹਾਂ ਭੈਣਾਂ ਕੋ ਵੀਰ ਨਹੀਂ ਨਾ ਹੈਗੇ, ਉਹਨਾਂ ਦਾ ਦਿਲ ਜ਼ਰੂਰ ਟੁੱਟਦਾ ਹੈ ਕਿ ਸਾਡਾ ਵੀ ਅੱਜ ਹੁੰਦਾ ਅਸੀਂ ਬੰਨ੍ਹਦੇ। ਤੇ ਨਾਲੇ ਜੇ ਭੈਣ ਦੀ ਰੱਖੜੀ ਨੇ ਰਾਖੀ ਕਰਨੀ, ਹੁਣ ਕੋਈ ਭੈਣ DSP ਹੈ, ਕੋਈ SHO ਲੱਗੀ ਹੈ, ਕੋਈ DJP ਲੱਗੀ ਹੈ, ਤਾਂ ਉਹ ਤਾਂ ਸਾਰੇ ਜ਼ਿਲ੍ਹੇ ਦੀ ਰਾਖੀ ਕਰ ਰਹੀ ਹੈ ਨਾ, ਫਿਰ ਉਹਦੀ ਰਾਖੀ ਕੌਣ ਕਰੇਗਾ। ਤੋ ਐਸੀ ਬਾਤ ਨਹੀਂ ਹੁੰਦੀ। ਗੁਰੂ ਕੇ ਸਿੱਖਾਂ ਤੋਂ ਚਲੋ ਜਿਹੜੀ ਚੀਜ਼ ਪ੍ਰਚਲਿਤ ਹੋ ਜੇ ਵੱਖਰੀ ਗੱਲ ਹੈ, ਪਰ ਸਿੱਖ ਦੀ ਰੱਖਿਆ ਕੋਈ ਧਾਗਾ ਨਹੀਂ। ਕੌਣ ਕਰਦਾ ਏ? ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ। ਚੌਕੀ ਚੌਗਿਰਦ ਹਮਾਰੇ, ਚੌਕੀ ਚੌਗਿਰਦ ਹਮਾਰੇ, ਚੌਕੀ ਚੌਗਿਰਦ ਹਮਾਰੇ, ਚੌਕੀ ਚੌਗਿਰਦ ਹਮਾਰੇ। ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ। ਜੋ ਪ੍ਰਭ ਕੋ ਮਿਲ ਬੂਝ ਹੈ, ਜੋ ਪ੍ਰਭ ਕੋ ਮਿਲ ਬੂਝ ਹੈ, ਜੋ ਪ੍ਰਭ ਕੋ ਮਿਲ ਬੂਝ ਹੈ, ਜੋ ਪ੍ਰਭ ਕੋ ਮਿਲ ਬੂਝ ਹੈ। ਖੋਜ ਸ਼ਬਦ ਮੈਂ ਲੇਹ, ਖੋਜ ਸ਼ਬਦ ਮੈਂ ਲੇਹ, ਖੋਜ ਸ਼ਬਦ ਮੈਂ ਲੇਹ, ਖੋਜ ਸ਼ਬਦ ਮੈਂ ਲੇਹ। ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ। ਚੌਕੀ ਚੌਗਿਰਦ ਹਮਾਰੇ, ਚੌਕੀ ਚੌਗਿਰਦ ਹਮਾਰੇ, ਚੌਕੀ ਚੌਗਿਰਦ ਹਮਾਰੇ, ਚੌਕੀ ਚੌਗਿਰਦ ਹਮਾਰੇ। ਭਾਵਨਾ ਵਾਲਿਓ, ਤੁਹਾਡੀ ਜ਼ੁਬਾਨ ਪਵਿੱਤਰ ਹੋਈ ਹੈ। ਮੇਰੇ ਪਾਤਸ਼ਾਹ ਕਿਸੇ ਨੂੰ ਮੰਦਾ ਨਹੀਂ ਬੋਲਦੇ, ਪਿਆਰ ਕਰਦੇ। ਗੁਰੂ ਨਾਨਕ ਸਾਹਿਬ ਨੇ ਜਨੇਊ ਤਾਈਓ ਨਹੀਂ ਪਵਾਇਆ ਸੀ। ਮਹਾਰਾਜ ਕਹਿੰਦੇ ਮੇਰੀ ਕੌਮ ਫਿਰ ਧਾਗਿਆਂ 'ਚ ਹੀ ਰਹਿ ਜਾਏਗੀ।
ਇਸ ਕਰਕੇ ਆਪਣੀ ਕੌਮ ਨੂੰ ਅਸਲੀ ਸ਼ਬਦ ਦਿੱਤਾ ਕਿ ਜਿਸ ਵਾਹਿਗੁਰੂ ਨੇ ਮਾਂ ਦੇ ਪੇਟ ਵਿੱਚ 9 ਮਹੀਨੇ ਰੱਖਿਆ, ਹੁਣ ਉੱਥੇ ਕੋਈ ਧਾਗਾ ਨਹੀਂ, ਕੁਛ ਨਹੀਂ ਆ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਕਹਿੰਦੇ ਢਿੱਡ ਦੇ ਵਿੱਚ ਕਿੰਨੀ ਅੱਗ ਹੈ ਜਿਹੜੀ ਆਪਣਾ ਖਾਧਾ ਪੀਤਾ 25-15 ਮਿੰਟ 'ਚ ਸਵਾਹ ਕਰ ਦਿੰਦੀ, ਤੇ ਜਿੰਨੇ 9 ਮਹੀਨੇ ਇੱਕ ਪਿਆਰੇ ਬੱਚੇ ਨੂੰ ਉੱਥੇ ਰੱਖਿਆ ਉਹਨੂੰ ਫਿਰ ਦੁਨਿਆਵੀ ਤੌਰ ਤੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਇਹ ਭਰਮ ਦੇ ਪਰਦੇ ਮਾਰੇ ਖੋਲਦੇ ਰਹੇ ਪਰ ਪਿਆਰ ਨਾਲ। ਹੁਣ ਇਹੋ ਹੀ ਕਥਾ ਤੁਹਾਨੂੰ ਮੈਂ ਫਸ ਕੇ ਸੁਣਾਈ, ਤੁਸੀਂ ਸੁਣ ਲਈ, ਥੋੜਾ ਜਿਹਾ ਗੁੱਸੇ ਨਾ ਹੁੰਦੇ ਅੱਧਿਆਂ ਉੱਠ ਕੇ ਤੁਰ ਪੈਣਾ ਸੀ। ਆਖੋ ਸਭ ਤਰੀਕਾ ਹੁੰਦਾ ਕੋਈ। ਬਾਬਾ ਜੀ ਕਹਿੰਦਾ ਤੇ ਪੰਡਤਾਂ ਨੂੰ ਗਾਲੀ ਵੀ ਕੱਢ ਸਕਦਾ ਵੀ ਭਾਜੋ ਇੱਥੋਂ, ਤੁਸੀਂ ਮੇਰੇ ਧਾਗਾ ਬੰਨਣ ਆਏ ਡੰਡਾ, ਪਰ ਬਾਬੇ ਨੇ ਇੱਕ ਵਾਰੀ ਸਾਰਿਆਂ ਨੂੰ ਬਹਿਨਤਾ, ਖੀਰਾਂ ਖੂਰਾਂ ਬਣ ਗਈਆਂ, ਪੂੜੇ ਬਣ ਗਏ। ਜਦੋਂ ਸਾਰੀ ਤਿਆਰੀ ਹੋ ਗਈ ਤੇ ਫਿਰ ਹੌਲੀ ਜੀ ਜਦੋਂ ਪਾਉਣ ਲੱਗੇ ਮਹਾਰਾਜ ਕਹਿੰਦੇ ਪਵਾ ਲੈਨੇ ਆ, ਥੋੜੀਆਂ ਜਿਹੀਆਂ ਗੱਲਾਂ ਕਰ ਲਈਏ ਤੁਹਾਡੇ ਨਾਲ। ਕਾਰਨ ਸੀ ਮੇਰੇ ਬਾਪੂ ਨੂੰ ਪਤਾ ਸੀ ਵੀ ਠੱਗਾਂ ਦੀ ਦੁਨੀਆ ਏ, ਭੋਲੇ ਭਾਲੇ ਸਿੱਖਾਂ ਨੂੰ ਲੁੱਟ ਲੈਣਗੇ। ਅੱਜ ਵੀ ਪਿਆਰਿਓ ਜਿਹੜੇ ਜੰਤਰ ਜੋਤਿਸ਼ ਦੇ ਨਾਲ ਜੁੜ ਗਏ ਨਾ, ਬਹੁਤ ਕੁਝ ਇਸ ਚੀਜ਼ ਨੇ ਨੁਕਸਾਨ ਕੀਤਾ। ਕਿਉਂਕਿ ਆਪਣਾ ਜਦੋਂ ਜਨਮ ਹੋਇਆ ਸੀ ਉਦੋਂ ਆਪਾਂ ਨੰਗੇ ਆਏ ਸੀ। ਇਹੀ ਸਰਮੱਦ ਨੇ ਕਿਹਾ ਸੀ ਜਾਮਾ ਮਸਜਿਦ ਲਾਗੇ ਜਦੋਂ ਕਤਲ ਕੀਤਾ, ਔਰੰਗਜ਼ੇਬ ਕਹਿੰਦਾ ਤੂੰ ਕੱਪੜੇ ਕਿਉਂ ਨਹੀਂ ਪਾਉਂਦਾ? ਕਹਿੰਦਾ ਕਿਉਂ? ਜਿੱਦਣ ਮੇਰੀ ਮਾਂ ਨੇ ਜੰਮਿਆ ਸੀ ਮੈਂ ਕੱਪੜੇ ਪਾ ਕੇ ਆਇਆ ਸੀ, ਨੰਗਾ ਆਇਆ ਸੀ। ਕਹਿੰਦੇ ਤੂੰ ਸ਼ੁਕਰ ਕਰ, ਤੇਰੇ ਪਾਪ ਤੇਰੇ ਕੱਪੜਿਆਂ ਥੱਲੇ ਰੱਬ ਨੇ ਢੱਕਿਆ, ਤੈਨੂੰ ਮਹਿੰਗੀਆਂ ਪੁਸ਼ਾਕਾਂ ਪਵਾਈਆਂ, ਪਰ ਯਾਦ ਰੱਖੀ ਜਿੰਨੇ ਮਰਜ਼ੀ ਕੱਪੜੇ ਪਾ ਲਾ ਪਾਪ ਨਹੀਂ ਢੱਕੇ ਜਾਣੇ। ਪਾਪ ਤੇ ਦਰਗਾਹ ਦੇ ਵਿੱਚ ਨੰਗੇ ਹੋਣੇ ਐ। ਆਪਾਂ ਪਾਪ ਕੋਈ ਕੀਤਾ ਹੀ ਨਹੀਂ, ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਨਾ ਮੇਰੇ ਮਨ 'ਚ ਕੋਈ ਮੈਲ ਹੈ, ਇਸ ਕਰਕੇ ਆਪਾਂ ਨੰਗੇ ਆਏ ਤਾਂ ਨੰਗੇ ਰਹਿੰਦੇ। ਇਸੇ ਤਰ੍ਹਾਂ ਬਾਬਾ ਬੀਰਮਦਾਸ ਜੀ ਬਧੌਸ਼ੀ ਵਾਲੇ ਮਹਾਂਪੁਰਖ ਹੋਏ, 321 ਸਾਲ ਉਹਨਾਂ ਦੀ ਉਮਰ ਹੋਈ ਹੈ, ਉਹ ਵੀ ਨੰਗੇ ਰਹਿੰਦੇ ਸੀ। ਜਿੰਨੇ ਲਾਗੇ ਜਾਣਾ ਉਹਨਾਂ ਪੱਥਰ ਮਾਰਨੇ ਵੱਟੇ, ਤੇ ਜਿਨ੍ਹਾਂ ਨੂੰ ਪਤਾ ਸੀ ਰਮਜ ਦਾ ਫਕੀਰ ਦੀ ਦਾ, ਉਹ ਬੜਾ ਕੁਝ ਲੈ ਗਏ। ਜਿੱਥੋਂ ਕਾਰ ਸੇਵਾ ਆਰੰਭ ਹੋਈ ਨਾ ਬਾਬਾ ਜਗਤਾਰ ਸਿੰਘ ਹੋਣਾ ਤੋਂ ਪਹਿਲਾਂ, ਬਾਬਾ ਹਰਬੰਸ ਸਿੰਘ ਦਿੱਲੀ ਵਾਲੇ, ਬਾਬਾ ਗੁਰਮੁਖ ਸਿੰਘ ਜੀ ਸਭ ਤੋਂ ਪਹਿਲਾਂ ਬਹੁਤ ਵੱਡੀ ਨੌਕਰੀ ਕਰਦੇ ਸੀ ਬਾਬਾ ਗੁਰਮੁਖ ਸਿੰਘ। ਉਸ ਵਕਤ 70-75 ਹਜ਼ਾਰ ਦੀ ਨੌਕਰੀ ਤੇ ਪਿਆਰ 'ਚ ਛੱਡਤੀ, ਤੇ ਮਹਾਂਪੁਰਖਾਂ ਦੀ 12 ਸਾਲ ਸੇਵਾ ਕੀਤੀ ਸੀ। ਉਸ ਵੇਲੇ ਬਾਬਾ ਜੀ ਨੇ ਫਿਰ ਆਖਰੀ ਪਰਖ ਪਾਤੀ ਬਹੁਤ ਵੱਡੀ। ਕਹਿੰਦੇ ਗੁਰਮੁਖ ਸਿਆਂ ਤੇਰੇ ਘਰ ਕੌਣ ਕੌਣ ਹੈ? ਕਹਿੰਦੇ ਇੱਕ ਮੇਰੀ ਘਰ ਵਾਲੀ, ਇੱਕ ਮੇਰੀ ਬੇਟੀ ਆ। ਕਹਿੰਦੇ ਜਾ ਲੈ ਕੇ ਆ। ਲੈ ਆਇਆ ਤੇ ਮਹਾਂਪੁਰਖ ਕਹਿੰਦੇ ਤੂੰ ਇਹਨਾਂ ਦੇ ਪਰਦੇ ਢੱਕਦਾ ਫਿਰਦਾ, ਕਿੰਨੇ ਕੁ ਢੱਕ ਲੇਗਾ? ਇੱਦਾਂ ਕੱਪੜੇ ਲਾ ਇਹਨਾਂ ਦੋਵਾਂ ਦੇ। ਤੇ ਸਾਰੇ ਲੋਕਾਂ ਦਾ ਰੰਗ ਉੱਡ ਗਿਆ। ਤੇ ਗੁਰਬਾਣੀ ਕਹਿੰਦੀ ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ, ਇਹੋ ਤੇ ਮਾਂ ਕਰੜੀ ਹੋਰ ਕੀ ਹੈ? ਕਹਿੰਦੇ ਕੱਪੜੇ ਲਾ ਇਹਨਾਂ। ਸਾਰੇ ਕਹਿੰਦੇ ਗੁਰਮੁਖ ਸਿਆਂ ਪਾਗਲ ਹੈ, ਪੜ੍ਹਿਆ ਲਿਖਿਆ ਹੋ ਕੇ ਇਸ ਨੰਗੇ ਸਾਧੂ ਦੇ ਮਗਰ ਲੱਗਾ, ਕੀ ਲੈਣਾ ਹੀ? ਮਨ ਡੋਲੇ ਵੀ ਪਰ ਆਖਿਆ ਨਹੀਂ, 12 ਸਾਲ ਗਵਾਚ ਜਾਣੇ। ਆਪਣੀ ਪਤਨੀ ਦਾ ਦੁਪੱਟਾ ਚੁੱਕਣ ਲੱਗਾ ਤੇ ਮਹਾਂਪੁਰਖ ਕਹਿੰਦੇ ਓਏ ਇਹ ਕੀ ਕਰਨ ਲੱਗਾ? ਪਰਖ ਪਾਸ ਹੋ ਗਿਆ ਨਾ, ਕਿਉਂਕਿ ਕਰੜੀ ਪਾਈ ਸੀ। ਆਪਣੇ ਵਰਗਾ ਹੁੰਦਾ ਤੇ ਵੱਟੇ ਮਾਰ ਕੇ ਜਾਂਦਾ, ਸੋਚ ਨੈਗੇਟਿਵ ਹੈ। ਤੇ ਉਸ ਵੇਲੇ ਮਹਾਂਪੁਰਖ ਕਹਿੰਦੇ ਛੱਟ ਪਰੇ, ਇਹਨਾਂ ਕਹਿ ਕੇ ਤੇ ਮਹਾਂਪੁਰਖ ਝਾੜੀ ਓਲੇ ਬਹਿ ਗਏ। ਮਗਰ ਗਏ ਤੇ ਮਹਾਂਪੁਰਖੋ ਮੁੱਖ ਕਾਤੋਂ ਮੋੜ ਲਿਆ? ਤੇ ਬਾਬਾ ਜੀ ਨੇ ਫਿਰ ਮੁੱਖ ਕਰਕੇ ਹੱਸੇ, ਕਹਿੰਦੇ ਗੁਰਮੁਖ ਸਿਆਂ ਤੂੰ ਸਾਨੂੰ ਲੁੱਟ ਲਿਆ, ਅੱਜ ਤੂੰ ਜਿੱਤ ਗਿਆ, ਤੇਰੀ 12 ਸਾਲ ਦੀ ਥਾਏ ਪੈ ਗਈ, ਉਰੇ ਆ ਕੁਛ ਦਈਏ। ਤੇ ਮਹਾਂਪੁਰਖਾਂ ਮਿੱਟੀ 'ਚ ਹੱਥ ਮਾਰਿਆ, ਮੋਹਰੀ ਵਾਲਾ ਰੁਪਈਆ ਇਹਦੇ ਝੋਲੀ ਕਰ। ਝੋਲੀ 'ਚ ਪਾ ਕੇ ਕਹਿੰਦੇ ਜਾ ਗੁਰਮੁਖ ਸਿਆਂ ਕਾਰ ਸੇਵਾ ਸ਼ੁਰੂ ਕਰ ਦੇ, ਤੈਨੂੰ ਗੁਰੂ ਰਾਮਦਾਸ ਉਡੀਕਦੇ, ਜਾ ਹਰਿਮੰਦਰ ਸਾਹਿਬ ਜਾ ਕੇ ਝਾੜੂ ਫੜ ਲਾ। ਕਹਿੰਦੇ ਬਾਬਾ ਜੀ ਮੈਨੂੰ ਕੋਈ ਜਾਣਦਾ ਨਹੀਂ, ਨਾਲੇ 1 ਰੁਪਈਏ ਨਾਲ ਸੇਵਾ ਥੋੜਾ ਚੱਲਣੀ ਹੈ। ਮਹਾਰਾਜ ਕਹਿੰਦੇ ਰੁਪਈਆ ਵੱਡਾ ਕਿ ਗੁਰੂ ਰਾਮਦਾਸ ਦਾ ਘਰ ਵੱਡਾ? ਕਹਿੰਦੇ ਜੀ ਗੁਰੂ ਰਾਮਦਾਸ ਦਾ ਘਰ ਵੱਡਾ। ਕਹਿੰਦੇ ਫਿਰ ਰੁਪਈਏ ਵਾਧੂ ਹੋ ਜਾਣੇ ਐ, ਜਾ ਚੱਲ ਜਾ, ਨਾਲੇ ਤੂੰ ਲੋਕਾਂ ਤੋਂ ਕੀ ਲੈਣਾ? ਜਿਹਨੂੰ ਗੁਰੂ ਰਾਮਦਾਸ ਜਾਣਨ ਲੱਗ ਪੈਣ ਉਹ ਲੋਕੀ ਆਪੇ ਹੀ ਜਾਣ ਲੈਂਦੇ ਆ। ਉਸ ਵੇਲੇ ਬਾਬਾ ਗੁਰਮੁਖ ਸਿੰਘ ਜੀ ਨੇ ਉਹ ਮੋਹਰੀ ਵਾਲਾ ਰੁਪਈਆ ਚੁੱਕਿਆ ਤੇ ਝਾੜੂ ਫੜ ਲਿਆ। ਮਹਾਂਪੁਰਖ ਕਹਿੰਦੇ ਝਾੜੂ ਫੇਰੀ ਪਰਿਕਰਮਾ 'ਚ ਉੱਥੇ ਪੱਤੇ ਨਹੀਂ ਤੇ ਡਾਲਰ ਪੌਂਡ ਡਿੱਗਣੇ ਆ ਗਏ। ਉੱਥੋਂ ਸੇਵਾ ਸ਼ੁਰੂ ਹੋਈ ਸੀ ਤੇ ਪਤਾ ਹੀ ਨਹੀਂ ਲੱਗਾ ਕਿੰਨੇ ਕਰੋੜਾਂ ਅਰਬਾਂ ਦਾ ਮਹਾਂਪੁਰਖਾਂ ਦੇ
ਗੁਰੂ ਘਰ ਬਣਾਤੇ, ਇਤਿਹਾਸ ਬਣਾਤਾ, ਪੁੱਜੇ ਹੋਏ ਗਾਂ ਹੌਲੀ ਹੌਲੀ ਨਿਗਰ ਗਿਆ ਕੰਮ ਸਾਰੇ ਪਾਸੇ। ਮੈਂ ਉਸ ਪਾਸੇ ਨਹੀਂ ਜਾਣਾ। ਜਿੰਨੇ ਵੀ ਪਹਿਲੇ ਮਹਾਂਪੁਰਖ ਸੀ ਇਸ ਮਹਾਂਪੁਰਖ ਨੇ ਵਰਸਾਏ ਹੈ। ਇਹਨੂੰ ਕਹਿੰਦੇ ਆ ਜੇ ਗੁਰ ਝਿੜਕੇ ਤਾਂ ਮੀਠਾ ਲੱਗੈ, ਬਖਸ਼ੇ ਗੁਰ ਵਡਿਆਈ। ਜੇ ਗੁਰੂ ਝਿੜਕ ਵੀ ਦਵੇ ਤੇ ਗੁੱਸਾ ਨਹੀਂ ਕਰਨਾ ਚਾਹੀਦਾ, ਵਡਿਆਈਆਂ ਹੀ ਬਖਸ਼ਦਾ ਮੇਰਾ ਸਤਿਗੁਰੂ। ਉਸ ਕਰਕੇ ਮਹਾਰਾਜ ਜੀ ਕਿਰਪਾ ਕਰਨ। ਆਓ ਸਾਧ ਸੰਗਤ ਜੀ, ਲੜੀਵਾਰ ਕਥਾ ਬੜੀ ਪਿਆਰੀ ਹੈ। ਮੇਰੇ ਬਾਬੇ ਨਾਨਕ ਦੀ ਕਥਾ ਚੱਲ ਰਹੀ। ਮੱਝਾਂ ਚਾਰਨ ਗਏ ਮਹਾਰਾਜ। ਮੇਰੇ ਪਾਤਸ਼ਾਹ ਨੇ ਤੇ ਪਸ਼ੂਆਂ ਦੇ ਗਲਾਂ 'ਚ ਸੰਗਲ ਲਵਾਤੇ ਤੇ ਆਪਣੇ ਧਾਗੇ ਕਿਉਂ ਨਾ ਲਵਾਉਣਗੇ। ਮਹਾਰਾਜ ਕਹਿੰਦੇ ਮੈਨੂੰ ਜਿਹੜਾ ਬੰਦਿਸ਼ ਵਿੱਚ ਜੀਂਦਾ ਪਸੰਦ ਨਹੀਂ ਆਉਂਦਾ। ਆਪਾਂ ਜਿੱਦਾਂ ਦੇ ਆਏ ਉੱਦਾਂ ਦੇ ਰਹਿਣਾ ਹੈ। ਹਾਂ, ਕਈ ਕਹਿ ਦਿੰਦੇ ਬਾਬਾ ਜੀ ਫਿਰ ਜੇ ਜਨੇਊ ਲਵਾਇਆ ਤੇ ਗਾਤਰਾ ਕਿਉਂ ਪਾਇਆ, ਜੇ ਧਾਗਾ ਲਵਾਇਆ ਤੇ ਕੜਾ ਕਿਉਂ ਪਾ ਛੱਡਿਆ ਜੀ ਇੰਨਾ ਭਾਰਾ। ਇਹ ਵੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਕੋਈ ਪੇਪਰ ਸੀ। ਮਹਾਰਾਜ ਨੇ ਸੌਖੇ 5 ਕਕਾਰ ਦਿੱਤੇ, ਉਹਦਾ ਕਾਰਨ ਬੜਾ ਵੱਡਾ ਏ। ਵੱਖਰੀ ਗੱਲ, ਅੱਜ ਬਹੁਤ ਸੰਗਤਾਂ ਨੇ ਅੰਮ੍ਰਿਤ ਛਕਿਆ ਪਰ 5 ਕਕਾਰਾਂ ਦੇ ਅਰਥ ਨਹੀਂ ਪਤਾ। ਇਹ ਮਹਾਰਾਜ ਨੇ ਕਿਹਾ ਦੇ ਕੇ ਕੇਸ ਦਸ਼ਮੇਸ਼ ਨੇ ਕਿਹਾ ਮੁਖੋਂ, ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ। ਕੰਗਾ ਕਰਦੇ ਸਮੇਂ ਖਿਆਲ ਰੱਖਿਓ ਕਿਤੇ ਫਿਰਨੀਆਂ ਸਿਰਾਂ ਤੇ ਆ ਰਹੀਆਂ ਨੇ। ਕੜਾ ਆਖਦਾ ਚੋਰੀ ਜਾਰੀ ਘਾਤ ਨੂੰ ਲਾਈ ਨਾ ਹੱਥ, ਕਹੇ ਕਿਰਪਾਨ ਕੱਟ ਕਾਮ ਕ੍ਰੋਧ ਲੋਭ ਹੰਕਾਰ ਕੋ, ਕਸ਼ ਕਹੇ ਜਤੀ ਰਹੇ ਤਿਆਗ ਪਰਨਾਰ ਕੋ। ਇਹ ਮਹਾਰਾਜ ਨੇ ਬੇੜੀਆਂ ਲਾਈਆਂ। ਕੜਾ ਜਦੋਂ ਬੰਦੇ ਨੇ ਪਾਇਆ ਤੇ ਰਿਸ਼ਵਤ ਲੈਣ ਲੱਗਾ ਤੇ ਕੜਾ ਕਹਿੰਦਾ ਨਾ ਇਹ ਕੰਮ ਨਹੀਂ ਕਰਨਾ। ਆ ਹੱਥ ਕਿਸੇ ਗਰੀਬ ਦਾ ਗਲਾ ਘੁੱਟਣ ਲੱਗਾ ਤੇ ਕੜਾ ਕਹੂਗਾ ਰੁਕ ਜਾ। ਬੰਦਾ ਕੋਈ ਨਸ਼ਾ ਸੇਵਨ ਕਰਨ ਲੱਗਾ ਹੱਥ ਦੇ ਨਾਲ ਤੇ ਕੜਾ ਕਹੇਗਾ ਮੈਨੂੰ ਦਿੱਤਾ ਕਿਸੇ ਨੇ। ਇਹ ਕੀ ਹੈ? ਇਸੇ ਕਰਕੇ ਸ੍ਰੀ ਸਾਹਿਬ ਕੱਲੀ ਕੱਲੀ ਚੀਜ਼ ਮਹਾਰਾਜ ਨੇ ਹੱਥ ਘੜੀ ਮਾੜੀ ਕਿ ਤੈਨੂੰ ਚੇਤਾ ਆ ਜੇ। ਜਿੱਦਾਂ ਆਪਣੇ ਬੱਚੇ ਨਵੇਂ ਨਵੇਂ ਜਾਂਦੇ ਨਾ 2 ਨੰਬਰ 'ਚ ਅਮਰੀਕਾ, ਤੇ ਉੱਥੇ ਬੌਂਡ ਪੈ ਕੇ ਤੇ ਇੱਕ ਕੜਾ ਪਾਉਂਦੇ ਉਹ ਗਿੱਟੇ ਨੂੰ। ਉਹ ਕਈਆਂ ਦੇ ਪੈਂਦਾ ਕਈਆਂ ਦੇ ਨਹੀਂ ਪੈਂਦਾ। ਜਿਨ੍ਹਾਂ ਦੇ ਬੱਚੇ ਗਏ ਉਹ ਕੜਾ ਇਸੇ ਕਰਕੇ ਪਾਇਆ ਹੁੰਦਾ ਵੀ ਇਹ ਬੰਦਾ ਕਿੱਥੇ ਜਾਂਦਾ, ਕੀ ਕਰਦਾ, ਕਿੰਨੇ ਘੰਟੇ ਕੰਮ ਕਰਦਾ, ਸਰਕਾਰ ਦੀ ਨੌਲੇਜ ਵਿੱਚ ਰਵੇ। ਜਦੋਂ ਬੰਦੇ ਦਾ ਵਧੀਆ ਜੀਵਨ, ਵਧੀਆ ਉਹਦੀ ਸ਼ੈਲੀ 2 ਸਾਲ 3 ਸਾਲ, ਫਿਰ ਉਹ ਆਪਣੇ ਆਪ ਹੀ ਉਹ ਕੜਾ ਲੈਂਦੇ PR ਦੇ ਦਿੰਦੇ ਹੈ। ਇਹਦਾ ਕਾਰਨ ਮਹਾਰਾਜ ਨੇ ਆਖਿਆ 5 ਕਕਾਰ ਧਾਰਨ ਕਰੀ, ਤੇ ਜਦੋਂ ਧਾਰਨ ਕਰ ਲੇਗਾ ਪੱਕਾ ਹੋ ਜਾਏਗਾ ਫਿਰ ਮੈਂ ਦਰਗਾਹ 'ਚ ਥਾਂ ਦੇ ਦੂੰਗਾ। ਮਹਾਰਾਜ ਨੇ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ। ਉਹ ਸਾਹਿਬ ਮੈਂ ਇੱਥੋਂ ਤੱਕ ਕਹਿਤਾ ਤੂੰ ਪੱਗ ਸਾਂਭ ਲਈ, ਜਿੱਦਣ ਤੇਰਾ ਸੰਸਕਾਰ ਹੋਇਆ ਤੈਨੂੰ ਮੈਂ ਸਾਂਭ ਲੂੰ। ਕਿੱਡੀਆਂ ਵੱਡੀਆਂ ਦਾਤਾਂ ਦਿੱਤੀਆਂ। ਸੋ ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਸਭ ਦੇ ਸੰਗਲ ਭਰਮ ਕੇ ਪਰਦੇ ਸਤਿਗੁਰ ਖੋਲੇ। ਦੁਨੀਆ ਨੂੰ ਤਾਰਨ ਆਏ ਮੇਰੇ ਗੁਰੂ ਨਾਨਕ ਸਾਹਿਬ ਜੀ ਮੱਝਾਂ ਚਾਰਦੇ ਹਨ। ਬਿਰਦੁਲ ਹਰਿਤ ਜੇ ਤਨ ਤ੍ਰਿਣ ਨਵੀਨਾ, ਕਹਿੰਦੇ ਕੋਮਲ ਸੁੰਦਰ ਹਰਿਆ ਘਾਹ ਹੈ। ਮੇਰੇ ਗੁਰੂ ਨਾਨਕ ਦੀਆਂ ਨਜ਼ਰਾਂ ਦੇ ਨਾਲ ਹੀ ਹਰਿਆ ਹੋ ਜਾਂਦਾ। ਕੋ ਸਤਨਾਮ ਜੀ। ਮੇਰਾ ਬਾਬਾ ਨਾਨਕ ਮਤੇ ਬੈਠਾ ਤੇ ਪਿੱਪਲ ਹਰਿਆ ਹੋ ਗਿਆ ਸੁੱਕਾ। ਸਿੱਖਾ ਤੂੰ ਵੀ ਆ ਕੇ ਬਹਿ ਜਾ ਕਰ। ਕਿਤੇ ਗੁਰੂ ਗ੍ਰੰਥ ਸਾਹਿਬ ਤੋਂ ਡਰ ਬੜਾ ਲੱਗਦਾ ਅੱਜ ਸਿੱਖਾਂ ਨੂੰ। ਬਹੁਤ ਘੱਟ ਸੰਗਤ ਹੈ ਜਿਹੜੀ ਮਹਾਰਾਜ ਦੇ ਕੋਲ ਬਹਿੰਦੀ, ਨਹੀਂ ਤੇ ਮੱਥਾ ਟੇਕ ਕੇ ਤੁਰ ਜਾਈਦਾ। ਆਪਾਂ ਘਰੇ ਵੀ ਬਾਣੀ ਆਰੰਭ ਕਰਾਈ ਹੋਵੇ ਤੇ 5 ਮਿੰਟ ਤੋਂ ਵੱਧ ਨਹੀਂ ਬਹਿੰਦੇ। ਇੱਕ ਵਾਰੀ ਕਿਰਪਾ ਕਰਿਓ ਜੀ ਮੇਰੇ ਗੁਰੂ ਸਾਹਿਬ ਜਿੱਥੇ ਬਾਬਾ ਪੈਰ ਧਰੇ ਪੂਜਾ, ਜਿੱਥੇ ਮੇਰਾ ਬਾਬਾ ਜਾਂਦਾ ਰਿਹਾ ਧਰਤੀ ਹਰੀ ਹੋ ਗਈ। ਕਹਿੰਦੇ ਸਿੱਖਾ ਤੂੰ ਵੀ ਹਰਿਆ ਹੋ ਜਾਣਾ। ਬਾਣੀ ਕਹਿੰਦੀ ਸੇ ਜੰਤ ਪਏ ਹਰੀਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ। ਸੇ ਜੰਤ ਪਏ ਜਿਨੀ ਮੇਰਾ ਸਾ ਧਰਤੀ ਪਈ ਹਰ। ਸਾਰੇ ਪੜੋ ਜੀ। ਜਿੱਥੇ ਮੇਰਾ ਸਤ ਜਿੱਥੇ ਮੇਰਾ ਸਤਿਗੁਰ ਬੈਠਾ, ਸਾ ਧਰਤੀ ਪਈ ਹਰਿਆਵਲੀ। ਜਿੱਥੇ ਮੇਰਾ ਸਤਿਗੁਰ ਬੈਠਾ, ਸੇ ਜੰਤ ਪਏ ਹਰਿਆਵਲੀ। ਜਿਨੀ ਮੇਰਾ ਸਤਿਗੁਰ ਦੇਖਿਆ।
ਕਹਿੰਦੇ ਉਹ ਸਿੱਖ ਸੰਗਤਾਂ ਵੀ ਹਰੀਆਂ ਹੋ ਗਈਆਂ। ਕਈ ਵਾਰੀ ਤੇ ਇੰਨਾ ਆਨੰਦ ਆਉਂਦਾ ਜੀ ਕਰਦਾ ਮਹਾਰਾਜ ਦੇ ਕੋਲੋਂ ਉੱਠ ਗਈ ਨਾ, ਇੱਥੇ ਹੀ ਰਹਿ ਪਈਏ ਦਿਨੇ ਰਾਤ ਮਹਾਰਾਜ ਸਾਹਿਬ ਦੇ ਚਰਨਾਂ ਦੇ ਵਿੱਚ। ਦੇਖ ਚਿਰਾਗ ਹੈ ਦਾਨੀ ਦੀਨਾ। ਕਹਿੰਦੇ ਮੇਰੇ ਪਾਤਸ਼ਾਹ ਮਹਾਰਾਜ ਜੀ ਦੋ ਮੱਝਾਂ ਚਾਰਦੇ ਐ, ਏਦਾਂ ਲੱਗਦਾ ਬਹੁਤ ਵੱਡਾ ਦਾਨੀ ਹੋਵੇ, ਕੋਈ ਦਾਨ ਕਰਨ ਵਾਲਾ ਹੋਵੇ, ਜਿੱਧਰ ਦੀ ਲੰਘਦਾ ਤਾਰੀ ਜਾ ਰਿਹਾ ਹੈ। ਜਬ ਬਾਸੁਰ ਜੁਗ ਜਾਮ ਬਿਤਿਉਤਾ। ਕਹਿੰਦੇ ਇੱਕ ਦਿਨ ਨਾ ਦੁਪਹਿਰ ਦਿਨ ਬਤੀਤ ਹੋ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਪਸ਼ੂਆਂ ਨੂੰ ਚਾਰ ਰਹੇ ਹਨ। ਮਾਰ ਕੰਡ ਕੀ ਚੰਡ ਦੇਵਤਾ। ਔਰ ਕਹਿੰਦੇ ਉਧਰ ਸੂਰਜ ਦੇਵਤਾ ਵੀ ਬੜੇ ਸਿਖਰਾਂ ਤੇ ਹੈ। ਅੱਜ ਉਹਨੇ ਵੀ ਦਿਲੋਂ ਭਾਵਨਾ ਬਣਾਈ ਹੈ ਕਿ ਬਾਬੇ ਨਾਨਕ ਦਾ ਦਰਸ਼ਨ ਕਰਨਾ ਹੀ ਕਰਨਾ। ਜਿੱਦਾਂ ਪੰਜਵੇਂ ਗੁਰੂ ਅਰਜਨ ਸਾਹਿਬ ਦੇ ਬਾਬਤ ਲਿਖਿਆ ਨਾ, ਜਦੋਂ ਤਤੀ ਤਵੀ ਤੇ ਬੈਠੇ ਸੀ ਮੇਰੇ ਬਾਪੂ, ਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਸੀਸ ਦੇ ਵਿੱਚ ਰੇਤਾ ਪੈ ਰਹੀ, ਤਵੀ ਲਾਲ ਸੁਰਖ ਹੈ, ਲੱਕੜਾਂ ਵੀ ਤੱਤੀਆਂ, ਚੰਦੂ ਵੀ ਤੱਤਾ, ਮੁਰਤਜਾ ਵੀ ਤੱਤਾ, ਦੀਵਾਨ ਵੀ ਤੱਤੇ। ਉੱਥੇ ਇੱਕ ਸ਼ਾਇਰ ਨੇ ਆਖਿਆ, ਕਹਿੰਦੇ ਸੂਰਜਾ ਤੂੰ ਹੀ ਤਰਸ ਕਰ ਲੈਂਦਾ, ਕਹਿੰਦਾ ਬਾਕੀ ਦੇ ਸਾਰੇ ਗਰਮ ਸੀ, ਤੂੰ ਵੀ ਅੱਜ ਹੀ ਨਿਕਲਣਾ ਸੀ, ਕਿਤੇ ਬੱਦਲ ਬੁੱਦਲ ਥੱਲੇ ਲੁਕ ਜਾਂਦਾ। ਉੱਥੇ ਬੜਾ ਸੋਹਣਾ ਦੋ ਸਤਰਾਂ ਲਿਖੀਆਂ, ਕਹਿੰਦੇ ਸ਼ਾਇਰ ਆਖਦਾ ਭੈੜਿਆ ਸੂਰਜਾ ਹੋਏ, ਦੋ ਪਲ ਛਾਂ ਤੇ ਗੁਰਾਂ ਤੇ ਕੀ ਲੋੜ ਸੀ ਅੱਗ ਭਰਾਵਣੇ ਦੀ, ਕਿਸੇ ਬਦਲੀ ਦੇ ਥੱਲੇ ਵੜ ਜਾਂਦਾ। ਹੁਣ ਭਾਵਨਾ ਵੇਖੋ ਸਿੱਖੋ, ਅਸੀਂ ਤੇ ਕਿਤੇ ਮੱਸਿਆ ਪੁੱਛਦੇ ਰਹਿੰਦੇ ਪੁੰਨਿਆ ਸੰਗਰਾਂਦ ਵੀ ਕਿਤੇ ਗੁਰਦੁਆਰੇ ਜਾਣਾ, ਤੇ ਮੱਸਿਆ ਦਾ ਕੀ ਮਤਲਬ ਹੋਇਆ? ਸੰਗਰਾਂਦ ਤੇ ਜਾਣਾ, ਆਪਾਂ ਰੋਟੀ ਨਹੀਂ ਰੋਜ਼ ਖਾਂਦੇ। ਮਾਰੇ ਕਹਿੰਦੇ ਅਣਦਿਨ ਸਾਹਿਬ ਸੇਵੀ ਹੈ, ਰੋਜ਼ ਮਹਾਰਾਜ ਦੇ ਦਰਸ਼ਨ ਕਰਿਆ ਕਰੋ। ਸੰਗਤ ਦੇ ਅੰਤ ਛਡਾਏ, ਸੁਣ ਸੁਣ ਮੇਰੀ ਕਾਮਣੀ। ਆ ਕਾਮਣੀ ਦੇਹ ਨੂੰ ਕਿਹਾ, ਕਹਿੰਦੇ ਜਿਹੜੇ ਸੰਗਤ ਵਿੱਚ ਆ ਕੇ ਬਹਿੰਦੇ ਆ ਨਾ ਚੌਂਕੜਾ ਮਾਰ ਕੇ, ਆ ਸਾਡੀ ਸਾਰੀ ਦੇਹ ਜਿਹੜੀ ਪਵਿੱਤਰ ਹੁੰਦੀ ਆ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ। ਇਹ ਸਰੀਰ ਬੜਾ ਭਲਾ ਕਰਮ ਕਰਕੇ ਮਿਲੇ, ਸੋਹਣੇ ਨੈਣ ਨਕਸ਼। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਇੱਕ ਦਿਨ ਤੈਨੂੰ ਵਾਰ-ਵਾਰ ਨਹੀਂ ਮਿਲਣਾ। ਤੋ ਮੇਰੇ ਪਾਤਸ਼ਾਹ ਮਹਾਰਾਜ ਨੂੰ ਉਹ ਕਵੀ ਕਹਿੰਦੇ ਸੂਰਜਾ ਤਰਸ ਕਰ ਓਏ, ਤਰਸ ਕਰ, ਤਰਸ ਕਰ। ਉਹ ਅੱਗੋਂ ਕਹਿੰਦਾ ਮੇਰੀ ਵੀ ਸੁਣ ਲਾ ਕਿ ਰੌਲਾ ਹੀ ਪਾਈ ਜਾਵੇਗਾ। ਹੁਣ ਸੂਰਜ ਕੀ ਕਹਿੰਦਾ? ਸੂਰਜ ਆਖਦਾ ਸੁਣ ਓਏ ਸ਼ਹਿਰਾ, ਸੂਰਜ ਆਖਦਾ ਸੁਣ ਓਏ ਸ਼ਹਿਰਾ, ਮੌਕਾ ਮਿਲਿਆ ਸੀ ਮਸਾਂ ਦੀਦਾਰ ਵਾਲਾ, ਤੂੰ ਕਹਿਣਾ ਏ ਬਦਲੀ ਥੱਲੇ ਲੁਕ ਜਾਵਾਂ, ਓਏ ਮੁਖ ਵੇਖਣ ਵਾਲਾ ਈ ਕਰਤਾਰ ਵਾਲਾ। ਕਿੰਨਾ ਭੇਜ ਕੇ ਉਹ ਕਹਿੰਦਾ ਮੈਂ ਤੇਰਾ ਦਰਦ ਸਮਝਦਾ ਏ, ਤੂੰ ਮੈਨੂੰ ਕਹਿਣਾ ਕਿਤੇ ਲੁਕ ਜਾ। ਪਰ ਕਹਿੰਦੇ ਅੱਜ ਜਿਹੜਾ ਰੂਪ ਤਤੀ ਤਵੀ ਤੇ ਬਹਿ ਕੇ ਗੁਰੂ ਅਰਜਨ ਸਾਹਿਬ ਦੇ ਚਿਹਰੇ ਦਾ ਸੀ, ਮੈਂ ਚਾਹ ਕੇ ਵੀ ਨਹੀਂ ਲੁਕ ਸਕਦਾ ਸੀ, ਕਿਉਂਕਿ ਮੇਰਾ ਵੀ ਅੰਦਰ ਭਾਵਨਾ ਦੇ ਨਾਲ ਪਾੜਦਾ ਸੀ ਕਿ ਅੱਜ ਇਹ ਚਿਹਰਾ ਦੁਬਾਰਾ ਵੇਖਣ ਨੂੰ ਨਹੀਂ ਮਿਲਣਾ। ਇਹ ਭਾਵਨਾ ਹੈ ਸਾਧ ਸੰਗਤ ਜੀ। ਦੁਨਿਆਵੀ ਤੌਰ ਤੇ ਵੀ ਤੁਸੀਂ ਕਿਸੇ ਨੂੰ ਮੁਹੱਬਤ ਕਰੋ, ਉਹ ਚਿਹਰਾ ਤੁਹਾਨੂੰ ਨਜ਼ਰ ਆਵੇ ਤੇ ਸਕੂਨ ਮਿਲਦਾ। ਜਿਹਨੂੰ ਨਹੀਂ ਉਹਨੂੰ ਕੋਈ ਮਤਲਬ ਨਹੀਂ। ਇਸ ਕਰਕੇ ਕਦੇ ਗੁਰੂ ਨੂੰ ਜਿਹੜੇ ਸਿੱਖ ਪਿਆਰ ਕਰਦੇ ਉਹ ਕਹਿੰਦੇ ਇੱਕ ਘੜੀ ਨਾ ਮਿਲਤੇ, ਕਿਤੇ ਇੱਕ ਦੋ ਦਿਨ ਛੁੱਟੀ ਹੋ ਜੇ ਤੇ ਮਨ ਚ ਆਉਂਦਾ ਵੀ ਜਿਵੇਂ ਮਰ ਗਏ ਹੁੰਨੇ ਐ, ਕੁਝ ਗਵਾਚ ਗਿਆ ਹੁੰਦਾ। ਮੇਰੇ ਪਿਆਰ ਵਾਲੀ ਸੰਗਤ ਚ ਬੈਠੇ ਅੰਦਰ ਇੱਕ ਪਿਆਰ ਆਉਂਦਾ ਤੇ ਬੰਦਾ ਕਹਿੰਦਾ ਵੀ ਮੇਰੇ ਕੋਲੋਂ ਨਹੀਂ ਆਇਆ ਗਿਆ, ਇਹਨੂੰ ਪਿਆਰ ਕਹਿੰਦੇ ਐ। ਤੂੰ ਮੇਰੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਦੇ ਮਾਲਕ ਨੂੰ ਸ਼ਾਇਰ ਨੂੰ ਅੱਗੋਂ ਜਵਾਬ ਮਿਲਿਆ, ਸੂਰਜ ਆਖਦਾ ਸੁਣ ਸ਼ਾਇਰਾ ਓਏ, ਮੌਕਾ ਮਿਲਿਆ ਸੀ ਮਸਾਂ ਦੀਦਾਰ ਵਾਲਾ, ਤਤੀ ਤਵੀ ਤੇ ਭਾਣੇ ਵਿੱਚ ਲੀਨ ਹੋਇਆ, ਚਿਹਰਾ ਵੇਖਣੀ ਵਾਲਾ ਸੀ ਦਤਾਰ ਵਾਲਾ। ਇਸੇ ਤਰ੍ਹਾਂ ਹੁਣ ਸੂਰਜ ਸਿਖਰ ਤੇ ਆ। ਮੇਰੇ ਬਾਬੇ ਨਾਨਕ ਦਾ ਚਿਹਰਾ ਬੜਾ ਸੋਹਣਾ ਹੈ। ਹੁਣ ਜਿਹਨੂੰ ਰੱਬ ਨੇ ਸੋਹਣੀ ਸੂਰਤ ਦਿੱਤੀ ਹੈ, ਭਾਵੇਂ ਕਿੰਨਾ ਵੀ ਸਾਧ ਸੰਗਤ ਮਾਫ ਕਰ ਦਿਓ, ਮੈਂ ਬੱਚਾ ਏ,
ਤੁਸੀਂ ਵੀ ਮੇਰੇ ਭੈਣ ਭਰਾਓ ਆਪਾਂ ਜ਼ਿੰਦਗੀ 'ਚ ਵਿਚਰਦੇ, ਕਿਤੇ ਬੱਸ ਗੱਡੀ ਟ੍ਰੇਨ 'ਚ ਜਾਂ ਬਾਜ਼ਾਰ 'ਚ ਜਾਂ ਗੁਰੂ ਘਰੇ ਕੋਈ ਕਿਸ ਦਾ ਸੋਹਣਾ ਚਿਹਰਾ ਹੋਵੇ ਨਾ, ਜ਼ਰੂਰੀ ਨਹੀਂ ਵੀ ਮੈਲ ਨਾ ਹੀ ਵੇਖਣਾ ਹੈ, ਪਰ ਇੱਕ ਵਾਰੀ ਹਰ ਕੋਈ ਉਹਦੇ ਵੱਲ ਵੇਂਦਾ ਜ਼ਰੂਰ ਹੈ। ਉਹ ਵੱਖਰੀ ਗੱਲ ਹੈ ਵੀ ਕੋਈ ਪਰਦੇ 'ਚ ਵੇਖੇ ਜਾਂ ਕੋਈ ਮੈਂ ਸਪੀਕਰ 'ਚ ਦੱਸ ਦੇਣਾ, ਗੱਲ ਇੰਨੀ ਕੀ ਹੈ, ਕੋਈ ਪਰਦੇ ਨਾ ਵੇਖਦਾ ਜਿਹਨੂੰ ਮਾਰੇ ਕਹਿੰਦੇ ਚੁੱਪ ਹੈ ਚੁੱਪ ਨਾ ਹੋਵੇ ਹੀ। ਕਹਿੰਦੇ ਬਾਹਰੋਂ ਭਾਵੇਂ ਤੂੰ ਇਦਾਂ ਅੱਖਾਂ ਮੀਟ ਲਾ, ਲੋਕਾਂ ਸਾਹਮਣੇ ਬੋਲਣਾ, ਪਰ ਤੇਰਾ ਅੰਦਰ ਤੇ ਬੋਲ ਹੀ ਪਿਆ। ਤੇ ਮਹਾਰਾਜ ਅੰਦਰ ਹੀ ਵੇਂਦੇ ਆ, ਬਾਹਰ ਬੂਰ ਨੂੰ ਨਹੀਂ ਵੇਂਦੇ। ਮਹਾਰਾਜ ਕਹਿੰਦੇ ਮੰਨ ਲਓ ਬੰਦਾ ਇਦਾਂ ਬੈਠਾ, ਸਮਾਧੀ ਵੇਖਣ ਵਾਲੇ ਨੇ ਕਹਿਣਾ ਬੜਾ ਬੰਦਾ ਜੁੜਿਆ। ਹੁਣ ਮਹਾਰਾਜ ਕਹਿੰਦੇ ਬਗਲ ਜਿਉਂ ਸਮਾਧ ਲਾਵੇ ਮਾਇਆ ਰੇ ਧਾਰੀ। ਇਹ ਬਗਲਾ ਵੀ ਜਦੋਂ ਕਹਿੰਦੇ ਇਦਾਂ ਸਮਾਧੀ ਲਾਉਂਦਾ ਨਾ, ਕਿ ਜਦੋਂ ਆਪਾਂ ਕੱਦ ਕਰੀਦਾ ਜਿਮੀਂਦਾਰ, ਤੇ ਬਗਲਾ ਐਨ ਸ਼ਾਂਤ ਹੋ ਜਾਂਦਾ, ਜਿਹਨੂੰ ਬਾਣੀ ਨੇ ਬਗਲੇ ਦੀ ਸਮਾਧੀ। ਹੁਣ ਵੇਖਣ ਵਾਲਾ ਕੀ ਕਹੂ ਵੀ ਬਗਲਾ ਭਗਤੀ ਕਰਨ ਦਿਆ, ਪਤਾ ਉਦੋਂ ਲੱਗਦਾ ਜਦੋਂ ਡੱਡੀ ਸਬੂਤੀ ਨਿਗਾਹ ਜਾਂਦਾ। ਐਸੇ ਵੀ ਮਹਾਰਾਜ ਕਹਿੰਦੇ ਮਹਾਰਾਜ ਦੇ ਅੱਗੇ ਆ ਕੇ ਬਹਿੰਦੇ ਬਗਲੇ ਭਗਤ ਹੈ, ਵੇਖਣ ਨੂੰ ਲੱਗਦੇ ਬੜੇ ਜੁੜੇ ਆ, ਬੜੇ ਭਾਵਨਾ ਵਾਲੇ, ਪਤਾ ਬਾਅਦ ਚ ਲੱਗਦਾ ਤਾਂ ਕੱਖ ਵੀ ਨਹੀਂ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੁੱਪੈ ਚੁੱਪ ਨਾ ਹੋਵੇ। ਮੈਂ ਬੜੇ ਵੇਖੇ ਜਿਹੜੇ ਬਾਹਰੋਂ ਚੁੱਪ ਨੇ, ਅੰਦਰ ਭੜਥੂ ਪਿਆ। ਇਹਦੇ ਨਾਲੋਂ ਚੰਗਾ ਵੀ ਜਿਹੜੀ ਹੋਵੇ ਉਹਨੂੰ ਕਹਿ ਦੇਣਾ ਚਾਹੀਦਾ ਇਹਨੂੰ ਬਾਹਰ ਕੱਢੋ, ਕਿਉਂਕਿ ਬਾਹਰ ਬੁਖਾਰ ਨਿਕਲ ਜੇ ਤੇ ਫਿਰ ਸਹੀ ਹੈ, ਜੇ ਅੰਦਰੇ ਰਵੇ ਤੇ ਹੱਡੀਆਂ ਖਾ ਜਾਂਦਾ। ਡਾਕਟਰ ਵੀ ਕਹਿੰਦਾ ਨਾ ਤੇਰੇ ਅੰਦਰ ਬਿਮਾਰੀ ਹੈ, ਬਾਹਰੋਂ ਠੰਡਾ ਏ, ਉਹ ਥਰਮਾਮੀਟਰ ਕੀ ਹੁੰਦਾ ਉਹਦੇ 'ਚ ਵੀ ਨਹੀਂ ਆਉਂਦਾ, ਪਰ ਅੰਦਰੇ ਅੰਦਰ ਬਿਮਾਰੀ ਖਾਈ ਜਾਂਦੀ, ਇਹਨੂੰ ਅੰਦਰੋਂ ਦਵਾਈ ਨੇ ਕੱਢਣਾ। ਤੇ ਗੁਰਬਾਣੀ ਕਥਾ ਕੀਰਤਨ ਸਾਡੇ ਅੰਦਰ ਦੀਆਂ ਗੱਲਾਂ ਬਾਹਰ ਕਢਾਉਂਦੀ। ਜਦੋਂ ਅੰਦਰੋਂ ਬਾਹਰ ਨਿਕਲ ਆਵੇ ਨਾ, ਫਿਰ ਬੰਦਾ ਸੁਰਖਰੂ ਹੋ ਜਾਂਦਾ। ਜਿਹੜਾ ਅੰਦਰ ਅੰਦਰ ਹੀ ਰੱਖੇ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਰੋਗੀ ਹੋ ਜਾਏਗਾ। ਗੁੱਸਾ ਮਨ ਨਾ ਹੰਡਾਇਆ ਨਾ ਕਰ, ਇਹਨੂੰ 2 ਮਿੰਟ ਆਇਆ ਤੇ ਜੋ ਵੀ ਦਿਲ 'ਚ ਹੈਗਾ ਅਗਲੇ ਦੇ ਮੂਹਰੇ ਰੱਖ ਤੇ ਸੁਰਖਰੂ ਹੋ ਜਾ। ਸਿੱਧੀ ਗੱਲ, ਪੰਜਾਬੀ ਦੇ 2 ਅੱਖਰ ਹੈ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਸੁੰਦਰੀ ਇੰਨੇ ਹੈ। ਇਹ ਸੂਰਜ ਸਿਖਰ ਤੇ ਚੜ ਕੇ ਆ ਗਿਆ। ਕਵੀ ਰਾਜ ਜੀ ਕਹਿੰਦੇ ਮਾਰ ਤੰਡ ਕੀ ਚੰਡ ਦੇਵਤਾ। ਕਹਿੰਦੇ ਸੂਰਜ ਦੇਵਤਾ ਜੀ ਵੀ ਕਹਿੰਦੇ ਅੱਜ ਨਾਨਕ ਨੂੰ ਵੇਖਣਾ ਹੀ ਵੇਖਣਾ, ਅੱਜ ਮਹਾਰਾਜ ਦੇ ਦੀਦਾਰ ਕਰਨੇ। ਇੱਕ ਵਾਰੀ ਕਿਰਪਾ ਕਰਿਓ ਜੀ, ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਕੀਤੇ ਸੀ, ਅੱਜ ਉਹ ਤਰਸਦੀਆਂ। ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਕੀਤੇ ਸੀ, ਅੱਜ ਉਹ ਤਰਸਦੀਆਂ। ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਤੇ ਸਾਨੂੰ ਵੀ ਦੇ ਦਿਓ, ਕਿਤੇ ਧਾਰਨਾ ਪੜ੍ਹਦੇ ਕਥਾ ਕਰਦੇ ਹੀ ਨਾ ਰਹਿ ਜਾਈਏ। ਸੁਪਨੇ ਵਿੱਚ ਤੁਸਾਂ ਮਿਲੇ ਸਾਨੂੰ, ਅਸੀਂ ਤਾਂ ਗਲ ਵਕੜੀ ਪਾਈ। ਨਿਰਾ ਨੂਰ ਤੁਸੀਂ ਹੱਥ ਨਾ ਆਏ, ਤੇ ਸਾਡੀ ਕੰਬਦੀ ਰਹੀ ਕਲਾਈ। ਭਾਈ ਵੀਰ ਸਿੰਘ ਕਹਿੰਦੇ ਮੈਨੂੰ ਮਿਲਿਆ ਸੀ ਬਾਪੂ, ਜਿਹਨੂੰ ਪ੍ਰੇਮ ਕਰੀਏ ਸੁਪਨੇ 'ਚ ਆ ਜੇ ਤੇ ਸਵੇਰ ਨੂੰ ਪੈਰ ਹੀ ਨਹੀਂ ਥੱਲੇ ਲੱਗਦਾ। ਘਰ ਦੇ ਵੀ ਕਹਿੰਦੇ ਕੀ ਹੋਇਆ ਅੱਜ ਬੜਾ ਪੈਰ ਉੱਠਦਾ, ਕਹਿੰਦੇ ਦੱਸਣ ਵਾਲੀ ਗੱਲ ਨਹੀਂ, ਪਿਆਰ ਹੈ ਨਾ। ਸੁਪਨੇ ਦੇ ਵਿੱਚ ਮਾਂ ਨੂੰ ਪੁੱਤ ਮਿਲ ਪਏ, 10 ਸਾਲ ਹੋ ਗਏ ਬਾਹਰ ਗਏ ਨੂੰ, ਉਸ ਮਾਂ ਦਾ ਚਿਹਰਾ ਬਦਲ ਜਾਂਦਾ। ਪਿਆਰ ਹੀ ਐਸਾ। ਭੈਣ ਨੂੰ ਵੀਰ ਚੇਤੇ ਆ ਜੇ, ਸੁਪਨੇ 'ਚ ਆ ਕੇ ਮਿਲ ਜੇ ਭਾਵੇਂ 2 ਮਿੰਟ, ਉਹਨੂੰ ਖੁਸ਼ੀਆਂ ਚੜ ਜਾਂਦੀਆਂ। ਪ੍ਰੇਮੀ ਨੂੰ ਪਿਆਰਾ ਮਿਲ ਜੇ, ਬੁਲਬੁਲ ਨੂੰ ਅੰਬੀ ਮਿਲ ਜੇ, ਮੋਰ ਨੂੰ ਬੱਦਲ ਮਿਲ ਜੇ, ਪਪੀਹੇ ਨੂੰ ਬੂੰਦ ਮਿਲ ਜੇ, ਮੱਛੀ ਨੂੰ ਨੀਰ ਮਿਲ ਜੇ, ਪਤੰਗੇ ਨੂੰ ਲਾਟ ਮਿਲ ਜੇ, ਚਾਅ ਤਾਂ ਚੜ੍ਹਦਾ ਹੀ ਹੈ। ਭਾਈ ਵੀਰ ਸਿੰਘ ਕਹਿੰਦੇ ਮੈਨੂੰ ਰਾਤੀ ਮਿਲਿਆ ਸੀ ਤੇ ਹਜੇ ਗੱਲਾਂ ਹੀ ਕਰਨ ਲੱਗੀ ਤੇ ਮੈਂ ਸੋਚਿਆ ਵੀ 2 ਮਿੰਟ ਮੈਂ ਨਾਲ ਲੱਗ ਜਾ, ਮੋਹੇ ਕਬ ਗੱਲ ਲਾਵਾਂਗੇ, ਪਰ ਕਹਿੰਦੇ ਇੰਨਾ ਮੌਕਾ ਹੀ ਨਹੀਂ ਮਿਲਿਆ। ਮੈਂ ਤਕੜਿਆ ਹੋ ਕੇ ਰੋਕਿਆ ਵੀ 2-4 ਮਿੰਟ ਰੁਕ ਜੇ, ਪਰ ਕਹਿੰਦੇ ਉਹ ਨੂਰ ਸੀ, ਮੇਰੀ ਕਲਾਈ ਘੁੱਟੀ ਰਹਿ ਗਈ, ਉਹ ਵਿੱਚੋਂ ਨਿਕਲ ਕੇ ਆ ਗਿਆ। ਤੋ ਇੱਥੇ ਕਵੀ ਜੀ ਕਹਿੰਦੇ ਅੱਜ ਸੂਰਜ ਦੇਵਤਾ ਵੀ ਚਾਅ ਕਰਕੇ ਆਏ ਵੀ ਖੁਦ ਰੱਬ। ਇੱਕ ਬਾਣੀ ਆਉਂਦੀ ਵੀ ਸੂਰਜ, ਇੱਕ ਭਾਈ ਵੀਰ ਸਿੰਘ ਦਾ ਨਜ਼ਮ ਬੜਾ ਪਿਆਰਾ ਵਿਸਰਿਆ ਮੈਨੂੰ, ਕਹਿੰਦੇ ਫੁੱਲ ਖਿੜਿਆ ਸੀ ਤੇ ਫੁੱਲ ਨੂੰ ਕੋਈ ਤੋੜਨ ਲੱਗਾ, ਉਹ ਕਹਿੰਦੇ ਡਾਲੀ ਨਾਲ ਨਾ ਤੋੜ ਸਾਨੂੰ, ਅਸੀਂ ਹੱਟ ਮਹਿਕਦੀ। ਕਹਿੰਦੇ ਉਹ ਟਾਹਣੀ
ਫੁੱਲ ਕਹਿੰਦਾ ਮੈਨੂੰ ਕੱਟੀ ਨਾ। ਉਹ ਕਹਿੰਦਾ ਤੂੰ ਮੈਨੂੰ ਸੋਹਣਾ ਬੜਾ ਲੱਗਦਾ, ਤੈਨੂੰ ਮੈਂ ਲੈ ਜਾਣਾ ਹੈ। ਕਹਿੰਦਾ ਨਹੀਂ ਤੂੰ ਮੈਨੂੰ ਨਾ ਕੱਟ, ਮੈਂ ਟਾਹਣੀ ਨਾਲ ਜੁੜਿਆ। ਟਾਹਣੀ ਨੂੰ ਕੱਟਣ ਲੱਗਾ, ਟਾਹਣੀ ਕਹਿੰਦੀ ਨਾ ਵੇੜਿਆ ਮੈਂ ਤਣੇ ਨਾਲ ਜੁੜੀ ਐ। ਤਣੇ ਨੂੰ ਕੱਟਣ ਲੱਗਾ, ਕਹਿੰਦਾ ਨਾ ਸੱਜਣਾ ਮੈਂ ਜੜ੍ਹਾਂ ਨਾਲ ਜੁੜਿਆ ਏ। ਜੜ੍ਹਾਂ ਕੱਟਣ ਲੱਗਾ ਤੇ ਕਹਿੰਦੀਆਂ ਨਾ ਵੇ ਵੀਰਾ ਮੈਂ ਧਰਤੀ ਨਾਲ ਜੁੜੀਆਂ ਏ। ਧਰਤੀ ਨੂੰ ਪੁੱਛਿਆ, ਉਹ ਕਹਿੰਦੀ ਮੇਰੇ ਪੱਲੇ ਕੋਈ ਨਹੀਂ, ਮੈਂ ਪਾਣੀ ਨਾਲ ਜੁੜੀ ਐ। ਪਾਣੀ ਨੂੰ ਪੁੱਛਿਆ, ਉਹ ਕਹਿੰਦਾ ਸੂਰਜ ਨਾਲ ਜੁੜਿਆ ਏ, ਕਿਉਂਕਿ ਉਹ ਖਿੱਚਦਾ ਸਮੁੰਦਰ ਚੋਂ ਮੀਂਹ ਪੈਂਦਾ ਤੇ ਮੇਰੀ ਪੈਦਾਵਾਰ ਹੁੰਦੀ। ਸੂਰਜ ਕੋ ਗਏ। ਕਿੱਡੀ ਲੰਮੀ ਸੋਚ ਭਾਈ ਸਾਹਿਬ ਦੀ। ਸੂਰਜ ਨੂੰ ਆਖਿਆ ਵੀ ਤੈਨੂੰ ਨਾ ਤੋੜਾਂ। ਸੂਰਜ ਕਹਿੰਦਾ ਮੇਰੇ ਵੱਸ ਵੀ ਕੁਛ ਨਹੀਂ, ਮੇਰੇ ਪਿੱਛੇ ਵੀ ਕੋਈ ਬੈਠਾ ਜਿਹੜਾ ਮੈਨੂੰ ਲਾਈਟ ਦੇ ਰਿਹਾ। ਉਹ ਕੌਣ ਹੈ? ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਹਨੂੰ ਗੁਰੂ ਗੋਬਿੰਦ ਸਿੰਘ ਜਾਪ ਸਾਹਿਬ 'ਚ ਕਹਿੰਦੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰ। ਜਿਹੜਾ ਸੂਰਜ ਨੂੰ ਵੀ ਪਿੱਛੋਂ ਕੋਈ ਰੌਸ਼ਨੀ ਦੇ ਰਿਹਾ, ਸੂਰਜ ਗਾਂ ਦੇ ਰਿਹਾ। ਅੱਜ ਸੂਰਜ ਨੂੰ ਚਾਅ ਚੜਿਆ, ਕਹਿੰਦੇ ਮੈਨੂੰ ਰੌਸ਼ਨੀ ਦੇਣ ਵਾਲਾ ਧਰਤੀ ਤੇ ਆਇਆ। ਮਾਤ ਲੋਕ ਤੇ ਨਾਨਕ ਬਣ ਕੇ ਅੱਜ ਮੈਂ ਰੱਜ ਕੇ ਦਰਸ਼ਨ ਕਰ ਲਵਾਂ। ਸ਼ਰਮਤ ਕਛੁਕ ਹੋਏ ਕਰ ਅਸਲਾਏ। ਕਹਿੰਦੇ ਇੱਧਰ ਮਹਾਰਾਜ ਸਾਹਿਬ ਜੀ ਸਵੇਰ ਦੇ ਅੱਜ ਸੋਟਾ ਹੱਥ ਦੇ ਵਿੱਚ ਪਕੜਿਆ, ਪ੍ਰੇਮ ਦੇ ਨਾਲ ਮੱਝਾਂ ਚਾਰਦੇ ਤੇ ਮਹਾਰਾਜ ਥੱਕ ਗਏ ਹਨ। ਚਾਰਤ ਧੇਨ ਟਿਕੇ ਇਕ ਥਾਏ। ਔਰ ਕਹਿੰਦੇ ਫਿਰ ਮੱਝਾਂ ਗਾਵਾਂ ਵੀ ਦੁਪਹਿਰ ਲੱਗੀ ਤੇ ਟਿਕ ਗਈਆਂ ਨੇ। ਜਦੋਂ ਬੜੇ ਪ੍ਰੇਮ ਭਾਵਨਾ ਦੇ ਨਾਲ ਟਿਕੀਆਂ ਨੇ ਤੇ ਮੇਰੇ ਪਾਤਸ਼ਾਹ ਮਹਾਰਾਜ ਦਾ ਵੀ ਦਿਲ ਕੀਤਾ। ਮਹਾਰਾਜ ਕਹਿੰਦੇ ਚਲੋ ਆਪਾਂ ਵੀ ਝੱਟ ਟੇਕ ਲੈਨੇ ਆ, ਕਿਉਂਕਿ ਗੁਰੂ ਨਾਨਕ ਨੂੰ ਜਦੋਂ ਕੋਈ ਸਾਹਮਣੇ ਪਿਆਰ ਵਾਲਾ ਦੀਦਾ ਤੇ ਕੋਈ ਟਿਕੇ ਹੋਏ ਨੂੰ ਵੇਖ ਕੇ ਮਹਾਰਾਜ ਵੀ ਟਿਕਦੇ ਆਏ। ਜਦੋਂ ਤੁਸੀਂ ਟਿਕੋਗੇ ਤੇ ਗੁਰੂ ਤੁਹਾਡੇ 'ਚ ਟਿਕੂ। ਮੇਰੀਆਂ ਭੈਣਾਂ ਦਾਨੀਆਂ ਬੈਠੀਆਂ ਏ, ਜਿਹੜਾ ਦੁੱਧ ਜਮਾਉਣਾ ਹੋਵੇ ਉਹਨੂੰ ਟਿਕਾਉਣਾ ਪੈਂਦਾ, ਤੇ ਜੇ ਰਾਤ ਨੂੰ ਉਹਨੂੰ ਵੇਖੀ ਜਾਈਏ ਢੱਕਣ ਚੁੱਕ ਕੇ ਤੇ ਸਵੇਰੇ ਦਹੀਂ ਖਾ ਲਿਓ। ਫਿਰ ਆਖੋ ਸਤਨਾਮ ਸ੍ਰੀ। ਤੋ ਇਸ ਕਰਕੇ ਸਾਧ ਸੰਗਤ ਜੀ ਕੋਈ ਵੀ ਬੀਜ ਆਪਾਂ ਸੌਜੀ ਲਾਈ ਦੀ ਉਹਨੂੰ ਰੱਖਣਾ ਪੈਂਦਾ ਧਰਤੀ 'ਚ। ਜੇ ਰੋਜ਼ ਵੇਖੋ ਫੋਲ ਕੇ ਉਹਨੇ ਕਦੇ ਨਹੀਂ ਉੱਗਣਾ। ਜੇ ਗੁਰੂ ਨਾਨਕ ਨੂੰ ਆਪਣੇ ਵਿੱਚ ਲਿਆਉਣਾ ਚਾਹੁੰਦੇ ਜੇ ਤੇ ਚੌਂਕੜਾ ਮਾਰਨਾ ਪੈਣਾ। ਭਾਵੇਂ ਕਿਸੇ ਨੂੰ ਵੀ ਮੰਨੋ, ਦੇਵੀ ਦੇਵਤੇ ਸਤਿਕਾਰਯੋਗ ਕਿਸੇ ਨੂੰ ਵੀ ਤੁਸੀਂ ਮਿਲਣਾ ਨਾ। ਭਾਈ ਭਗੀਰਥ ਮਾਤਾ ਦੀ ਜੋਤ ਜਗਾਉਂਦਾ ਸੀ ਨਾ, ਮਾਤਾ ਦਾ ਪ੍ਰੇਮੀ ਸੀ ਤੇ ਉਹ ਜੋੜੀ ਇੰਨਾ ਗਿਆ। ਇੱਕ ਦਿਨ ਸਾਹਮਣੇ ਆ ਕੇ ਮਾਤਾ ਨਾਲ ਗੱਲਾਂ ਕੀਤੀਆਂ। ਕੋਈ ਵੀ ਚੀਜ਼ ਹੈ ਕਿਸੇ ਦੀ ਵੀ ਪੂਜਾ ਕਰੋ। ਮਹਾਂਪੁਰਖ ਕਹਿੰਦੇ ਹੁੰਦੇ ਹੈ ਨਾ, ਕਹਿੰਦੇ ਤੁਸੀਂ ਰੁੱਖ ਦੀ ਪੂਜਾ ਕਰ ਲਓ ਉਹ ਵੀ ਫਲ ਦਿੰਦਾ। ਸੇਵਾ ਏਡੀ ਤਕੜੀ ਆ, ਰੁੱਖ ਹੀ ਲਾ ਕੇ ਉਹਨੂੰ ਪਾਲ ਦਿਓ, ਜਵਾਨ ਕਰੋ, ਇੱਕ ਦਿਨ ਮਿੱਠੇ ਮਿੱਠੇ ਫਲ ਖਾਓਗੇ ਤੇ ਗੁਰੂ ਦੀ ਸੇਵਾ ਕੁਝ ਨਾ ਦਊਗੀ। ਕਰਕੇ ਤੇ ਵੇਖੋ, ਇੱਕ ਮੱਝ ਦੀ ਸੇਵਾ ਕਰ ਲਓ, ਘਰਾਂ 'ਚ ਦੁਨਿਆਵੀ ਹੈ, ਸ਼ਾਮਾਂ ਨੂੰ ਬਾਲਟੀ ਦੁੱਧ ਹੀ ਭਰ ਦਿੰਦੀ। ਕਹਿੰਦੇ ਜੇ ਦੁਨਿਆਵੀ ਚੀਜ਼ਾਂ ਸੁੱਖ ਦੇ ਸਕਦੀਆਂ ਤੇ ਤੇਰਾ ਗੁਰੂ ਕੁਛ ਨਹੀਂ ਦਊਗਾ। ਤੂੰ ਕਰਕੇ ਤਾਂ ਵੇਖ, ਇਹਦੇ ਨਾਲ ਜੁੜ ਕੇ ਤਾਂ ਦੇਖ। ਸਾਚੇ ਸਾਹਿਬਾ ਘਰ ਤਾਂ ਤੇਰਾ ਜਿਸ ਦੇਸ। ਤੂੰ ਮੇਰੇ ਪਾਤਸ਼ਾਹ ਮਾਰੇ ਕਹਿੰਦੇ ਮੈਂ ਟਿਕਿਆ ਹੋਇਆਂ ਦਾ ਯਾਰ ਐ। ਜਿਹੜੇ ਆਪਣੇ ਆਪ ਨੂੰ ਟਿਕਾ ਲੈਂਦੇ ਮੈਂ ਉਹਨਾਂ ਦੇ ਨਾਲ ਐ। ਹੁਣ ਆਪਾਂ ਤਾਂ 5 ਮਿੰਟ ਨਹੀਂ ਟਿਕ ਸਕਦੇ ਆ। ਤੁਸੀਂ ਕਰਮ ਕੀਤੇ ਜਿਹੜੇ ਆ ਕੇ ਟਿਕ ਜਾਂਦੇ ਨੇ। ਟਾਈਮ ਕਿਹਦੇ ਕੋਲ। ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਦੇ ਵਿੱਚ ਬੈਠੇ ਨੇ। ਮਹਾਰਾਜ ਸਾਹਿਬ ਜੀ ਜਦੋਂ ਬੈਠੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਮਾਧੀ ਲੱਗ ਗਈ। ਔਰ ਕਹਿੰਦੇ ਫਿਰ ਜਦੋਂ ਸਮਾਧੀ ਲੱਗੀ ਕੁਝ ਸਮਾਂ ਸਿਮਰਨ ਹੋਇਆ ਤੇ ਮਹਾਰਾਜ ਦਾ ਦਿਲ ਕੀਤਾ ਵੀ ਥੋੜਾ ਜਿਹਾ ਲੱਕ ਸਿੱਧਾ ਕਰੀਏ, ਆਰਾਮ ਕਰਨ ਵਾਸਤੇ। ਮੇਰੇ ਗੁਰੂ ਨਾਨਕ ਸਾਹਿਬ ਜੀ ਕੌਤਕ ਕਰਨ ਆਏ ਧਰਤੀ ਤੇ, ਉਹਨਾਂ ਨੂੰ ਆਰਾਮ ਦੀ ਲੋੜ ਥੋੜਾ ਕੋਈ। ਜਿਹੜੇ ਆਪ ਰਹਿਮਤ ਦੇ ਦਾਤੇ ਮੇਰੇ ਸਤਿਗੁਰੂ ਔਰ ਕਹਿੰਦੇ ਫਿਰ ਮਹਾਰਾਜ ਦਾ ਦਿਲ ਕੀਤਾ ਹੈ, ਨੀਂਦ ਆਈ ਪ੍ਰੇਮ ਨੇ। ਹੁਣ ਨੀਂਦ ਵਿੱਚ ਵੀ ਮਹਾਰਾਜ ਭਲਾ ਕਰਦੇ ਜੀ। ਤੁਹਾਨੂੰ ਪਤਾ ਪ੍ਰਸੰਗ ਅੱਗੇ ਆਉਣਾ। ਇੱਕ ਦਿਨ ਮਹਾਰਾਜ ਸੁੱਤੇ ਸੀ ਤੇ ਮਾਤਾ ਤ੍ਰਿਵਤਾ ਕਹਿੰਦੀ ਨੀ ਤੁਲਸਾ ਜਾ ਮੇਰੇ ਨਾਨਕ ਨੂੰ ਉਠਾ, ਗਰਮ ਗਰਮ ਪਰੌਂਠੇ ਖਾ ਲਿਆ। ਆਖੋ ਸਤਨਾਮ। ਤੇ ਜਦੋਂ ਤੁਲਸਾ ਗਈ ਤੇ ਬਾਬੇ ਤੇ ਚਾਦਰ ਸੀ ਚਿੱਟੀ ਤੇ ਮਹਾਰਾਜ ਨਹੀਂ ਸੌਂਦੇ ਜੇ। ਗੁਰਬਾਣੀ ਕਹਿੰਦੀ ਭੂਲੀ ਮਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਕਈ ਵਾਰੀ ਆਪਾਂ ਕਹੀਦਾ ਜੀ ਹੁਣ ਤੇ ਸੋਖਾਸਨ ਹੋ ਗਿਆ, ਹੁਣ ਤੇ ਮਹਾਰਾਜ ਸੌਂ ਗਏ ਤੇ ਤੁਸੀਂ ਲੇਟ ਹੋ ਗਏ ਆ। ਰੱਬ ਨਹੀਂ ਸੌਂਦਾ, ਕਿਉਂਕਿ ਜਿੱਦਣ ਉਹਦੀ ਅੱਖ ਲੱਗ ਗਈ ਤੇ ਆਪਣੀਆਂ ਅੱਖਾਂ ਖੋਲ ਜਾਣੀਆਂ ਜੀ। ਉਹ ਅੱਖ ਨਹੀਂ ਲਾਉਂਦਾ। ਜੇ ਅੱਖ ਉਹਦੀ ਲੱਗ ਗਈ ਤੇ ਧਰਤੀ ਨਹੀਂ ਰੁਕਣੀ। ਅਸਮਾਨ ਦੇ ਥੱਲੇ ਥੰਮੀ ਕੋਈ ਨਹੀਂ, ਥੱਲੇ ਡਿੱਗ ਪੈਣਾ। ਇਹ ਉਹ ਜਾਗਦਾ ਕਰਕੇ ਸਾਰਾ ਵਾਯੂਮੰਡਲ ਚੱਲਣ ਦਿਆ ਏ। ਉਹਦੀ ਅੱਖ ਨਹੀਂ ਲੱਗਦੀ।
ਨਾ ਉਹ ਸੌਂਦਾ ਹੀ ਹੈ। ਬਸ ਇੱਕੇ ਸਮਾਧੀ ਚੋਂ ਅਰਬਦ ਨਰਬਦ ਧੁੰਦੂਕਾਰਾ, ਉਹ ਚੋਂ ਨਿਕਲ ਕੇ ਉਹ ਫਿਰ ਜਾਗਦਾ ਹੀ ਹੈ ਤੇ ਆਪਣੇ ਸਾਹ ਚੱਲਦੇ। ਜਦੋਂ ਫਿਰ ਉਹ ਆਪਣੀਆਂ ਅੱਖਾਂ ਮੀਟਦਾ ਨਾ, ਸਾਰੀ ਧਰਤੀ ਹਿਲਾ ਕੇ ਰੱਖ ਦਿੰਦਾ। ਤੋ ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਜੀ ਸੁੱਤੇ ਪਏ ਤੇ ਤੁਲਸਾਂ ਗਈ ਬੜਾ ਪਿਆਰਾ। ਮਹਾਰਾਜ ਦਾ ਚਰਨ ਇੱਕ ਬਾਹਰ ਚਾਦਰ ਤੋਂ, ਬਾਕੀ ਸਾਰਾ ਸਰੀਰ ਚਾਦਰ ਨਾਲ ਢੱਕਿਆ। ਤੁਲਸਾਂ ਵੀ ਪ੍ਰੇਮੀ ਸੀ, ਇਹਨੇ ਦਿਲ ਕੀਤਾ ਵੀ ਚਾਦਰ ਖਿੱਚਣ ਨੂੰ, ਜਿਹਨੂੰ ਪਿਆਰ ਕਰੀਏ ਉਠਾਇਆ ਨਹੀਂ ਜਾਂਦਾ। ਛੋਟੇ ਹੁੰਦੇ ਸੀ ਨਾ ਤੇ ਮਾਤਾ ਨੂੰ ਕਹਿਣਾ ਮਾਂ ਡਿਊਟੀ ਜਾਣਾ ਸਵੇਰੇ ਉਠਾ ਦੀ, ਲੇਟ ਕਰਤਾ। ਇੱਕ ਦਿਨ ਮੈਨੂੰ ਯਾਦ ਆ ਗਈ, ਮੈਂ ਕਿਹਾ ਮਾਂ ਤੈਨੂੰ ਮੈਂ ਕਿਹਾ 4 ਵਜੇ ਡਿਊਟੀ ਉਠਾ ਦੀ, ਕਹਿੰਦੀ ਮੈਂ ਗਈ ਸੀ, ਸੁੱਤਾ ਹੀ ਨਹੀਂ, ਗੂੜੀ ਨਹੀਂ ਸੀ, ਮੇਰਾ ਦਿਲ ਹੀ ਨਹੀਂ ਕੀਤਾ। ਮੈਂ ਕਿਹਾ ਉਧਰੋਂ ਜੁਰਮਾਨਾ ਪਵਾ ਪੈ ਜਾਣਾ ਵੀ ਜਿਹੜਾ ਬੈਠਾ ਹੋਇਆ ਡਿਊਟੀ ਤੇ ਉਹ ਤਾਂ ਵੇਂਦਾ ਹੋਣਾ ਵੀ 4 ਵਾਲਾ ਆਇਆ ਨਹੀਂ ਤੇ ਤੂੰ ਮੇਰਾ ਪਿਆਰ ਵੇਖੀ ਗਈ ਹੈ। ਇਹ ਗੱਲ ਸੱਚ ਹੈ। ਕਈ ਵਾਰ ਮਾਂ ਕਹਿੰਦੀ ਰੋਟੀ ਪਾਣੀ ਬਣਿਆ, ਬੱਚਾ ਵੇਖ ਕੇ ਕਹਿੰਦੇ ਮੇਰਾ ਦਿਲ ਨਹੀਂ ਕੀਤਾ, ਬਾਅਦ ਚ ਖਾ ਲੂਗਾ, ਠਾਲ ਨੂੰ ਇਹ ਮਾਂ ਹੀ ਕਹਿ ਸਕਦੀ। ਤੇ ਉਸ ਵੇਲੇ ਤੁਲਸਾ ਨੇ ਦੇਖਿਆ ਤੇ ਚਾਦਰ ਨਹੀਂ ਦਿਲ ਕੀਤਾ। ਮਹਾਰਾਜ ਦਾ ਇੱਕ ਅੰਗੂਠਾ ਚਰਨ ਦਾ ਚਾਦਰ ਤੋਂ ਬਾਹਰ ਸੀ ਤੇ ਤੁਲਸਾ ਨੇ ਦੋਵੇਂ ਗੋਡੇ ਮੂਧੇ ਮਾਰ ਕੇ ਮੇਰੇ ਬਾਬੇ ਨਾਨਕ ਦੇ ਚਰਨ ਨੂੰ ਚੁੰਮ ਲਿਆ। ਤੇ ਜਦੋਂ ਚਰਨ ਨੂੰ ਚੁੰਮਿਆ ਲਬਾਂ ਦੇ ਨਾਲ ਉਹ ਰੱਬ ਸੀ ਤੇ ਕਪਾਟ ਖੁੱਲ ਗਏ ਤੇ ਕੀ ਵੇਖਿਆ, ਗੁਰੂ ਨਾਨਕ ਸਾਹਿਬ ਕਿਸੇ ਦਾ ਡੁੱਬਾ ਬੇੜਾ ਕੱਢਣ ਦੇ। ਉਦੋਂ ਦਾ ਕਪਾਟ ਖੁੱਲੇ, ਜਾ ਕੇ ਕਹਿੰਦੀ ਮਾਂ ਹੈ ਨਹੀਂ ਉੱਥੇ ਨਾਨਕ। ਉਹ ਕਹਿੰਦੀ ਵੀ ਮੇਰੀਆਂ ਅੱਖਾਂ 'ਚ ਫਰਕ ਕਿ ਤੇਰੀਆਂ 'ਚ, ਉਹ ਕੌਣ ਪਿਆ? ਕਹਿੰਦੀ ਮੈਨੂੰ ਨਹੀਂ ਪਤਾ, ਪਰ ਨਾਨਕ ਨਹੀਂ ਉੱਥੇ ਹੈਗਾ। ਉਹ ਕਿਸੇ ਸਿੱਖ ਦਾ ਬੇੜਾ ਤਾਰਨ ਗਿਆ। ਤੇ ਮਾਂ ਕਹਿਣ ਲੱਗੀ ਜਾ ਬਹਿ ਜਾ ਆਰਾਮ ਨਾਲ, ਤੂੰ ਵੀ ਬੋਰੀ ਹੋਈ ਹੈ, ਜਾ ਕੰਮ ਕਰ, ਮੈਂ ਉਠਾਉਣੀ ਹੈ। ਜਾ ਕੇ ਨਾਨਕ ਜੀ ਨੂੰ ਆਵਾਜ਼ ਮਾਰੀ, ਮਹਾਰਾਜ ਉੱਠੇ। ਕਹਿੰਦੇ ਪੁੱਤ ਦਿਨ ਕਿੱਥੇ ਆ ਗਿਆ, ਪ੍ਰਸ਼ਾਦਾ ਨਹੀਂ ਛਕਣਾ? ਤੇ ਕਹਿੰਦੇ ਮਾਂ ਬੜੀ ਭੁੱਖ ਲੱਗੀ, ਛਕਾ। ਕਹਿੰਦੀ ਉਹ ਵੇਖ ਤੁਲਸਾ ਨੂੰ ਭੇਜਿਆ ਤੇ ਆ ਕੇ ਕਹਿੰਦੀ ਬਾਬਾ ਬੇੜੇ ਕੱਢਦਾ। ਹੁਣ ਮਹਾਰਾਜ ਨੂੰ ਤਾਂ ਪਤਾ ਸੀ ਗੁੱਜੀ ਰਮਜ ਫਕੀਰਾ ਤੇਰੀ। ਕਹਿੰਦੇ ਮਾਂ ਇਹਨੂੰ ਨਾ ਕਿਆ ਕਰੇ ਤੇ ਕਮਲੀ ਹੈਗੀ ਆ। ਅਜੇ ਇੰਨਾ ਹੀ ਬਾਬੇ ਨੇ ਕਿਹਾ ਤੇ ਕਮਲੀ ਉਹਦੇ ਦਿਮਾਗ 'ਚ ਫਰਕ ਪੈ ਗਿਆ, ਝੱਲੀ ਹੋ ਗਈ ਸੀ। ਬਾਬੇ ਨੇ 3 ਕਮਲੀਆਂ ਕੀਤੀਆਂ ਇਤਿਹਾਸ ਵਿੱਚ। ਪਹਿਲੀ ਕਮਲੀ ਗੁਰੂ ਨਾਨਕ ਨੇ ਤੁਲਸਾ, 2 ਕਮਲੀਆਂ ਕੀਤੀਆਂ ਬਾਬੇ ਅਮਰਦਾਸ ਨੇ। ਇੱਕ ਰਾਜੇ ਦੀ ਰਾਣੀ ਆਈ ਸੀ ਘੁੰਡ ਕੱਢ ਕੇ ਮੱਥਾ ਟੇਕਣ, ਘੁੰਡ ਪ੍ਰਥਾ ਸਤੀ ਪ੍ਰਥਾ ਇਹ ਬਾਬੇ ਨੇ ਚੁਕਾਈਆਂ ਗੋਇੰਦਵਾਲ ਬਹਿ ਕੇ। ਜਿੱਥੇ ਸ਼ਾਹ ਅੱਲਾ ਜਾਰ ਵਰਗੇ ਮਹਾਂਪੁਰਖਾਂ ਨੇ ਜਾ ਕੇ ਆਖਿਆ ਬਾਬਾ ਬਹਿਣ ਜੋਗੀ ਥਾਂ ਹੀ ਦੇ ਦੇ। ਮਹਾਰਾਜ ਕਹਿੰਦੇ ਤੈਨੂੰ ਬਹਿਣ ਕੀ ਮੰਜੀ ਦੇ ਦਿੰਨੇ ਐ, ਜਿਹੜਾ ਤੇਰੀ ਕਥਾ ਸੁਣਾਇਆ ਕਰੂ, ਜਿਹੜੇ ਸੁਣਿਆ ਕਰਨਗੇ ਉਹਨਾਂ ਨੂੰ ਵੀ ਮੰਜੀਆਂ ਮਿਲ ਜਿਆ ਕਰਨਗੇ। ਇੰਨੇ ਵਰ ਦਿੱਤੇ ਮਹਾਰਾਜ ਨੇ, ਐਵੇਂ ਨਹੀਂ ਕਿਤੇ ਕਥਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਘੁੰਡ ਕੱਢਿਆ। ਪਹਿਲੇ ਕੱਢਦੇ ਹੁੰਦੇ ਸੀ ਨਾ, ਤੇ ਮਹਾਰਾਜ ਕਹਿੰਦੇ ਆਹ ਕਿਹੜੀ ਕਮਲੀ ਆ ਗਈ ਆ। ਹਜੇ ਇੰਨਾ ਹੀ ਕਿਹਾ ਤੇ ਉਹਦੇ ਦਿਮਾਗ 'ਚ ਵੀ ਨੁਕਸ। ਮਹਾਰਾਜ ਕਹਿੰਦੇ ਮੂੰਹ ਉਹ ਲੁਕਾਉਂਦਾ ਹੁੰਦਾ ਜਿਹਨੇ ਕੋਈ ਕ੍ਰਾਈਮ ਕੀਤਾ ਹੋਵੇ, ਜਿਹਨੇ ਮਾੜੇ ਕਰਮ। ਆਪਾਂ ਕਿਉਂ ਮੂੰਹ ਲੁਕਾਈਏ? ਆਪਾਂ ਗੁਰੂ ਵੱਲੋਂ ਸੱਚੇ, ਦੁਨੀਆ ਵੱਲੋਂ। ਜਿਹੜਾ ਬੰਦਾ ਸੱਚਾ ਉਹ ਮੂੰਹ ਚੁੱਕ ਕੇ ਗੱਲ ਕਰੂ। ਮੂੰਹ ਤੇ ਉਹ ਛਪਾਉਂਦੇ ਹੁੰਦੇ ਜਿਨ੍ਹਾਂ ਤੋਂ ਗਲਤੀਆਂ ਹੋਈਆਂ। ਤੋ ਮਹਾਰਾਜ ਕਹਿੰਦੇ ਧੀਆਂ ਮੇਰੀਆਂ ਤੁਸੀਂ ਰਾਜੇ ਜੰਮਣੇ, ਭਗਤ ਜੰਮਣੇ, ਸੂਰਮੇ, ਤੁਹਾਡਾ ਮੂੰਹ ਕਾਤੋਂ ਲੁਕੋਈਏ? ਮੁਸਲਮਾਨ ਬੁਰਕਾ ਪਾਉਂਦੇ। ਕਹਿੰਦੇ ਨਹੀਂ, ਮੇਰੀ ਮਾਂ ਦੇ ਮੱਥੇ ਲੱਗੀਏ, ਠੰਡ ਪੈਂਦੀ। ਮਹਾਰਾਜ ਜੋਗੀਆਂ ਨੂੰ ਕਹਿੰਦੇ ਇੱਥੇ ਕੀ ਕਰਦੇ ਹੋਏ? ਜੋਗੀ ਕਹਿੰਦੇ ਔਰਤ ਦੇ ਮੱਥੇ ਨਹੀਂ ਲੱਗਣਾ। ਤੇ ਮਹਾਰਾਜ ਕਹਿੰਦੇ ਜੰਮਿਆ ਕਿਨੇ ਤੁਹਾਨੂੰ? ਦੁੱਧ ਕਿਹਦਾ ਪੀਤਾ ਜੇ ਨਕਮਿਓ? ਮਾਂ ਦੇ ਮੱਥੇ ਲੱਗਣ ਤੋਂ ਪਰਹੇਜ। ਕੰਨਾਂ ਤੋਂ ਫੜ ਫੜ ਕੇ ਮਹਾਰਾਜ ਨੇ ਪਹਾੜਾਂ 'ਚ ਉਤਾਰ ਕੇ ਲਿਆਂਦੇ ਘਰੇ। ਚਲੋ ਕਹਿੰਦੇ ਵਿਆਹ ਕਰਾਓ, ਗ੍ਰਸਤੀ ਜੀਵਨ ਅਪਣਾਓ ਤੇ ਬੰਦਗੀ ਕਰੋ। ਹਸੰਦਿਆਂ ਖਲੰਦਿਆਂ ਪਹਿਨਦਿਆਂ ਵਿੱਚੇ ਹੋਵੇ, ਜੰਮ ਕੇ ਮਾਂ ਦੇ ਪੇਟੋਂ ਦੁੱਧ ਮਾਂ ਦਾ ਪੀ ਕੇ ਤੇ ਕਹਿੰਦੇ ਮਾਂ ਦੇ ਮੱਥੇ ਨਹੀਂ ਲੱਗਣਾ। ਕਿਉਂ ਨਹੀਂ ਲੱਗਣਾ? ਮੇਰੀਆਂ ਭੈਣਾਂ ਮਤਾਵਾਂ, ਰੱਜ ਕੇ ਵੇਖਣਾ ਸਾਡਾ ਸਭ ਕੁਝ ਇਹ ਹੈ, ਪਰ ਵੇਖਣਾ ਭਾਵਨਾ ਨਾ ਇਹਦੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ। ਤੀਜੀ ਕਮਲੀ ਕੀਤੀ ਜੁਲਾਈ, ਜਿੱਦਣ ਗਾਗਰ ਲੈ ਕੇ ਗਏ ਸੀ ਗੋਇੰਦਵਾਲੋਂ। ਤੇ ਗਾਗਰ ਰਾਤ ਦੇ 2:30 ਵਜੇ ਤੇ ਗੁਰੂ ਸਾਹਿਬ ਦਾ ਪੈਰ ਖੱਡੀ ਦੇ ਵਿੱਚ ਲੱਗਾ ਤੇ ਡਿੱਗ ਪਏ। ਗਾਗਰ ਥੱਲੇ ਵੱਜੀ, ਖਟਾਕ ਆਇਆ ਤੇ ਜਲਾਈ ਉੱਠ ਪਈ। ਜਲਾਇਆ ਕਹਿੰਦਾ ਕੌਣ ਹੈ? ਕਹਿੰਦੀ ਜੇ ਅਮਰੂ ਬੇਨਬਾ ਹੋਗਾ, ਭਟਕਤਾ ਫਿਰਤਾ ਹੈ, ਨਾ ਕਬਹੂ ਚੈਨ ਕਰਤਾ ਹੈ, ਗਵਾਰਾ ਹੋ ਤੋ ਐਸਾ ਹੋ। ਤੇ ਜਦੋਂ ਮਹਾਰਾਜ ਦੇ ਕੰਨਾਂ 'ਚ ਪਏ ਨਾ ਵੀ ਮੈਨੂੰ ਕਹਿੰਦੀ ਨਥਾਵਾ ਅਮਰੂ, ਅੱਧੀ ਰਾਤ ਗੁਰਦੁਆਰੇ ਤੁਰਿਆ ਫਿਰਦਾ, ਨਾ ਇਹਦਾ ਘਰ ਨਾ ਬੂਆ। ਕਈ ਵਾਰੀ ਬਚਨ ਸਾਨੂੰ ਵੀ ਸੁਣਨੇ ਪੈਂਦੇ ਐ। ਤੋ ਮਹਾਰਾਜ ਖੁਸ਼ੀ ਕਰੇ ਤੁਹਾਨੂੰ ਵੀ, ਮੇਰੀਆਂ ਭੈਣਾਂ ਵੀਰਾਂ ਨੂੰ ਸੁਣਨੇ ਪੈਂਦੇ ਜਿਹੜੇ ਤੜਕੇ ਸੇਵਾ ਕਰਦੇ ਜਾਂ ਇਸ ਵੇਲੇ ਵੀ ਤੁਰ ਪਈ ਗੁਰਦੁਆਰੇ।
ਬਹੁਤ ਕਲਯੁਗ ਹੈ ਨਾ। ਤੋ ਕਹਿੰਦੇ ਵੀ ਉਹੋ ਹੀ ਧੱਕੇ ਖਾਂਦਾ ਫਿਰਦਾ, ਗੁਰਦੁਆਰੇ ਘਰੋਂ ਕੱਢਿਆ ਵਾ, ਰੋਜ਼ ਤੁਰ ਪੈਂਦਾ ਗਾਗਰ ਲੈ ਕੇ। ਮਹਾਰਾਜ ਕਹਿੰਦੇ ਰੇ ਦੀਵਾਨੀ ਕਿਆ ਭਗਤੀ ਹੈ ਗੁਰੂ ਕੀ ਸ਼ਾਨ में, ਪਾਗਲ ਹੋ ਗਈ ਉਸੀ ਕਦਲ ਇਸ਼ਾਰਾ ਹੋ ਤੋ ਐਸਾ ਹੋ। ਮੇਰੇ ਬਾਬੇ ਨੇ ਆਖਿਆ ਚੱਲ ਗਏ, ਹੁਣ ਤਾਂ ਨਾ ਏਦਾਂ ਕਹਿ, ਹੁਣ ਤੇ ਮੈਂ ਗੁਰੂ ਵਾਲਾ ਬਣ ਗਿਆ। ਏਦਾਂ ਹੀ ਕਿਹਾ ਸੀ ਚੱਲ ਗਏ, ਮੈਨੂੰ ਹੁਣ ਨਾ ਕਹਿ। ਉਹਦੇ ਦਿਮਾਗ 'ਚ ਵੀ ਨੁਕਸ ਪੈ ਗਿਆ। ਸਿੱਖ ਇਤਿਹਾਸ ਕਹਿੰਦਾ 3 ਕੰਵਲੀਆਂ ਕੀਤੀਆਂ ਬਾਬੇ ਨੇ, ਪਰ ਉਹਨਾਂ ਕੰਵਲੀਆਂ ਦੇ ਵਿੱਚ ਵੀ ਰਾਜ ਸੀ। ਉਹਨਾਂ ਤੋਂ ਕੋਈ ਪਿਛਲੇ ਪਾਪ ਹੋਏ ਸੀ ਜਿਹੜਾ ਉਹਨਾਂ ਨੂੰ ਸਾਰੇ ਕਈ ਜਨਮ ਪਾਗਲਾਂ ਦੇ। ਅੱਜ ਵੀ ਤੁਸੀਂ ਚੱਲ ਜਾਓ ਪਿੰਗਲਵਾੜੇ, ਉੱਥੇ ਇੱਕ ਵਾਰੀ ਜ਼ਰੂਰ ਜ਼ਿੰਦਗੀ 'ਚ ਜਾਇਓ, ਉੱਥੇ ਪਤਾ ਲੱਗਦਾ ਵੀ ਕੀ ਬਣਦਾ। ਕਈਆਂ ਦੀਆਂ ਅੱਖਾਂ ਨਹੀਂ, ਕਈਆਂ ਦਾ ਦਿਮਾਗ ਨਹੀਂ, ਕਈਆਂ ਦੇ ਹੱਥ ਨਹੀਂ, ਲੱਤਾਂ ਨਹੀਂ, ਪ੍ਰਸ਼ਾਦਾ ਨਹੀਂ ਛਕ ਸਕਦੇ। ਜਿਹੜਾ ਉੱਥੇ ਨਹੀਂ ਗਿਆ, ਮੈਂ ਕਹਿੰਦਾ ਕਿਤੇ ਨਹੀਂ ਗਿਆ। ਇੱਕ ਵਾਰੀ ਉੱਥੇ ਜਾ ਕੇ ਆਇਓ ਤੇ ਜ਼ਿੰਦਗੀ ਬਦਲ ਜਾਣੀ ਤੁਹਾਡੀ, ਵੀ ਆਪਾਂ ਕਿੰਨੇ ਭਾਗਾਂ ਵਾਲੇ ਆ। ਆਪਾਂ ਕੀ ਵੇਖਿਆ ਜੇ, ਤਾਂ ਵੀ ਰੱਬ ਨੂੰ ਕਹੀਦਾ ਰੱਬਾ ਮੈਂ ਨਹੀਂ ਤੇਰੇ ਨਾਲ, ਤੂੰ ਮੈਨੂੰ ਆਹ ਨਹੀਂ ਦਿੱਤਾ, ਆਹ ਨਹੀਂ ਦਿੱਤਾ। ਨਹੀਂ, ਤਾਂ ਉਸ ਵੇਲੇ ਮੈਂ ਬਚਨ ਕੀਤਾ, ਤੁਲਸਾਂ ਦਾਸੀ ਵੀ ਪਾਗਲ ਹੋ ਗਈ। ਤੇ ਮਾਂ ਕਹਿੰਦੀ ਬਾਬਾ ਇਹ ਕੀ ਕੀਤਾ ਈ? ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜੋ ਕੀਤਾ ਅੱਛਾ ਹੀ ਕੀਤਾ। ਇਹਨੂੰ ਬ੍ਰਹਮ ਗਿਆਨ ਹੋ ਗਿਆ ਸੀ, ਜੇ ਇਹਨੂੰ ਬੌਰੀ ਨਾ ਕਰਦੇ ਤੇ ਇਹਨੇ ਤੇ ਲੋਕਾਂ ਦੀਆਂ ਅਗਲੀਆਂ ਪਿਛਲੀਆਂ ਦੱਸਣ ਦਾ ਪੜੀਆਂ, ਕਿਉਂਕਿ ਮਾੜੇ ਬੰਦੇ ਤੋਂ ਝੱਲਿਆ ਨਹੀਂ ਜਾਂਦਾ ਤਾਪ। ਸ਼ੇਰਨੀ ਦਾ ਦੁੱਧ ਸੋਨਾ ਦਾ ਭਾਂਡਾ ਚੱਲਦਾ ਏ। ਮਹਾਰਾਜ ਨੂੰ ਪਤਾ ਸੀ ਵੀ ਇਹਨੇ ਸਾਡਾ ਚਰਨ ਚੁੰਮ ਲਿਆ ਗੂਠਾ। ਜਿੱਦਾਂ ਮੈਂ ਤੁਹਾਨੂੰ ਕਥਾ ਸੁਣਾਈ ਸੀ, ਮਹਾਰਾਜਾ ਰਣਜੀਤ ਸਿੰਘ ਨੇ ਢੰਡੋਰਾ ਪਟਾਇਆ ਵੀ ਉਹ ਨਿਹੰਗ ਸਿੰਘ ਕੋਈ ਸਿੱਖ ਲੱਭੇ ਜਿਹਨੇ ਗੁਰੂ ਗੋਬਿੰਦ ਸਿੰਘ ਨੂੰ ਸਾਹਮਣੇ ਬਹਿ ਕੇ ਵੇਖਿਆ ਹੋਵੇ। ਇੱਕ ਬਜ਼ੁਰਗ ਨਿਹੰਗ ਸਿੰਘ ਫਰਲੇ ਵਾਲਾ ਮਿਲਿਆ ਸੀ 100 ਸਾਲ ਦੇ ਕਰੀਬ। ਮਹਾਰਾਜਾ ਰਣਜੀਤ ਸਿੰਘ ਨੇ ਤਖਤ ਸੋਨੇ ਦਾ ਢਾਹ ਕੇ ਫੁੱਲ ਵਿਛਾਤੇ ਸੀ, ਉੱਤੋਂ ਦੀ ਲਿਆ ਕੇ ਕਹਿੰਦੇ ਸੀ ਦੱਸ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਕਿੱਦਾਂ ਦਾ। ਉਹ ਕਹਿੰਦਾ ਫਿਰ ਮੈਨੂੰ ਜ਼ਿਆਦਾ ਨਾ ਬੁਲਾਈ, ਮੈਂ ਥੋੜਾ ਹੀ ਦੱਸ ਸਕਣਾ, ਹੋ ਸਕਦਾ ਮੇਰੀ ਜਾਨ ਨਿਕਲ ਜੇ। ਕਹਿੰਦਾ ਚੱਲ ਮੈਨੂੰ ਇੰਨਾ ਕੁ ਦੱਸ ਦੇ ਵੀ ਗੁਰੂ ਗੋਬਿੰਦ ਸਿੰਘ ਸੋਹਣੇ ਕਿੰਨੇ ਸੀ, ਰੰਗ ਕਿੱਦਾਂ ਦਾ ਸੀ। ਕਹਿੰਦਾ ਵੀ ਤਪਦਾ ਹੋਇਆ, ਤੜਫਦਾ ਹੋਇਆ ਲੋਹਾ ਜਿਹੜਾ ਅੱਗ ਵਾਂਗੂ ਲਾਲ ਹੋਵੇ, ਉਹਦੇ ਤੇ ਸੋਨੇ ਦੀ ਡਲੀ ਸੁੱਟ ਗਈ, ਜਦੋਂ ਉਬਲਦੀ ਵਿੱਚੋਂ ਜਿਹੜਾ ਰੰਗ ਨਿਕਲਦਾ ਉਹ ਮੇਰੇ ਪਾਤਸ਼ਾਹ ਦੇ ਚਿਹਰੇ ਦਾ ਰੰਗ ਸੀ। ਬਾਦਸ਼ਾਹ ਵੀ ਪਿਆਰ 'ਚ ਦੁਬਰਾਨਾ ਹੋ ਗਿਆ। ਕਹਿੰਦੇ ਹੋਰ ਸੁਣਾ। ਨਿਹੰਗ ਸਿੰਘ ਉੱਠ ਕੇ ਪਰਨਾ ਲੈ ਕੇ ਕਹਿੰਦਾ ਮੈਂ ਪਹਿਲਾਂ ਕਿਹਾ ਸੀ ਮੈਨੂੰ ਜ਼ਿਆਦਾ ਨਾ ਛੇੜੀ, ਨਹੀਂ ਤੇ ਮੈਂ ਦੁਨੀਆ ਤੋਂ ਰੁਖਸਤ ਹੋ ਜਾਣਾ ਏ। ਇਹ ਖਿੱਚ ਹੁੰਦੀ ਹੈ ਸਾਧ ਸੰਗਤ। ਮਾਰਨ ਨੂੰ ਪਤਾ ਸੀ ਵੀ ਇਹ ਕਮਲੀ ਇਹਨੂੰ ਸਾਰਾ ਭੇਤ ਲੈ ਗਈ ਸਾਡਾ, ਤੇ ਇਹਨੇ ਤੇ ਹੁਣ ਸਿਆਣੀ ਬਣ ਕੇ ਬਹਿ ਜਾਣਾ। ਕਿਉਂਕਿ ਜਿਹੜਾ ਬੰਦੇ ਨੂੰ ਬ੍ਰਹਮ ਗਿਆਨੀ ਤੀਜੀ ਅੱਖ 10ਵਾਂ ਦਵਾਰ ਉਹਨੂੰ ਕਹਿੰਦੇ ਆ, ਜਿਹਦੀ ਖੁੱਲ ਜੇ ਤੇ ਉਹ ਬੈਠਿਆਂ ਦੱਸ ਦੂਗਾ ਵੀ ਤੁਹਾਡੇ ਅੰਦਰ ਕੀ ਚੱਲਣ ਦਿਆ। ਇੰਨਾ ਉਹਦੇ ਅੰਦਰ ਕਿਰਪਾ ਹੁੰਦੀ। ਆਪਾਂ ਬੈਠੇ ਆ ਨਾ, ਉਹ ਮੱਥਾ ਵੇਖ ਕੇ ਦੱਸ ਦੂ ਵੀ ਕਿੱਥੋਂ ਆਇਆ ਤੂੰ, ਹੁਣ ਕਿੰਨੇ ਵਜੇ ਤੂੰ ਕੀ ਕੀਤਾ ਤੇ ਕਿੱਥੇ ਕੀ ਕੀਤਾ, ਸਭ ਦੱਸ ਦਿੰਦੇ। ਤੇ ਮਹਾਰਾਜ ਨੂੰ ਪਤਾ ਸੀ ਵੀ ਇਹਨੇ ਤੇ ਸਾਰੀ ਰਾਏ ਭੋਏ ਦੀ ਤਲਵੰਡੀ ਨੂੰ ਸਿੱਖਿਆ ਦੇਣ ਲੱਗ ਪੈਣੀ ਹੈ। ਮਹਾਰਾਜ ਨੇ ਉਹਨੂੰ ਜਰਨ ਵਾਸਤੇ ਤਾਂ ਹੀ ਕਹਿਤਾ ਸੀ। ਜਿੱਦਾਂ ਸਾਖੀ ਹੋਰ ਸੀ ਬਗਦਾਦ ਦੇ ਵਿੱਚ ਬਾਪੂ ਜੀ, ਉਹ ਜਿਹੜੀ ਬੱਚੀ ਦਾ ਨਾਂ ਸੀ ਸਲੀਮਾ, ਉਹਨੇ ਵੀ ਬਾਬੇ ਨਾਨਕ ਪਾਤਸ਼ਾਹ ਨੂੰ ਆਖਿਆ ਸੀ ਅੱਬਾ ਮੈਨੂੰ ਤੈਨੂੰ ਵੇਖ ਕੇ ਮੇਰਾ ਅੱਬਾ ਯਾਦ ਆਉਂਦਾ ਹੈ, ਜੇ ਕਹੋ ਤੇ ਮੈਂ ਤੁਹਾਡੇ ਚਰਨ ਛੂਹ ਲਾਂ। ਮਹਾਰਾਜ ਕਹਿੰਦੇ ਪਹਿਲਾਂ ਬੁਰਕਾ ਚੁੱਕ ਆਪਣਾ, ਜੇ ਮੈਨੂੰ ਪਿਓ ਕਹਿੰਦੀ ਆ ਤੇ ਫਿਰ ਚਿਹਰਾ ਕਿਉਂ ਲੁਕਾਉਣੀ ਹੈ। ਉਹਨੇ ਵੀ ਬੁਰਕਾ ਚੁੱਕ ਕੇ ਜਦੋਂ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਇਆ, ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਨਾਲ ਹੀ ਕਹਿਤਾ ਸੀ ਪੁੱਤ ਤੇਰੇ ਅੰਦਰ ਬਹੁਤ ਕੁਝ ਆ ਗਿਆ, ਇਹਨੂੰ ਸਾਂਭ ਕੇ ਰੱਖੀ, ਰੌਲਾ ਨਾ ਪਾ ਦੀ। ਫਿਰ ਉਹਨੇ ਆਪਣੇ ਘਰ ਦੇ ਨੂੰ ਆਖਿਆ ਸੀ, ਕਹਿਣ ਲੱਗੀ ਜਿਹੜਾ ਕਤਲ ਹੋਇਆ ਤੇ ਤੋਂ ਮੈਨੂੰ ਦੱਸਿਆ ਹੀ ਨਹੀਂ। ਜਾਣੀ ਗੁਰੂ ਨਾਨਕ ਦੇ ਘਰ 'ਚ ਇੰਨੀ ਅਜ਼ਮਤ ਹੈ, ਜਿਹੜਾ ਨੇੜੇ ਹੋ ਜਾਂਦਾ ਅੱਜ ਵੀ ਬਾਣੀ ਦੇ ਉਹਨੂੰ ਤੀਜੀ ਅੱਖ ਖੁੱਲ ਜਾਂਦੀ, ਉਹ ਦੱਸਣ ਲੱਗ ਪੈਂਦਾ। ਫਿਰ ਬੰਦੇ ਦੁਨੀਆਦਾਰੀ ਇਸੇ ਕਰਕੇ ਮਹਾਰਾਜ ਛੇਤੀ ਕੀਤਿਆਂ ਅਵਸਥਾ ਕਿਸੇ ਨੂੰ ਦਿੰਦੇ ਨਹੀਂ ਹੈ, ਤੇ ਜਿਹਨੂੰ ਦਿੰਦੇ ਉਹਨੂੰ ਗੁਪਤ ਕਰ ਦਿੰਦੇ। ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਹੋਣ ਨਜ਼ੀਕ ਖੁਦਾਏ ਦੇ ਭੇਤ ਨਾ, ਧੰਨ ਮੇਰੇ ਨਾਨਕ ਦੀ ਕਥਾ ਬੜੀ ਪਿਆਰੀ, ਕੀ ਕਰਾਂ ਬੜਾ ਕੁਝ ਵਿੱਚੋਂ ਨਿਕਲ ਆਉਂਦਾ, ਫਿਰ ਮੈਨੂੰ ਉੱਧਰ ਜਾਣਾ ਪੈ ਜਾਂਦਾ। ਗੁਰੂ ਪਾਤਸ਼ਾਹ ਮਹਾਰਾਜ ਦਾ ਦਿਲ ਕੀਤਾ, ਮਹਾਰਾਜ ਜੀ ਆਰਾਮ ਕਰਨ ਲੱਗੇ ਹਨ। ਸੁਗੰਧ ਸੀਤ ਬਹਿ ਪੋਨਾ, ਕਹਿੰਦੇ ਉਧਰੋਂ ਠੰਡੀ ਠੰਡੀ ਹਵਾ, ਜਿੱਦਾਂ ਅੱਜ ਮੌਸਮ ਸੀ ਨਾ ਦੁਪਹਿਰੇ ਜੇ, ਤੇ ਜਿਹੜੇ ਏਸੀਆਂ ਵਾਲੇ ਸੀ ਉਹਨਾਂ ਵੀ ਬਾਹਰ ਮੰਜੇ ਡਾਏ ਸੀ। ਬਹੁਤ ਵਧੀਆ ਗੱਲ ਹੈ। ਮੈਂ ਪਿੱਛੇ ਜੇ ਵੀ ਕਿਹਾ ਸੀ ਵੀ ਉਦਾਂ ਕਹਿੰਦੇ ਆਪਾਂ ਆਕਸੀਜਨ ਨਹੀਂ ਆਉਂਦੀ, ਸਾਹ ਘੁੱਟਦਾ, ਵੀ ਆਕਸੀਜਨ ਦਰਖਤਾਂ ਥੱਲੇ ਆਉਂਦੀ। ਬਾਪੂ ਸਾਡੇ ਬੋੜਾਂ ਪਿੱਪਲਾਂ ਥੱਲੇ ਬਹਿੰਦੇ। ਹੁਣ ਤਾਂ ਕੋਠੀ ਦੇ ਰੂਮ ਹੀ ਇੰਨੇ ਡੂੰਘੇ ਜੇ ਕਰਕੇ ਅਗਲੇ ਪਾਸੇ ਏਸੀ ਲਾਇਆ ਜਿੱਥੇ ਹਵਾ ਜਾਂਦੀ ਨਹੀਂ। ਆਕਸੀਜਨ ਰੁੱਖਾਂ ਤੋਂ ਆਉਂਦੀ ਤੇ ਰੁੱਖ ਵਿਹੜੇ 'ਚ ਕੋਈ ਨਹੀਂ, ਤੇ ਕੋਠੀ ਦਾ ਵੀ ਅਗਲਾ ਕਮਰਾ ਤੇ ਏਸੀ ਲਾਇਆ, ਨਕਲੀ ਹਵਾ ਤੇ ਹੱਡੀਆਂ ਗਾਲ ਕੇ ਰੱਖ ਦੂ। ਆਖੋ ਸਤਨਾਮ। ਤੋ ਇਸ ਕਰਕੇ ਸਾਧ ਸੰਗਤ ਤੇ ਬੜੀਆਂ ਵੱਡੀਆਂ ਗੱਲਾਂ।
ਅੱਜ ਬੜਾ ਸੋਹਣਾ ਮੌਸਮ ਸੀ, ਕਈਆਂ ਨੂੰ ਮੈਂ ਬਾਹਰ ਦੇਖਿਆ ਵਿਚਰੇ, ਮੈਂ ਕਿਹਾ ਅੱਜ ਤਾਂ ਉਹ ਵੀ ਬੈਠੇ ਜਿਹੜੇ ਕਦੇ ਦਿਸੇ ਨਹੀਂ। ਕੁਦਰਤ ਦਾ ਆਨੰਦ ਮਾਣਨਾ ਚਾਹੀਦਾ। ਤੁਸੀਂ ਆਉਣੇ ਨਾ ਗੁਰੂ ਘਰ ਦੇ ਬੜੇ ਫਾਇਦੇ ਆ। ਇੱਕ ਤਾਂ ਸੰਗਤ ਹੁੰਦੀ, ਦੂਜਾ ਸੈਰ ਹੋ ਜਾਂਦੀ, ਦੂਜਾ ਵਾਤਾਵਰਨ ਮਹਾਰਾਜ ਦਾ ਹੋ ਰਿਹਾ, ਤਾਂ ਕਿਰਪਾ ਹੀ ਕਿਰਪਾ ਜੀ। ਤੂੰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਜੀ। ਜਦੋਂ ਠੰਡੀ ਕਹਿੰਦੇ ਮੰਦ ਸੁਗੰਧ ਸੀਤ ਬੈ ਪੌਨਾ, ਹੁਣ ਜੇ ਸੂਰਜ ਦਰਸ਼ਨ ਕਰਨ ਆਇਆ ਤੇ ਹਵਾ ਨੇ ਵੀ ਚੌਰ ਕਰਨਾ ਹੀ ਹੈ। ਬਾਪੂ ਜੀ ਬੈਠੇ ਚੌਰ ਤੇ, ਪਰ ਮੇਰੇ ਨਾਨਕ ਦੀ ਲੱਗੀ ਅੱਖ, ਪਿਆਰੇ ਨੇ ਸੌਂ ਕੇ ਵੀ ਭਲੇ ਕਰਨੇ ਐ। ਇਧਰੋਂ ਕਹਿੰਦੇ ਹਵਾ ਨੇ ਸੇਵਾ ਲੈ ਲਈ, ਚੌਰ ਬਣ ਕੇ ਮਹਾਰਾਜ ਦੇ ਚਿਹਰੇ ਦੇ ਉੱਤੇ ਕੋਈ ਮੱਖੀ ਮੱਛਰ ਥੋੜਾ ਬਹਿਣ ਦਿੰਦੀ, ਹਵਾ ਚੱਲ ਪਈ ਠੰਡੀ ਪੌਣ। ਕਹਿੰਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਥੱਲੇ ਕੁਦਰਤ ਨੇ ਵਿਛਾਉਣਾ ਵਿਛਾਇਆ। ਸੰਗਤੇ ਕਿੰਨੀ ਪਿਆਰੀ ਕਥਾ। ਆਪਾਂ ਗੱਦੇ ਵਿਛਾਉਣੇ, ਕੁਦਰਤ ਦਾ ਮਾਲਕ ਕਾਦਰ ਗੁਰੂ ਨਾਨਕ ਜਦੋਂ ਮਹਾਰਾਜ ਲੰਮੇ ਪਏ ਤੇ ਉਹ ਜਿਹੜੇ ਦਰਖਤ ਥੱਲੇ ਪਏ, ਉਹਨੇ ਪਹਿਲਾਂ ਹੀ ਜਦੋਂ ਹਵਾ ਚੱਲੀ ਤੇ ਪੱਤੇ ਹੀ ਇੰਨੇ ਕੁ ਥੱਲੇ ਸੁੱਟਤੇ ਜਿਵੇਂ ਗੱਦਾ ਵਿਛਿਆ ਹੁੰਦਾ। ਮਹਾਰਾਜ ਸਾਹਿਬ ਜੀ ਪੱਤਿਆਂ ਦੇ ਉੱਤੇ ਆਰਾਮ ਕਰ ਰਹੇ ਤੇ ਉੱਤੋਂ ਹਵਾ ਨੇ ਸੇਵਾ ਸ਼ੁਰੂ ਕਰਤੀ ਚੌਰ ਸਾਹਿਬ ਦੀ। ਤਾਂ ਹੀ ਮਹਾਰਾਜ ਕਹਿੰਦੇ ਲੜਿਆ ਨਾ ਕਰੋ, ਚੌਰ ਕਰਨ ਤੋਂ ਆਰਤੀ ਕਰ। ਜਗਨਨਾਥ ਦੇ ਵਿੱਚ ਇਹੋ ਲੜਾਈ ਸੀ, ਉਹ ਆਪ ਹੀ ਅੱਗੇ ਹੁੰਦੇ ਸੀ ਤੇ ਦੂਜੇ ਤੀਜੇ ਨੂੰ ਤਾਂ ਲਾਗੇ ਨਹੀਂ ਸੀ ਆਉਣ ਦਿੰਦੇ। ਮਹਾਰਾਜ ਕਹਿੰਦੇ, ਮਹਾਰਾਜ ਨੂੰ ਕਹਿੰਦੇ ਅੰਦਰ ਆ ਜਾਓ ਆਰਤੀ ਕਰੀਏ। ਮਹਾਰਾਜ ਕਹਿੰਦੇ ਮੇਰਾ ਵੀਰ ਵੀ ਨਾਲ ਆਓ। ਕਹਿੰਦੇ ਨਹੀਂ, ਇਹ ਨਹੀਂ ਆ ਸਕਦਾ, ਇਹ ਮਰਾਸੀ ਹੈ। ਬਾਬਾ ਕਹਿੰਦਾ ਜੇ ਮੇਰਾ ਫਿਰ ਵੀਰ ਹੀ ਨਹੀਂ ਆ ਸਕਦਾ ਤੇ ਮੈਂ ਵੀ ਨਹੀਂ ਆਉਣਾ। ਪਿਆਰ ਇਹਨੂੰ ਕਹਿੰਦੇ ਸੱਚਾ, ਵੀ ਜੇ ਕਿਸੇ ਦੀ ਬਾਂਹ ਫੜੀਏ ਨਿਭਾਉਣਾ ਚਾਹੀਦਾ। ਮਹਾਰਾਜ ਨੂੰ ਕਹਿੰਦੇ ਤੁਸੀਂ ਖੱਤਰੀ ਹੋ, ਬੇਦੀ ਕੋਲ ਆ ਜਾਓ। ਮਹਾਰਾਜ ਕਹਿੰਦੇ ਹੋਵਾਂਗੇ, ਪਰ ਇਹਨੂੰ ਮੈਂ ਭਰਾ ਕਹਿ ਬੈਠਾ ਤੇ ਫਿਰ ਭਰਾ ਕਹਿ ਕੇ ਇਦਾਂ ਥੋੜਾ ਕਰਨਾ। ਮਰਦਾਨਾ ਕਹਿੰਦਾ ਬਾਬਾ ਤੂੰ ਚਲਾ ਜਾ, ਤੇਰੇ ਗੋਤੀ ਹੈ, ਤੇਰੇ ਪਿਆਰ ਵਾਲੇ, ਮੇਰਾ ਕੋਈ ਨਹੀਂ, ਮੈਂ ਬਾਹਰ ਹੀ ਗੁਜ਼ਾਰਾ ਕਰ ਲੂੰ। ਮਹਾਰਾਜ ਕਹਿੰਦੇ ਕਿਉਂ ਕਰ ਲੇਗਾ? ਇਹਨਾਂ ਨੂੰ ਅੰਦਰ ਕਰਨ ਦੇ, ਜਾ ਕੇ ਆਪਾਂ ਬਾਹਰ ਆਰਤਾ ਕਰਦੇ ਆ। ਇਹ ਆਰਤੀ ਕਰਨ ਉੱਥੇ ਮਹਾਰਾਜ ਨੇ ਆਰਤੀ ਉਚਾਰੀ ਸੀ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਕਰੇ ਸਗਲ ਬਨ ਰਾਏ ਬੁਲੰਦ ਜੋਤੀ। ਇਹ ਆਰਤੀ ਰਾਤ ਨੂੰ ਹੁੰਦੀ ਜਦੋਂ ਤਾਰੇ ਚੜ੍ਹਦੇ। ਤੇ ਕਿਤੇ 60 ਸਾਲ ਪਹਿਲਾਂ ਜਦੋਂ ਆਰਤੀ ਹੁੰਦੀ ਸੀ ਨਾ ਪਿੰਡ 'ਚ, ਸਾਰਾ ਪਿੰਡ ਆਰਤੀ 'ਚ ਸ਼ਾਮਲ ਹੁੰਦਾ ਸੀ। ਅੱਜ ਵੀ ਪਟਨਾ ਸਾਹਿਬ ਤਖਤ ਤੋਂ ਰਾਤ ਨੂੰ ਕਥਾ ਚੱਲਦੀ, ਇਤਿਹਾਸ ਦੀ ਟਾਈਮ ਟੀਵੀ ਤੇ। ਇਹ ਸਮਾਂ ਟਿਕਿਆ ਹੁੰਦਾ ਤੇ ਕਥਾ ਟਿਕਾਉਂਦੀ ਹੈ। ਇੰਨਾ ਪਿਆਰ ਸੀ ਸਾਡੇ ਦਾਦੇ ਬਾਬਿਆਂ 'ਚ, ਸਾਰੇ ਪਿੰਡ ਨੇ ਆਰਤੀ 'ਚ ਆਉਣਾ। ਫਿਰ ਰਾਤ ਨੂੰ ਕਥਾ ਸੁਣ ਕੇ ਘਰ ਨੂੰ ਜਾਣਾ। ਹੁਣ ਤੇ ਖਾ ਗਏ ਟੀਵੀ ਤੇ ਮੋਬਾਈਲ ਤੇ ਏਸੀ, ਤਬਾਹੀ ਕਰਕੇ ਰੱਖਤੀ। ਘਰੋਂ ਹੀ ਨਹੀਂ ਬਾਹਰ ਨਿਕਲਣ ਨੂੰ ਜੀ ਕਰਦਾ। 2 ਮਿੰਟ ਬਾਹਰ ਆ ਕੇ ਕਹਿੰਦੇ ਹੋਏ 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 ਹੋਏ, ਚਲੋ ਚਲੋ ਅੰਦਰ ਛੇਤੀ ਏਸੀ ਚਲਾਓ। ਉਹਨੇ ਉੱਥੇ ਹੀ ਲੈ ਬਹਿਣਾ। ਇਦਾਂ ਹੀ ਆ ਨਾ ਕਿ ਝੂਠ ਹੈ। ਤੋ ਇਸ ਕਰਕੇ ਮੇਰੇ ਪਾਤਸ਼ਾਹ ਨੂੰ ਗੱਦਾ ਵਿਛਾ ਕੇ ਦਿੱਤਾ ਰੁੱਖਾਂ ਨੇ ਤੇ ਪੱਤਿਆਂ ਨੇ ਫਿਰ ਚੌਰ ਸ਼ੁਰੂ ਕੀਤਾ। ਪਰ ਬਸਤਰ ਵਿਛਾਇਓ ਸਵੇਤਾ। ਕਹਿੰਦੇ ਹੈਰਾਨਗੀ ਦੀ ਗੱਲ ਕਵੀ ਜੀ ਕਹਿੰਦੇ ਇਦਾਂ ਲੱਗੇ ਜਿਵੇਂ ਚਾਦਰ ਵਿਛਾ ਕੇ ਕੁਦਰਤ ਨੇ ਕਾਦਰ ਨੂੰ ਲੰਮੇ ਪਾਇਆ ਹੋਵੇ। ਕੌਣ ਰਹੇ ਗੁਣ ਕਿਰਪਾਨ ਕੀਤਾ। ਕਹਿੰਦੇ ਮੇਰੇ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਜੀ ਫਿਰ ਉਸ ਆਨੰਦਮਈ ਸਰੂਪ ਦੇ ਵਿੱਚ ਲੰਮੇ ਪੈ ਗਏ। ਨੀਂਦ ਵਸ ਮਿਰਦਤ ਲੋਚਨ। ਕਹਿੰਦੇ ਹੁਣ ਕੁਦਰਤ ਕਾਦਰ ਦੇ ਨਾਲ ਜੁੜੀ ਹੋਵੇ ਤਾਂ ਸੁਖ ਦੀ ਨੀਂਦ ਆਉਂਦੀ ਹੈ। ਉਦਾਹਰਨ ਹੈ ਪਤੀ ਤੇ ਪਤਨੀ, ਦੋਹਾਂ ਦਾ ਸੱਚਾ ਪ੍ਰੇਮ ਹੋਵੇ ਨਾ, ਜ਼ਿੰਦਗੀ ਦੇ ਦੁੱਖ ਟੁੱਟ ਜਾਂਦੇ। ਮਾਫ ਕਰਿਓ ਮੈਂ ਉਦਾਹਰਨ ਦਿੱਤੀ ਹੈ। ਗੁਰਬਾਣੀ 'ਚ ਵੀ ਬਾਪੂ ਜੀ ਬੈਠੇ ਸਹਿਜ ਪਾਠ ਤੁਸੀਂ ਕਰਦੇ ਹੋ, ਉੱਥੇ ਇੱਕ ਪੰਕਤੀ ਆਉਂਦੀ, ਏਕਾ ਸੇਜ ਵਿਸ਼ੀ ਪ੍ਰਭ ਕੰਤਾ, ਧਨ ਸੂਤੀ ਫਿਰ ਸਦ ਜਾਗੰਤਾ। ਜੇ ਮੈਂ ਵਿਸਰਿਆ ਨਾ ਹੋਵਾਂ ਮਾਫੀ ਦਿਓ, ਕਿਉਂਕਿ ਇੱਕ ਹੀ ਵਾਰੀ ਪੰਕਤੀ ਪੜ੍ਹਨੀ। ਕਹਿੰਦੇ ਸੇਜ ਇੱਕ ਹੈ, ਦੋਵੇਂ ਜੀ ਪੈ ਜੇ ਪਿਆਰ ਹੀ ਨਹੀਂ ਤੇ ਸੇਜ ਵੀ ਕੰਡਿਆਂ ਵਰਗੀ ਆ, ਕੋਈ ਅਹਿਮੀਅਤ ਨਹੀਂ ਰੱਖਦੀਆਂ ਉਹਦੀਆਂ ਡੈਕੋਰੇਸ਼ਨ, ਉਹਦੀਆਂ ਚਾਦਰਾਂ। ਜੇ ਪ੍ਰੇਮ ਅਤੇ ਭਾਵੇਂ ਬੋਰੀ ਵਿਛੀ ਹੋਵੇ ਉੱਤੇ ਕੱਖਾਂ ਦੀ ਕੁੱਲੀ ਹੋਵੇ, ਆਨੰਦ ਹੀ ਹੈ। ਤੋ ਇਸ ਕਰਕੇ ਕਹਿੰਦੇ ਜਦੋਂ ਕਾਦਰ ਤੇ ਕੁਦਰਤ ਦੋਵੇਂ ਮਿਲੇ, ਕੁਦਰਤ ਸੇਵਾ ਕਰ ਰਹੀ ਹੈ ਤੇ ਕਾਦਰਤ ਆਰਾਮ ਕਰਦਾ ਹੈ। ਖਾਨ ਜੇ ਸੋਚ ਵਿਮੋਚਨ। ਧੰਨ ਮੇਰੇ ਪਾਤਸ਼ਾਹ ਮਹਾਰਾਜ ਜੀ ਚਿੰਤਾ ਨੂੰ ਨਾਸ਼ ਕਰਨ ਵਾਲੇ। ਘਟਿਕਾ ਜਬ ਸੋਤੇ ਬੀਤੀ।
ਕਹਿੰਦੇ ਮਹਾਰਾਜ ਸਾਹਿਬ ਜੀ ਨੂੰ 6 ਘੜੀਆਂ ਆਰਾਮ ਕਰਦਿਆਂ ਨੂੰ ਬਤੀਤ ਹੋ ਗਈਆਂ। ਸਰਵਰ ਕੀ ਛਾਇਆ ਵਿਪਰੀਤੀ। ਕਹਿੰਦੇ ਫਿਰ ਕੀ ਹੋਇਆ, ਜਦੋਂ ਛਾਂ ਘੁੰਮ ਗਈ, ਛਾਂ ਬਦਲ ਗਈ, ਤੇ ਜਿੱਥੇ ਬਾਬਾ ਟਿਕਿਆ ਸੀ ਮਹਾਰਾਜ ਤਾਂ ਟਿਕੇ ਭਲੇ ਕਰ ਰਹੇ, ਤੇ ਜਦੋਂ ਛਾਂ ਬਦਲੀ ਤੇ ਮੇਰੇ ਨਾਨਕ ਦਾ ਚਿਹਰਾ ਜਿਹੜਾ ਸੀ ਉਹ ਧੁੱਪ ਦੇ ਵਿੱਚ ਆ ਗਿਆ। ਪੂਰਾ ਸੂਰਜ ਨੂੰ ਚਾਅ ਚੜ ਗਿਆ ਵੀ ਮੌਕਾ ਮਸਾਂ ਮਿਲਿਆ। ਪਹਿਲਾਂ ਤਾਂ ਰੁੱਖ ਨਹੀਂ ਲੁਕਾ ਛੱਡਿਆ ਛਾਵੇਂ, ਠੰਡ ਪੈ ਗਈ, ਸੂਰਜ ਨੂੰ ਕਹਿਣ ਲੱਗਾ ਛੇਤੀ ਮੈਂ ਦੀਦਾਰ ਕਰ ਲਵਾਂ। ਪশ্ਚਿਮ ਦਿਸ਼ਾ ਤਰਨ ਪਹੁ ਜਾਵਾ। ਕਹਿੰਦੇ ਸੂਰਜ ਵੀ ਲਹਿੰਦੇ ਪਾਸੇ ਨੂੰ ਮੁੜ ਪਿਆ, ਭਾਵ ਇੱਥੇ ਕਾ ਗਿਆ ਜਿੱਧਰ ਨੂੰ ਹੁਣ ਚੱਲਿਆ ਹੈ। ਮੁਖ ਪੰਕਜ ਪਰ ਆਪ ਤੇ ਆਵਾ। ਕਹਿੰਦੇ ਸੂਰਜ ਨੇ ਜਦੋਂ ਬਾਬੇ ਦੇ ਦਰਸ਼ਨ ਕੀਤੇ ਨਾ, ਉਹਨੇ ਕੀ ਭੇਟਾ ਦੇਣੀ ਸੀ? ਕਿਰਨਾਂ, ਕਿਉਂਕਿ ਜਿਹੜੇ ਕੋ ਜਿਹੜੀ ਭੇਟਾ ਉਹੀ ਦਵੇਗਾ ਨਾ। ਉਹਨੇ ਜਦੋਂ ਆਪਣੀਆਂ ਕਿਰਨਾਂ ਮਹਾਰਾਜ ਵਾਸਤੇ ਭੇਟਾ ਭੇਜੀਆਂ, ਤੇ ਜਦੋਂ ਮਹਾਰਾਜ ਦੇ ਚਿਹਰੇ ਤੇ ਪਈਆਂ ਤੇ ਕਹਿੰਦੇ ਮੁਖ ਪੰਕਜ ਪਰ ਆਤ ਵਿਆਵਾ। ਹੁਣ ਉਹਨਾਂ ਕਿਰਨਾਂ ਦੇ ਨਾਲ ਮੇਰੇ ਨਾਨਕ ਦੇ ਚਿਹਰੇ ਤੇ ਪਸੀਨਾ ਆ ਗਿਆ। ਤੇ ਜਦੋਂ ਕਿਤੇ ਗੁਲਾਬ ਦੀਆਂ ਪੱਤੀਆਂ ਪਾਣੀ 'ਚ ਭੇ ਕੇ ਝਾੜੋ ਤੇ ਉਹਨਾਂ ਨਾਲ ਥੋੜਾ ਥੋੜਾ ਰਸ ਡਿੱਗਦਾ ਏ। ਕਵੀ ਜੀ ਕਹਿੰਦੇ ਮੇਰੇ ਪਾਤਸ਼ਾਹ ਦਾ ਸਰੂਪ ਹੀ ਇੰਨਾ ਸੋਹਣਾ ਸੀ, ਜਦੋਂ ਮਹਾਰਾਜ ਦੇ ਚਿਹਰੇ ਨੂੰ ਪਸੀਨਾ ਆਇਆ ਤੇ ਐਂ ਲੱਗੇ ਜਿਵੇਂ ਕੁਦਰਤ ਦੇ ਫੁੱਲਾਂ ਦਾ ਰਸ ਚੋਰਿਆ ਹੋਵੇ। ਹੁਣ ਇਸ ਰਸ ਨੂੰ ਕੋਈ ਹੋਰ ਵੀ ਵੇਖ ਰਿਹਾ ਹੈ। ਕਹਿੰਦੇ ਜਿੱਦਾਂ ਕੋਮਲ ਦੀਆਂ ਪੱਤੀਆਂ 'ਚੋਂ ਰਸ ਟਪਕ ਟਪਕ ਡਿੱਗਦਾ ਏ, ਬਾਬਾ ਨਾਨਕ ਦਾ ਚਿਹਰੇ 'ਚੋਂ ਰਸ ਆਪਾਂ ਕਰਮਾ ਵਾਲੇ ਜੇ ਅੱਜ ਆਪਾਂ ਕਥਾ ਸੁਣਦੇ ਕਿਤੇ ਲੱਭਣਾ ਪਿਆਰ। ਉਦਾਂ ਗੁਰਦੁਆਰੇ ਜਾਣਾ ਹੋਰ ਗੱਲ ਏ, ਉਦੋਂ ਰਸ ਥੋੜਾ ਆਉਂਦਾ। ਮੱਥਾ ਟੇਕਿਆ, ਪ੍ਰਸ਼ਾਦ ਲਿਆ, ਸੋਚਾਂ ਝਿਉਰਿਆਂ ਦੇ ਵਿੱਚ ਗੁਰਦੁਆਰੇ ਹੋ ਆਏ, ਪਤਾ ਨਹੀਂ ਲੱਗਾ ਕਿਹੜੇ ਵੇਲੇ ਗਏ ਤੇ ਕਿਹੜੇ ਵੇਲੇ ਆ ਗਏ। ਇਦਾਂ ਹੀ ਹੁੰਦਾ ਨਾ, ਬੰਦਾ ਰਾਹ 'ਚ ਵੀ ਸੋਚਦਾ ਹੀ ਆਉਂਦਾ, ਇੱਥੇ ਵੀ 2 ਮਿੰਟ ਬੈਠਾ ਸੋਚਾਂ ਸੂਚਾਂ 'ਚ ਹੀ ਚਲੇ ਗਿਆ। ਤੋ ਮੇਰੇ ਪਾਤਸ਼ਾਹ ਦੇ ਚਿਹਰੇ ਦੇ ਅੰਦਰ ਸਰੂਰ ਤੇ ਰਸ ਚੋਰਿਆ ਹੈ। ਕਹਿੰਦੇ ਪੱਤੀਆਂ ਤੇ ਜਲ ਦੀਆਂ ਬੂੰਦਾਂ ਜਿਵੇਂ ਫੱਬ ਰਹੀਆਂ ਹੁੰਦੀਆਂ, ਇਸ ਤਰ੍ਹਾਂ ਮਹਾਰਾਜ ਦੇ ਚਿਹਰੇ ਤੇ ਪਸੀਨਾ ਹੈ। ਕਹਿੰਦੇ ਇਦਾਂ ਲੱਗੇ ਜਿਵੇਂ ਮਹਾਰਾਜ ਦੇ ਚੰਦ ਵਰਗੇ ਮੁਖੜੇ ਤੇ ਕਿਸੇ ਆਬੇ ਹਿਆਤ ਦੇ ਕਿਨਕੇ ਚੋ ਰਹੇ ਹਨ। ਔਰ ਕਹਿੰਦੇ ਇਸ ਵੇਲੇ ਫਿਰ ਕੀ ਹੋਇਆ, ਲਾਗੇ ਇੱਕ ਬਿੱਲ ਦੇ ਵਿੱਚ ਇੱਕ ਸ਼ੇਸ਼ ਨਾਗ ਹੈ। ਉਹਨੇ ਬਾਹਰ ਨਿਕਲ ਕੇ ਜਦੋਂ ਮਹਾਰਾਜ ਦਾ ਸਰੂਪ ਵੇਖਿਆ, ਸੂਰਜ ਆਨੰਦ ਲੈ ਰਿਹਾ ਪੂਰੇ, ਪਰ ਉਹਦੀ ਭਾਵਨਾ ਬਣ ਗਈ ਕਿ ਮੇਰਾ ਪਿਆਰਾ ਤੇ ਚਿਹਰੇ ਤੇ ਪਸੀਨਾ ਆਇਆ ਹੈ। ਹੁਣ ਵੇਖੋ ਸੇਵਾ ਜਿਨ੍ਹਾਂ ਕੀਤੀ ਹੈ। ਕਈ ਨਾ ਇਸ ਚੀਜ਼ ਨੂੰ ਵੀ ਤਰਕ ਕਰਦੇ ਵਿਦਵਾਨ ਜੀ, ਸੱਪਾਂ ਦੀ ਪੂਜਾ ਕਰਦੇ ਇੱਦਾਂ ਉੱਦਾਂ, ਇਹ ਝੂਠ ਹੈ ਸਾਖੀ, ਪਰ ਨਹੀਂ ਪਿਆਰਿਓ, ਪ੍ਰੇਮ ਨੂੰ ਲੁਕਾਇਆ ਨਹੀਂ ਜਾਂਦਾ। ਉਸ ਵੇਲੇ ਕਹਿੰਦੇ ਸ਼ੇਸ਼ ਨਾਗ ਆਪਣੀ ਬਿੱਲ 'ਚੋਂ ਟਹਿਲ ਰਿਹਾ ਸੀ, ਟਹਿਲਦਾ ਉਧਰ ਨੂੰ ਆਇਆ ਜਿੱਥੇ ਮੇਰਾ ਨਾਨਕ ਪਿਆ ਸੀ। ਹੁਣ ਜਦੋਂ ਉਹਨੇ ਮੇਰੇ ਨਾਨਕ ਦਾ ਚਿਹਰਾ ਵੇਖਿਆ, ਕਹਿੰਦੇ ਉਹਦੇ ਅੰਦਰ ਚਾਹ ਚੜ ਗਿਆ। ਕਹਿੰਦੇ ਮੈਂ ਤੇ ਰਹਿ ਹੀ ਚੱਲਿਆ ਸੀ, ਮੇਰੇ ਪਿਆਰੇ ਨੂੰ ਅੱਜ ਲੋੜ ਸੀ ਮੇਰੀ ਸੇਵਾ ਦੀ। ਅੱਜ ਕੋਈ ਸੇਵਾਦਾਰ ਕੋਈ ਲਾਗੇ ਨਹੀਂ ਹੈਗਾ, ਅੱਜ ਮੌਕਾ ਮਿਲ ਗਿਆ। ਮੈਂ ਤਾਂ ਕਹਿੰਦਾ ਓਏ ਜੇ ਕਿਤੇ ਤਾਬਿਆ ਵੇਲੀ ਹੋਵੇ ਨਾ ਤੇ ਮੋਬਾਈਲ ਕੱਢ ਕੇ ਵੀਡੀਓ ਨਾ ਬਣਾਓ, ਸਿੱਖੋ। ਜੇ ਰਾਗੀ ਸਿੰਘ ਘੱਟ ਹੈ, ਵੀਡੀਓ ਨਾ ਬਣਾਓ ਵੀ 2 ਜਾਣੇ ਲੱਗੇ ਐ। ਸਾਨੂੰ ਬਹੁਤ ਮਾੜੀ ਆਦਤ ਪੈ ਗਈ। ਕਈ ਗੁਰਦੁਆਰੇ ਜਦੋਂ ਤਾਬਿਆ 'ਚ ਕੋਈ ਨਹੀਂ, ਫਟਾਫਟ ਮੋਬਾਈਲ ਕੱਢ ਕੇ ਆ ਵੇਖੋ ਜੀ ਗੁਰਦੁਆਰਾ ਸਾਹਿਬ 'ਚ ਤੇ ਚੌਰ ਨਹੀਂ ਕਰ, ਤੇ ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਕਰਮਾਂ ਵਾਲਾ ਓਏ, ਭੱਜ ਕੇ ਹੱਥ ਧੋ ਕੇ ਆ ਕੇ ਮਹਾਰਾਜ ਅੱਜ ਕੋਈ ਨਹੀਂ, ਮੈਨੂੰ ਸੇਵਾ ਮਿਲ ਗਈ, ਮੈਂ ਦਬ ਕਰ ਲਾਂ। ਏਦਾਂ ਦੀ ਭਾਵਨਾ ਬਣਾ। ਜੇ ਰਾਗੀ ਸਿੰਘ 2 ਹੈ, ਤੂੰ ਸਿੱਖ ਹੈ, ਉਦਾਂ ਹੀ ਆ ਕੇ ਕਹਿ ਬਾਬਾ ਜੀ ਲਿਆਓ ਮੈਨੂੰ ਵੀ ਬਹਿ ਲੈਂਦੇ, ਹੋ ਸਕਦਾ ਅੱਜ ਉਦਾਂ ਬਵੇਂ ਕੱਲ ਨੂੰ ਮਹਾਰਾਜ ਤੈਨੂੰ ਰਾਗ ਬਖਸ਼ ਦੇਣ। ਅਸੀਂ ਪੁੱਠੇ ਬੰਨੇ ਨੂੰ ਲੈ ਗਏ ਸੋਚ ਨੂੰ ਵੀ ਦੁਨੀਆ ਨੂੰ ਵਿਖਾਵਾਂ। ਕੀ ਵਿਖਾਵਾਂਗੇ ਦੁਨੀਆ ਨੂੰ? ਬਾਬੇ ਨਾਨਕ ਦੇ ਘਰ ਦੀ, ਇਹਦੇ ਘਰ ਦੀ। ਮਹਾਰਾਜ ਕਹਿੰਦੇ ਸੁਣ ਵੱਡਾ ਕੇਵਡ ਵੱਡਾ, ਕੀਮਤ ਪਾਏ ਕਹਿਣੇ ਵਾਲੇ। ਉਹ ਤੈਨੂੰ ਜੋ ਕੋਈ ਮਰਜ਼ੀ ਕਹੀ ਜਾਵੇ, ਫਰਕ ਨਹੀਂ ਪੈਣਾ। ਫਰਕ ਆਪਾਂ ਨੂੰ ਪੈਣਾ ਕਹਿੰਦੇ ਫਿਰ ਜਿਹੜਾ ਸ਼ੇਸ਼ ਨਾਗ ਹੈ, ਜਿਹਦੀਆਂ 6 ਫੰਨਾਂ ਹੁੰਦੀਆਂ, ਉਸ ਵੇਲੇ ਉਹਨੇ ਫਿਰ ਮੌਕਾ ਵੇਖਦਿਆਂ ਹੀ ਮੇਰੇ ਨਾਨਕ ਦੀ ਸੇਵਾ 'ਚ ਹਾਜ਼ਰ ਹੋਣਾ ਕੀਤਾ। ਉਹ ਹੈਰਾਨ ਹੋ ਗਿਆ ਵੀ ਇਹ ਸਾਰਾ ਚਿਹਰਾ ਮਹਾਰਾਜ ਦਾ ਮੈਂ ਕਿੱਦਾਂ ਛਾਂ ਕਰਾਂ।
ਇਹ ਸੂਰਜ ਬਹੁਤ ਤੇਜ਼ੀ ਨਾਲ ਪੈ ਰਿਹਾ ਹੈ। ਸਵੇਤ ਵਰਨ ਗੋਦ ਗੰਧ ਨਵੀਨਾ। ਔਰ ਕਹਿੰਦੇ ਦੂਜੇ ਪਾਸੇ ਮਹਾਰਾਜ ਦਾ ਚਿਹਰਾ ਜਿਵੇਂ ਚਿੱਟਾ ਦੁੱਧ ਹੁੰਦਾ ਹੈ, ਚਮਕ ਨਹੀਂ ਝੱਲੀ ਜਾ ਰਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਿਹਰੇ ਦੀ। ਤੇ ਜਿਹੜਾ ਸ਼ੇਸ਼ ਨਾਗ ਸੱਪ ਹੈ ਉਹ ਵੀ ਹੈਰਾਨ ਹੁੰਦਾ ਹੈ ਕਿ ਜੇ ਮੈਂ ਮਹਾਰਾਜ ਤੇ ਛਾਂ ਕਰਦਾ ਹੈ ਤੇ ਮੈਨੂੰ ਅੱਖਾਂ ਮੀਟਣੀਆਂ ਪੈਣੀਆਂ, ਕਿਉਂਕਿ ਮਹਾਰਾਜ ਦਾ ਤੇਜ ਨਹੀਂ ਨਾ ਝੱਲਿਆ ਜਾਣਾ। ਅੱਜ ਵੀ ਆਪਾਂ ਕਿਤੇ ਮਹਾਰਾਜ ਕਿਤੇ ਦਰਸ਼ਨ ਦੇ ਦਰਸ਼ਨ ਦੇ ਦਊ ਪਰ ਝੱਲੇ ਨਹੀਂ ਜਾਣੇ ਨਾ। ਉਹਦਾ ਪ੍ਰਤਾਪ ਪਤਾ ਕਿੰਨਾ ਤੇਜ ਹੈ। ਨਮੋ ਸੂਰਜ ਸੂਰਜੇ, ਲੱਖਾਂ ਹੀ ਸੂਰਜਾਂ ਜਿੰਨਾ ਉਹਦੇ ਵਿੱਚ ਤੇਜ ਹੈ। ਤੇ ਇੱਕ ਸੂਰਜ ਵੱਲ ਨੂੰ ਬੰਦਾ 2 ਮਿੰਟ ਅੱਖਾਂ ਕਰਕੇ ਨਹੀਂ ਵੇਖ ਸਕਦਾ, ਅੱਖਾਂ ਨੀਆਂ ਹੋ ਜਾਂਦੀਆਂ। 2 ਮਿੰਟ ਸੂਰਜ ਵੱਲ ਨੂੰ ਵੇਖਿਓ, ਮੁੜ ਕੇ ਆਸੇ ਪਾਸੇ ਵੇਖਿਓ, ਤੁਹਾਨੂੰ ਕੁਝ ਨਹੀਂ ਦਿਸਣਾ। ਇਸ ਕਰਕੇ ਬਾਣੀ ਕਹਿੰਦੀ ਇੱਕ ਸੂਰਜ ਵੱਲ ਨਹੀਂ ਵੇਖਿਆ ਜਾਂਦਾ, ਜਿਹੜਾ ਸੂਰਜਾਂ ਦਾ ਸੂਰਜ ਉਹਦੇ ਵੱਲ ਕਿਹੜਾ ਵੇਖੇਗਾ। ਧਰ ਦੂਸਰ ਤਨ ਆਪ ਪਰਮੀਨਾ। ਔਰ ਕਹਿੰਦੇ ਉਸ ਵੇਲੇ ਫਿਰ ਇਸ ਸ਼ੇਸ਼ ਨਾਗ ਨੇ ਆਪਣੇ ਨੇਤਰ ਬੰਦ ਕੀਤੇ ਐ। ਅੱਜ ਵੀ ਜਦੋਂ ਸੰਗਤ ਜੀ ਆਪਾਂ ਮੱਥਾ ਟੇਕਦੇ ਸਾਰੇ ਹੀ ਇੱਕ ਗੱਲ ਨੋਟ ਕਰਕੇ ਵੇਖਿਓ, ਬੱਚਾ ਹੋਵੇ ਵੱਡਾ ਹੋਵੇ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਲੱਗੇ ਆਪਾਂ ਇਦਾਂ ਖੜੋਨੇ ਆ ਤੇ ਅੱਖਾਂ ਬੰਦ ਕਰ ਲੈਨੇ। ਹੁੰਦਾ ਨਾ ਇਦਾਂ ਆਮ ਹੀ, ਘਰੋਂ ਕੀ ਕਰਨਾ ਇਹ ਦਰਸ਼ਨ ਕਰਨਾ। ਜਦੋਂ ਇੱਥੇ ਇਦਾਂ ਖੜੋਈਦਾ ਅੱਖਾਂ ਕਿਉਂ ਬੰਦ ਕਰਦੇ? ਦਰਸ਼ਨ ਐਟੋਮੈਟਿਕ ਹੀ ਅੱਖਾਂ ਬੰਦ ਹੋ ਜਾਂਦੀਆਂ, ਕਿਉਂਕਿ ਉਹਦਾ ਤੇਜ ਹੀ ਇੰਨਾ ਜ਼ਿਆਦਾ ਚੱਲਿਆ ਨਹੀਂ ਜਾਂਦਾ। ਇਹ ਤਾਂ ਗੱਲ ਮੰਨਦੇ ਹੋ ਨਾ ਤੁਸੀਂ ਵੀ ਨਿੱਕਾ ਜਿਹਾ ਬੱਚਾ ਕੋਈ ਪੋਥੀ ਨਹੀਂ ਪੜਿਆ, ਉਹ ਵੀ ਇੱਥੇ ਮੈਂ ਵੇਖਣਾ ਹੁੰਨਾ ਜਦੋਂ ਮੱਥਾ ਟੇਕ ਕੇ ਉੱਠ ਕੇ ਇਦਾਂ ਮਾਂ ਪਿਓ ਕਰਦਾ ਤੇ ਉਹ ਲਾਗੇ ਇਦਾਂ ਉਹ ਵੀ ਅੱਖਾਂ ਮੀਟਦਾ। ਅੱਖਾਂ ਕਿਉਂ ਮੀਟੀਆਂ ਜਾਂਦੀਆਂ? ਇਹਨੂੰ ਭਾਈ ਵੀਰ ਸਿੰਘ ਕਹਿੰਦੇ ਨੈਣਾਂ ਦੇ ਵਿੱਚ ਸੱਜਣ ਵਸਾਇਆ, ਜਾ ਅੰਦਰ ਨੂੰ ਧੱਸਿਆ, ਅੰਦਰ ਧੱਸਿਆ ਰੇਜੇ ਵਸਿਆ, ਜਾ ਡੁਗਾਣੀ ਫਸਿਆ, ਅੱਖਾਂ ਮੀਟਾਂ ਤਾਂ ਅੰਦਰੋਂ ਦੀਦਾ, ਖੋਲਾਂ ਬਾਹਰ ਦਿਸੰਦਾ, ਜਿਸ ਵੱਲ ਵੀ ਮੈਂ ਤੱਕਦਾ ਪਿਆਰੇ ਮੈਨੂੰ ਤੂੰ ਪਿਆ ਹੁੰਦਾ। ਮੇਰੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਮਾਲਕ ਡਾਢੇ ਨੇ। ਉਸ ਵੇਲੇ ਸ਼ੇਸ਼ ਨਾਗ ਨੇ ਫਿਰ ਫਟਾਫਟ ਆਪਣੀ ਫਨ ਖਿਲਾਰੀ, ਮੇਰੇ ਗੁਰੂ ਨਾਨਕ ਦੇ ਚਿਹਰੇ ਨੂੰ ਢੱਕ ਲਿਆ ਹੈ। ਸੁਖ ਮੰਦਰ ਕੋ ਦੇਖੀ। ਇਹਦੇ ਜਦੋਂ ਮਹਾਰਾਜ ਸਾਹਿਬ ਦੇ ਚਿਹਰੇ ਤੇ ਛਾਂ ਕੀਤੀ, ਜਿੰਨੀ ਜ਼ਹਿਰ ਅੰਦਰ ਤੜਫਾ ਰਹੀ ਸੀ ਠੰਡਾ ਹੋ ਗਿਆ, ਅੰਦਰ ਠਰ ਗਿਆ ਫਰਿੱਜ ਵਾਂਗੂ। ਸਾਧ ਸੰਗਤ ਜੀ, ਸੱਪ ਦੇ ਅੰਦਰ ਬਹੁਤ ਜ਼ਹਿਰ ਹੈ। ਉਹ ਜ਼ਹਿਰ ਕਿਸੇ ਦੇ ਪੈਰ ਨੂੰ ਲੱਗ ਜੇ ਪੈਰ ਗਾਲ ਦਿੰਦੀ ਹੈ। ਪਰ ਜਦੋਂ ਗੁਰੂ ਨਾਨਕ ਨੂੰ ਉਹਨੇ ਦਰਸ਼ਨ ਕੀਤੇ ਤੇ ਬਾਣੀ ਕਹਿੰਦੀ ਸੋਏ ਸੁਨੰਦੜੀ ਮੇਰਾ ਨਾਮ ਜਪੰਦੜੀ, ਲਾਲੀ ਪੰਦ ਜਲੰਦੜੀ ਮੇਰਾ ਅੰਦਰ। ਗੁਰੂ ਸਾਹਿਬ ਦੇ ਕਿਤੇ ਦਰਸ਼ਨ ਸੰਗਤ ਵਿੱਚ ਹੋ ਜਾਣ, ਅੰਦਰ ਠੰਡਾ ਹੋ ਜਾਂਦਾ, ਤਪਦਾ ਬੰਦਾ। ਕਿੰਨਾ ਵੀ ਚਿੰਤਾ ਝੋਰਿਆਂ 'ਚ ਖਪਿਆ ਤਪਿਆ ਟੁੱਟਿਆ ਦੁਨੀਆਦਾਰੀ ਤੋਂ ਆਵੇ, ਜਦੋਂ ਬਾਬਾ ਤੇਰੇ ਅੱਗੇ ਸਾਹਮਣੇ ਬਹਿਣਾ ਹੈ ਤੇ ਠੰਡ ਪੈ ਜਾਂਦੀ। ਸਾਰੀ ਦੁਨੀਆ ਹੀ ਦੁਖੀ ਹੈ ਜੀ ਘਰੋਂ ਘਰੀ, ਪਰ ਬਾਬੇ ਦੇ ਦਰਸ਼ਨ ਹੀ ਇੰਨੇ ਕਮਾਲ ਹੈ। ਕਈ ਕਹਿਣਗੇ ਜੀ ਜਦੋਂ ਤੁਹਾਨੂੰ ਮਿਲੀਦਾ ਤੇ ਤੁਸੀਂ ਕਿੰਨੇ ਦੁੱਖ ਸੁਣਾਉਣੇ, ਪਰ ਜਦੋਂ ਉੱਥੇ ਬਹਿ ਕੇ ਕਥਾ ਕਰਦੇ ਉਦੋਂ ਤਾਂ ਲੱਗਦਾ ਤੁਹਾਡੇ ਵਰਗਾ ਸੁਖੀ ਕੋਈ ਨਹੀਂ। ਇਹ ਐਸਾ ਸੁਖ ਮਾਰੇ ਕਹਿੰਦੇ ਸੁਖ ਤੇਰਾ ਦਿੱਤਾ ਲਈ ਹੈ। ਇਹ ਮੇਰੇ ਬਾਪੂ ਦਾ ਘਰ ਹੈ, ਇਸ ਵੇਲੇ ਬਹੁਤ ਖੁਸ਼ੀ ਵੰਡਦਾ ਹੈ। ਤੋ ਕਹਿੰਦੇ ਸ਼ੇਸ਼ ਨਾਗ ਦਾ ਅੰਦਰ ਠਰ ਗਿਆ। ਕਹਿੰਦੇ ਉਸ ਵੇਲੇ ਅੰਦਰੋਂ ਅੰਦਰ ਹੀ ਮੱਥਾ ਟੇਕ ਰਿਹਾ ਗੁਰੂ ਨਾਨਕ ਨੂੰ ਕਿ ਮਹਾਰਾਜ ਗਰੀਬ ਦੀ ਸੇਵਾ ਪ੍ਰਵਾਨ ਕਰਿਓ। ਇੱਕ ਗਿਆਨੀ ਜਰਨੈਲ ਸਿੰਘ ਜੀ ਸਭਰਾ ਹੋਏ ਆ, ਸੱਚਖੰਡ ਪਿਆਨਾ ਕਰ ਗਏ। ਹਰਿਮੰਦਰ ਸਾਹਿਬ ਅਜਾਇਬ ਘਰ 'ਚ ਉਹਨਾਂ ਦੀ ਤਸਵੀਰ ਲੱਗੀ ਕਵੀਸ਼ਰ। ਉਹਨਾਂ ਨੇ ਇੱਕ ਕਵਿਤਾ ਲਿਖੀ ਸੀ ਸੱਪ ਦੀ ਤੇ ਸੂਰਜ ਦੀ। ਬੜੇ ਪਹਿਲਾਂ 10-12 ਸਾਲ ਉਹ ਕਵਿਤਾ ਮੈਂ ਸਟੇਜ ਤੇ ਗਾਈ ਸੀ, ਹੁਣ ਮੈਨੂੰ ਵਿਸਰੀ ਹੈ। ਕੱਲ ਨੂੰ ਜ਼ਰੂਰ ਜੇ ਲੱਭ ਗਈ ਤੁਹਾਨੂੰ 2-4 ਛੰਦ ਸੁਣਾਉਂਗਾ, ਸਮਾਂ ਸੰਪੂਰਨ ਹੈ। ਉਹਨੇ ਦੋਹਾਂ ਦਾ ਮੇਲ ਲਿਖਿਆ। ਜਦੋਂ ਕਹਿੰਦੇ ਸੱਪ ਨੇ ਛਾਂ ਕੀਤੀ ਨਾ ਤੇ ਸੂਰਜ ਕਹਿੰਦਾ ਪਾਸੇ ਹੋ ਜਾ, ਪਾਸੇ ਹੋ ਜਾ, ਮੈਨੂੰ ਮਸਾਂ ਮੌਕਾ ਮਿਲਿਆ ਪਿਆਰੇ ਦਾ ਚਿਹਰਾ ਵੇਖਣ ਦਾ। ਇਸ ਕਰਕੇ ਤੁਹਾਡੇ 'ਚ ਸੰਗਤ ਹੁੰਦੀ ਨਾ, 1 ਮਿੰਟ ਮਾਨਨੀ, ਇੱਥੇ ਗੁਲਦਸਤੇ ਪਏ ਹੁਣ, ਵਿੱਚੋਂ ਕਈ ਸਿੰਘ ਆ ਕੇ ਗੁਲਦਸਤੇ ਚੁੱਕ ਕੇ ਥੱਲੇ ਕਾਹਤੋਂ ਰੱਖਦੇ ਨੇ? ਇੱਕ ਜਵਾਬ ਦਿਓ। ਕਿਉਂਕਿ ਹਰ ਇੱਕ ਪਿਆਰ ਕਰਦਾ ਹੈ ਕਿ ਨਹੀਂ? ਕਹਿੰਦੇ ਮਹਾਰਾਜ ਜਿਹੜਾ ਚਿਹਰਾ ਵੇਖ ਕੇ ਆਨੰਦ ਆਉਣਾ ਉਹਲੇ ਬਹਿ ਕੇ ਨਹੀਂ ਆਉਂਦਾ। ਹੁਣ ਉੱਥੇ ਸੱਪ ਨੇ ਛਾਂ ਕੀਤੀ ਮੇਰੇ ਪਾਤਸ਼ਾਹ ਦੇ ਚਿਹਰੇ ਤੇ, ਸੂਰਜ ਦੇ ਭਾਦੀ ਬਣ ਗਈ। ਕਹਿੰਦੇ ਉਹ ਤੂੰ ਕਿੱਥੋਂ ਨਿਕਲ ਆਇਆ? ਜਾ ਰੱਬ ਦਾ ਵਾਸਤਾ 2 ਮਿੰਟ ਪਾਸੇ ਹੋ ਜਾ, ਮੈਨੂੰ ਮਸਾਂ ਤਾਂ ਮੌਕਾ ਮਿਲਿਆ। ਤੇ ਸੱਪ ਕਹਿੰਦਾ ਤੂੰ ਪਾਸੇ ਹੋ ਜਾ, ਮੈਨੂੰ ਮਸਾਂ ਮੌਕਾ ਮਿਲਿਆ। ਦੋਨਾਂ ਦੀ ਕਵਿਤਾ ਲਿਖੀ ਭਾਈ ਸਾਹਿਬ ਨੇ ਬੇਕਮਾਲ। ਸੂਰਜ ਉਹਨੂੰ ਕਹਿੰਦਾ, ਸੱਪ ਕਹਿੰਦਾ ਵੀ ਤੂੰ ਤਾਂ ਰੋਜ਼ ਵੇਖ ਲੈਂਦਾ, ਵੀ ਜਦੋਂ ਮਹਾਰਾਜ ਘਰੋਂ ਨਿਕਲਦੇ ਤੂੰ ਤਾਂ ਉੱਚਾ ਹੋ ਕੇ ਵੇਖਦਾ, ਮੈਨੂੰ ਗਰੀਬ ਨੂੰ ਕੋਈ ਬਿੱਲ ਚੋਂ ਬਾਹਰ ਨਹੀਂ ਨਿਕਲ ਦਿੰਦਾ।
ਜੇ ਕਿਤੇ ਮੈਂ ਰਾਹ 'ਚ ਹੋਵਾਂ ਤੇ ਲੋਕੀ ਡੰਡਾ ਸਿਰ 'ਚ ਮਾਰ ਕੇ ਮਾਰ ਦਿੰਦੇ। ਅੱਜ ਮੇਰੀ ਬੇਨਤੀ ਹੈ ਸੂਰਜ ਜੀ, ਤੁਸੀਂ ਰੋਜ਼ ਵੇਖ ਲੈਂਦੇ, ਮੈਨੂੰ ਕਿਤੇ ਕਿਤੇ ਮੌਕਾ ਮਿਲਦਾ, ਅੱਜ ਮੈਨੂੰ ਰੱਜ ਕੇ ਵੇਖ ਲੈਂਦੇ ਹੋ। ਉਹਨਾਂ ਦੋਵਾਂ ਦੀਆਂ ਗੱਲਾਂ ਬਾਤਾਂ ਭਾਈ ਸਾਹਿਬ ਦੀ ਕਲਮ ਨੇ ਲਿਖੀਆਂ। ਕਿੰਨਾ ਪਿਆਰ। ਸੂਰਜ ਕਹਿੰਦਾ ਅੱਜ ਮੈਂ ਦਰਸ਼ਨ ਕਰਨੇ ਐ, ਸੱਪ ਕਹਿੰਦਾ ਮੈਨੂੰ ਕਰ ਲੈਂਦੇ। ਕਿੰਨਾ ਕੁ ਨੂਰ ਡੁੱਲਦਾ ਹੋਵੇਗਾ ਜੀ। ਫਿਰ ਦੇਖਣ ਦੀ ਆਸ ਅੱਖੀਆਂ ਮੇਰੀਆਂ ਨੂੰ ਅੱਜ, ਫਿਰ ਦੇਖਣ ਦੀ ਆਸ ਅੱਖੀਆਂ ਮੇਰੀਆਂ ਨੂੰ, ਫਿਰ ਦੇਖਣ ਦੀ ਆਸ ਅੱਖੀਆਂ ਮੇਰੀਆਂ ਨੂੰ, ਫਿਰ ਦੇਖਣ ਦੀ ਆਸ ਅੱਖੀਆਂ ਮੇਰੀਆਂ ਨੂੰ, ਫਿਰ ਦੇਖਣ ਦੀ ਆਸ ਅੱਖੀਆਂ ਮੇਰੀਆਂ ਨੂੰ ਅੱਜ, ਫਿਰ ਦੇਖਣ ਦੀ ਆਸ ਅੱਖੀਆਂ ਮੇਰੀਆਂ ਨੂੰ, ਫਿਰ ਦੇਖਣ ਦੀ ਆਸ ਅੱਖੀਆਂ ਮੇਰੀਆਂ ਨੂੰ, ਫਿਰ ਦੇਖਣ ਦੀ ਆਸ ਅੱਖੀਆਂ ਮੇਰੀਆਂ ਨੂੰ, ਅੱਖੀਆਂ ਮੇਰੀਆਂ ਨੂੰ, ਅੱਖੀਆਂ ਮੇਰੀਆਂ ਨੂੰ, ਫਿਰ ਦੇਖਣ ਦੀ ਆਸ ਅੱਖੀਆਂ ਮੇਰੀਆਂ ਨੂੰ ਅੱਜ, ਫਿਰ ਦੇਖਣ ਦੀ ਆਸ ਅੱਖੀਆਂ ਮੇਰੀਆਂ ਨੂੰ, ਫਿਰ ਦੇਖਣ ਦੀ ਆਸ ਅੱਖੀਆਂ ਮੇਰੀਆਂ ਨੂੰ, ਫਿਰ ਦੇਖਣ ਦੀ ਆਸ ਅੱਖੀਆਂ ਮੇਰੀਆਂ ਨੂੰ। ਸਾਧ ਸੰਗਤ ਜੀ, ਦਿਲ ਨਹੀਂ ਕਰਦਾ ਹਟਣ ਨੂੰ, ਪਰ ਵਕਤ ਹੋ ਜਾਂਦਾ ਏ। ਮੈਂ ਕਹਿੰਦਾ ਆਪਾਂ ਤਾਂ ਸਿਰਫ 60 ਮਿੰਟ ਵਾਲੇ ਹਾਂ। ਉਹ ਗੁਰੂ ਮਹਾਰਾਜ ਨੂੰ ਤਾਂ ਪਸ਼ੂ ਪ੍ਰੇਤ ਵੀ ਤਰਸਦੇ ਰਹੇ। ਕਿੰਨਾ ਕੁ ਜਜ਼ਬਾ ਸੱਪ ਤੇ ਸੂਰਜ ਦਾ, ਕਹਿੰਦੇ ਰਜ ਰਜ ਵੇਖਣਾ। ਤੇ ਅੱਜ ਸਿੱਖੋ, ਆਪਣੇ ਬੱਚੇ ਆਪਣਾ ਪਰਿਵਾਰ ਤਾਂ ਮੱਥਾ ਟੇਕਣਾ ਹੀ ਛੱਡ ਗਿਆ। ਆਪਾਂ ਵੇਖਣਾ ਕੀ ਸੀ? ਕਹਿੰਦੇ ਜੀ ਲਾਈਵ ਆਉਂਦਾ ਘਰੇ। ਠੀਕ ਹੈ ਟੈਲੀਵਿਜ਼ਨ ਤੇ ਲਾਈਵ ਹੈ, ਪਰ ਉਹ ਟੈਲੀਵਿਜ਼ਨ 'ਚ ਰੋਟੀ ਪਈ ਹੋਵੇ ਖਾ ਲਓਗੇ? ਹਰਿਮੰਦਰ ਸਾਹਿਬੋਂ ਲਾਈਵ ਚੱਲਦਾ, ਸਰੋਵਰ ਦੇ ਉੱਤੇ ਕੈਮਰਾ ਆਉਂਦਾ, ਇਸ਼ਨਾਨ ਕਰ ਲਓਗੇ? ਨਹੀਂ ਕੀਤਾ ਜਾਣਾ। ਇਸ਼ਨਾਨ ਕਰਨਾ ਤੇ ਤੁਹਾਨੂੰ ਜਾਣਾ ਪੈਣਾ 100 ਕਿਲੋਮੀਟਰ। ਇਸੇ ਤਰ੍ਹਾਂ ਆਪਾਂ ਅੱਜ ਟੈਕਨੋਲੋਜੀ ਦਾ ਕਰਕੇ ਟੁੱਟ ਗਏ ਹਾਂ ਜੀ, ਬਸ ਘਰੇ ਹੀ ਸੁਣ ਲਈਦਾ। ਮੇਰੀ ਭੈਣ ਦਾ ਵੀ ਧੰਨਵਾਦ ਹੈ, ਕਈ ਤੇ 2 ਦਿਨ ਬੰਦ ਰਿਹਾ ਤੇ ਫੋਨ ਆਉਣੇ ਸ਼ੁਰੂ ਹੋ ਗਏ। ਕਹਿੰਦੇ ਅਸੀਂ ਘਰੇ ਬਹਿ ਕੇ, ਮੈਂ ਕਿਹਾ ਵੀ ਘਰੇ ਕੀ, ਇੱਥੇ ਵੀ ਆ ਜਾ ਕਰੋ ਕਿਤੇ। ਕਹਿੰਦੇ ਜੀ ਇੱਥੇ ਵਧੀਆ ਆਨੰਦ ਇਕੱਲੇ। ਮੈਂ ਕਿਹਾ ਨਹੀਂ, ਇਹ ਗਲਤ ਹੈ, ਰੌਂਗ ਹੈ। ਠੀਕ ਹੈ ਲਾਈਵ ਚਲਾਤਾ ਅੱਜ ਪੂਰੀ ਦੁਨੀਆ ਤੇ ਸੋਸ਼ਲ ਮੀਡੀਆ, ਪਰ ਬੜਾ ਕੁਝ ਲੈ ਗਿਆ ਸਾਡੇ ਨਾਲ। ਕਿਉਂਕਿ ਅੱਗੇ ਤਰਸਦੇ ਸੀ ਲੋਕੀ ਦਰਸ਼ਨਾਂ ਨੂੰ, ਹੁਣ ਮੋਬਾਈਲ 'ਚ ਕਹਿੰਦੇ ਵੇਖ ਹੀ ਲਿਆ। ਉਹਦੇ ਨਾਲ ਤੁਹਾਨੂੰ ਸੰਗਤ ਨਹੀਂ ਮਿਲਣੀ, ਤੇ ਸੰਗਤ ਤੋਂ ਬਿਨਾ ਪਾਰ ਉਤਾਰਾ ਨਹੀਂ ਹੋਣਾ। ਹੁਣ ਬੌਲੀ ਦੀ ਵੀਡੀਓ ਲੋਕੀ ਵੇਖਦੇ, ਚੁੱਭੀ ਕਿੱਦਾਂ ਲਾਓਗੇ? ਆਉਣਾ ਪੈਣਾ ਏ। ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਠੀਕ ਹੈ ਦਰਸ਼ਨ ਦਿਦਾਰੇ, ਪਰ ਸਾਧ ਸੰਗਤ ਜੀ ਉਸ ਸਿੱਖ ਨੂੰ ਪੁੱਛੋ ਜਿਹੜਾ ਹਰਿਮੰਦਰ ਸਾਹਿਬ 'ਚ ਜੋਤ ਜਗਾਉਣ ਆਇਆ ਸੀ। ਜਦੋਂ ਘੇਰੇ ਪਏ ਹਰਿਮੰਦਰ ਸਾਹਿਬ ਨੂੰ, ਉੱਥੋਂ ਸਰੂਪ ਚੱਕੇ ਗਏ, ਤੇ ਉਹ ਸਿੱਖ ਰੋਜ਼ ਰਾਤ ਨੂੰ ਬੀਕਾਨੇਰ ਦੇ ਜੰਗਲ 'ਚੋਂ ਜੋਤ ਜਗਾਉਣ ਆਇਆ। ਦੁਸ਼ਮਣ ਨੇ ਗੋਲੀ ਮਾਰੀ ਤੇ ਉਹਦੀ ਛਾਤੀ 'ਚ ਵੱਜੀ, ਸਰੋਵਰ ਦੇ ਵਿੱਚ ਸ਼ਹੀਦ ਹੋ ਗਿਆ। ਅੱਜ ਉਹਦੀ ਤਸਵੀਰ ਅਜਾਇਬ ਘਰ 'ਚ ਲੱਗੀ ਹੈ। ਜਿਨ ਪ੍ਰੇਮ ਕੀਓ, ਠੀਕ ਹੈ ਗਿਆਨ ਮਿਲ ਜੇਗਾ, ਦਰਸ਼ਨ ਹੋ ਜਾਣਗੇ, ਪਰ ਜਿਹੜਾ ਸੰਗਤ ਵਿੱਚ ਆ ਕੇ ਤੇ ਗੁਰੂ ਦੇ ਕੋਲੇ ਸਨਮੁਖ ਬਹਿ ਕੇ ਆਨੰਦ, ਉਹ ਘਰੇ ਨਹੀਂ ਆਉਣਾ। ਉਹ ਤੁਹਾਡੇ ਮੋਬਾਈਲਾਂ, ਟੈਲੀਵਿਜ਼ਨ, LCDਆਂ ਦੇ ਵਿੱਚ ਨਹੀਂ ਜੇ ਲੱਭਣਾ। ਮਹਾਰਾਜ ਕਹਿ ਕੇ ਗਏ, ਮਹਾਰਾਜ ਕਹਿੰਦੇ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ। ਮਹਾਰਾਜ ਕਹਿੰਦੇ ਜਿਹੜੇ ਸੰਗਤ ਵਿੱਚ ਨਹੀਂ ਆਉਂਦੇ ਭਾਈ, ਉਹਨਾਂ ਦੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ। ਮਹਾਰਾਜ ਦੇ ਬਚਨ ਮੇਰੇ ਨਹੀਂ, ਸੋ ਇਸ ਕਰਕੇ ਮਹਾਰਾਜ ਦੇ ਪਿਆਰ ਨੂੰ ਕਿੰਨਾ ਪਿਆਰ। ਅੱਜ ਪਿਆਰ ਇੱਥੇ ਹੀ ਰਹਿਣ ਦੀਏ। ਅੱਜ ਸੂਰਜ ਨੂੰ ਤੇ ਸੱਪ ਨੂੰ ਪਿਆਰ ਕਰਨ ਦੀਏ। ਉਹਨਾਂ ਕੋਲ 12 ਘੰਟੇ ਆਏ, 12 ਦਿਨ ਦੇ 24 ਘੰਟੇ ਬਾਅਦ ਕਥਾ ਚੱਲਣੀ। ਕੱਲ ਨੂੰ ਆਖੋ ਸਤਨਾਮ। ਤੇ ਤੁਸੀਂ ਵੀ ਆਪਣਾ ਪਿਆਰ ਇੱਥੇ ਹੀ ਬਣਾ ਕੇ ਰੱਖਿਓ ਵੀ ਹੁਣ ਕੱਲ ਦੀਆਂ ਸ਼ਾਮਾਂ ਤੱਕ ਦਰਸ਼ਨਾਂ ਦੀ ਤਾਂਘ ਰੱਖਣੀ ਹੈ। ਜਿੱਥੇ ਉਹਨਾਂ ਨੇ ਰੱਖਣੀ, ਉੱਥੇ ਆਪਾਂ ਵੀ ਉਡੀਕ ਰੱਖਣੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ। ਮੈਨੂੰ ਯਾਦ ਆਉਂਦੀ ਘਰੇ ਨਾ ਟੈਲੀਵਿਜ਼ਨ 'ਚ ਨਾਟਕ ਸ਼ੋਅ ਚੱਲਦੇ, ਤੇ ਉੱਥੇ ਲਿਆ ਕੇ ਉਹ ਰਾਤ ਨੂੰ ਵੇਂਦੇ ਨਾ ਕਈ, ਸਾਸ ਵੀ ਕਵੀ ਬਹੂ ਥੀ,
ਉੱਥੇ ਲਿਆ ਕੇ ਉਹਨੂੰ ਬੰਦ ਕਰਦੇ। ਜਦੋਂ ਅਗਲਾ ਕੋਈ ਮੋੜ ਆਉਣਾ ਹੁੰਦਾ ਨਾ, ਤੇ ਜਿਹੜੇ ਬੈਠੇ ਹੁੰਦੇ ਨਾ ਲਾਗੇ ਭੈਣਾਂ ਘਰ ਵਾਲੀ, ਹਾਏ ਹੁਣ ਪਤਾ ਲੱਗਣਾ ਸੀ ਤੇ ਹੁਣ ਮਰ ਗਈ। ਏਦਾਂ ਹੀ ਉਹ ਇੰਨਾ ਉਹਨਾਂ ਨੇ ਨਸ਼ਾ ਲਾਇਆ ਨਾ, ਉੱਥੇ ਲਿਆ ਕੇ ਉਹਨਾਂ ਕਲਿੱਪ ਕੱਢ ਦੇਣਾ ਵੀ ਜਿਹੜਾ ਕੱਲ ਦੇ ਪਹਿਲਾਂ ਹੀ ਅੱਧਾ ਘੰਟਾ ਟੀਵੀ ਅੱਗੇ ਬੈਠੇ ਆਟਾ ਉਟਾ ਗੁੰਨ ਕੇ, ਮੈਂ ਕਿਹਾ ਅੱਜ ਬੜੀ ਤਿਆਰੀ ਕੀਤੀ, ਕਹਿੰਦੇ ਕੱਲ ਵਾਲਾ ਅੱਜ ਪਤਾ ਲੱਗਣਾ ਵੀ ਸਬਜ਼ੀ ਦੇ ਵਿੱਚ ਲੂਣ ਜ਼ਿਆਦਾ ਕਿੰਨੇ ਪਾਉਣਾ। ਆਹ ਕੁਝ ਸਿਖਾਉਂਦੇ ਉਹ ਪਹਿਲਾਂ ਹੀ ਤਿਆਰੀ ਕਰੀ ਫਿਰਦੇ, ਆਟਾ ਵੀ ਗੁੰਨ ਲੈ, ਰੋਟੀਆਂ ਵੀ ਇੰਨੇ ਵਜੇ ਸੀਰੀਅਲ ਚੱਲਣਾ, ਕੱਲ ਇੱਥੋਂ ਮੁੱਕਿਆ ਸੀ ਆਪਾਂ ਸਾਰਾ ਵੇਖਣਾ। ਇੰਨਾ ਚਸਕਾ ਭੈੜਾ ਲਾਤਾ ਉਹਨਾਂ ਨੇ। ਅਗਲੇ ਦਿਨ ਫਿਰ ਉਹਨਾਂ ਉੱਥੇ ਜਾ ਕੇ ਸਮਾਪਤੀ ਕਰਨੀ ਜਿੱਥੇ ਕੋਈ ਰਿਜ਼ਲਟ ਨਿਕਲਣਾ। ਅੱਜ ਆਪਾਂ ਵੀ ਉੱਥੇ ਲਿਆ ਕੇ ਕੀਤੀ ਹੈ ਵੀ ਜੇ ਅੱਜ ਦਰਸ਼ਨ ਕਰਾ ਦਿੰਦੇ ਤੇ ਕੱਲ ਨੂੰ ਆਉਣਾ ਨਹੀਂ। ਤੋ ਇਸ ਕਰਕੇ ਮਹਾਰਾਜ ਕਿਰਪਾ ਕਰੇ, ਸੱਚਾ ਪਿਆਰ ਹੈ, ਉਹ ਨਾ ਝੂਠਾ ਸੀਰੀਅਲ ਹੈ, ਕੂੜ ਰਾਜਾ ਕੂੜ ਪਰਜਾ। ਮਹਾਰਾਜ ਨੂੰ ਪਿਆਰ ਕਰਿਆ ਕਰੋ ਜੀ। ਆਓ ਹੁਣ ਹਜ਼ੂਰੀ ਰਾਗੀ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਨਾਨਕ ਨਾਮ ਬੋਲੇ